अल्हम्दुलिल्लाह वकफ़ा वस्सलातु वस्सलामु अला इबादिहिल्लज़ीना इस्तफ़ा ख़ुसूसन अला अफ़ज़लिहिम व ख़ातमिन नबिय्यीन मुहम्मदिनिल अमीन व अला आलिहि व अस्हाबिहि अजमईन। औज़ु बिल्लाहि मिनश शैतानिर रजीम बिस्मिल्लाहिर रहमानिर रहीम। क़ालल्लाहु अज़्ज़ा व जल फ़ी किताबिहिल करीम वैलुल लिल मुतफ़्फ़िफ़ीन अल्लज़ीना इज़ा क़्तालू अलन्नास यस्तौफ़ून व इज़ा कालूहुम औ वज़नूहुम युख़्सिरून। सदक़ल्लाहुल अलीयुल अज़ीम। रब्बि इश्रह ली सदरी व यस्सिर ली अमरी वहलुल उक़दतम मिन लिसानी यफ़क़हू क़ौली। अल्लाहुम्मा अरिनल हक़्क़ हक़्क़न वरज़ुक़ना इत्तिबाअहू व अरिनल बातिला बातिलन वरज़ुक़ना इज्तिनाबा। आमीन या रब्बल आलमीन। अजीज़ दोस्तो, पंजाबी दौरा तर्जमा तफसीर कुरान के हवाले नाल ये साडी 118 नंबर मजलिस है जिहदा असीं आगाज़ करन लगे हैं। इसदा मतलब यह है कि इस तो पहले 117 मजलिसां हो चुकियां और उन्हां 117 मजलिसां दे विच असीं सूरा फातिहा तो लैके सूरा इनफितार जिहड़ी 30वें सिपारे दे विच है और इस सूरत का नंबर जिहड़ा ना वो इनफतार का 82 बनता है। तो इस तो मतलब यह है कि इस तक असी पढ़ चुके हैं। हुण इस तो अगे असी पढ़ना वा सूरा इनफतार तो अगे जिहड़ा ना वो सूरत मुतफ़्फ़िफ़ीन है। सूरा मुतफ़्फ़िफ़ीन 83 नंबर आयत जिहड़ी है ना, सॉरी 83 नंबर सूरत बनती है। इथों असी जिहड़ा ना आगाज करन लगे हैं। फरमाया वैलुल लिल मुतफ़्फ़िफ़ीन, बर्बादी है मुतफ़्फ़िफ़ीन वास्ते। मुतफ़्फ़िफ़ीन जिहड़ा ना वो कहंदे आ तफ जिहड़ा ना वो बड़ी छोटी जी शै नूं कहंदे आ, ते यानी छोटा जिहा फायदा। और वैल जिहड़ा ना वो कहंदे आ तबाही बर्बादी और जहन्नम की एक वादी का नाम भी वैल ही है। बर्बादी है, तबाही है, जहन्नम दे विच वैल आ उन्हां लोकां दी जगह जिहड़ा मतलब यह है कि थोड़ा जिहा छोटा जिहा फायदा लेंदे आ। और वो अगे वाजे हो जाएगा कि छोटा जिहा फायदा वो किदां लेंदे आ। छोटा जिहा फायदा इदां लेंदे आ कि अल्लाज़ीना इज़ा क़तालू अलन्नास यस्तौफ़ून, कि ਜਿਹੜੇ ਲੋਕਾਂ ਕੋਲੋਂ ਜਦੋਂ ਕੋਈ ਚੀਜ਼ ਨਾਪ ਕੇ ਲੈਂਦੇ ਆ ਤੇ ਉਹ ਲੈਂਦੇ ਆ ਜਿਹੜਾ ਨਾ ਉਹ ਪੂਰੀ ਮਤਲਬ ਹੈ ਕਿ ਨਾਪ ਕੇ ਤੇ ਪੂਰੀ ਹੀ ਲੈਂਦੇ ਆ। ਬਾਜ਼ ਔਕਾਤ ਉਹ ਜਿੱਦਾਂ ਅਸੀਂ ਕਹਿੰਦੇ ਗੇਲਣ ਤੇ ਉਹ ਜਾਂ ਮਤਲਬ ਇਹ ਕਿ ਲੀਟਰ ਉਹ ਉਹਦੇ ਵਿੱਚ ਪੈਮਾਨਾ ਹੁੰਦਾ ਨਾ, ਉਹਦੇ ਨਾਲ ਪਤਾ ਲੱਗਦਾ 1 ਲੀਟਰ ਹੋ ਗਿਆ। ਇਸੇ ਤਰੀਕੇ ਨਾਲ ਕੋਈ ਕੱਪੜਾ ਵਗੈਰਾ ਤੇ ਉਹ ਨਾਪ ਕੇ ਲੈਣਾ। ਤੇ ਜਿਸ ਵੇਲੇ ਉਹ ਕੋਈ ਸ਼ੈ ਲੈਂਦੇ ਆ ਨਾ ਉਸ ਵੇਲੇ ਤੇ ਉਹ ਜਿਹੜਾ ਨਾ ਪੂਰਾ ਲੈਂਦੇ ਆ। ਵਾਇਦਾ ਕਾਲੂਹਮ, और जिस वेले उन्होंने नाप के देंदे आ यानी दूसरे आप लेंदे ते पूरा लेंदे आ। और जिस वेले कोई चीज़ जिहड़ी है वो दूसरिਆਂ ਨੂੰ ਦਿੰਦੇ ਆ नाप के, औ वज़नूहुम, या उन्हां नूं तोल के दिंदे आ, वजन करके दिंदे आ। युख़्सिरून ते पूरा नहीं दिंदे। मतलब यह है कि बर्बादी है, तबाही है उन्हां लोकां दे वास्ते ਜਿਹੜੇ ਜਿਸ ਵੇਲੇ ਕੋਈ ਨਾਪਦੇ ਤੋਲਦੇ ਆ, ਨਾਪ ਤੋਲ ਕਰਕੇ ਤੇ ਜਿਹੜਾ ਨਾ ਉਹ ਥੋੜਾ ਜਿਹਾ ਘੱਟ ਤੋਲਦੇ ਆ, ਥੋੜਾ ਜਿਹਾ ਘੱਟ ਮਾਪਦੇ ਆ। ਮੈਂ ਜ਼ਿਕਰ ਕੀਤਾ ਸੀ ਨਾ ਹੁਣੇ
ਕਿ ਤਫ ਕਹਿੰਦੇ ਆ ਛੋਟੀ ਜਿਹੀ ਚੀਜ਼, ਥੋੜਾ ਜਿਹਾ ਹਲਕਾ ਜਿਹਾ। ਹੁਣ ਆਮ ਤੌਰ ਤੇ ਕਦੇ ਤੁਸੀਂ ਦੇਖਿਓ ਕਿ ਜਿਹਨੇ ਨਾਪ ਕੇ ਦੇਣਾ, ਤੋਲ ਕੇ ਦੇਣਾ, ਉਹ ਕੋਈ ਉੱਥੇ ਜਿਹੜਾ ਨਾ ਕੋਈ ਬਹੁਤ ਵੱਡਾ ਫਰਕ ਨਹੀਂ ਪਾ ਸਕਦਾ। ਕੋਈ ਐਵੇਂ ਛੋਟਾ ਮੋਟਾ ਹੀ ਫਰਕ ਪਾਏਗਾ ਨਾ। ਮਤਲਬ ਇਹ ਹੈ ਕਿ ਅਗਰ 1 ਕਿਲੋ ਚੀਜ਼ ਦੇਣੀ ਆ ਤਾਂ ਕੋਈ ਵਿੱਚੋਂ ਜਿਹੜਾ ਨਾ ਉਹ ਕੋਈ ਚਲੋ ਅੱਧੀ ਛਟਾਂਕ ਹੈ, ਕੋਈ 50 ਗ੍ਰਾਮ 100 ਗ੍ਰਾਮ ਘੱਟ ਦੇ ਦੇਗਾ, ਅੱਧਾ ਕਿਲੋ ਤੇ ਘੱਟ ਨਹੀਂ ਦੇ ਸਕਦਾ ਨਾ। ਤੇ ਇਸ ਤਰੀਕੇ ਨਾਲ ਜਿਹੜਾ ਨਾ ਉਹ ਮਤਲਬ ਹੈ ਕਿ ਨਾਪ ਤੋਲ ਦੇ ਵਿੱਚ ਉਹ ਸਾਡੇ ਕਹਿੰਦੇ ਸੀ ਡੰਡੀ ਮਾਰ ਦੇਣਾ, ਹਲਕਾ ਜਿਹਾ ਝਟਕਾ ਦੇ ਦੇਣਾ। ਇਹ ਮਤਲਬ ਹੈ ਕਿ ਇਹਦੇ ਨਾਲ ਥੋੜਾ ਜਿਹਾ ਫਾਇਦਾ ਹੋ ਜਾਂਦਾ। ਹਾਂ, ਸ਼ਾਮ ਤੱਕ ਉਹ ਅਗਰ ਇਦਾਂ ਹੀ ਕਰਦਾ ਰਹਿੰਦਾ ਤੇ ਸ਼ਾਮ ਤੱਕ ਉਹ ਜਮਾ ਹੋ ਕੇ ਕੁਛ ਉਹਦੀ ਬਣ ਜਾਂਦੀ ਪੋਜੀਸ਼ਨ। ਤੇ ਫਰਮਾਇਆ ਕਿ ਇਹ ਬਰਬਾਦੀ ਹੈ, ਤਬਾਹੀ ਹੈ ਇਹਨਾਂ ਦੇ ਵਾਸਤੇ ਜਿਹੜੇ ਇਸ ਤਰ੍ਹਾਂ ਮਤਲਬ ਇਹ ਹੈ ਕਿ ਨਾਪ ਤੋਲ ਦੇ ਵਿੱਚ ਕਮੀ ਕਰਦੇ ਆ। ਹਾਲਾਂਕਿ ਜਿਸ ਵੇਲੇ ਇਹ ਖੁਦ ਲੈਂਦੇ ਆ ਕੋਈ ਚੀਜ਼ ਕਿਸੇ ਕੋਲੋਂ ਨਾਪ ਕੇ ਜਾਂ ਤੋਲ ਕੇ, ਤੇ ਉਸ ਵੇਲੇ ਇਹ ਕਮੀ ਪਸੰਦ ਨਹੀਂ ਕਰਦੇ। ਉਸ ਵੇਲੇ ਚਾਹੁੰਦੇ ਸਾਨੂੰ ਪੂਰਾ ਮਿਲੇ। ਲੇਕਿਨ ਜਿਸ ਵੇਲੇ ਦੂਸਰਿਆਂ ਨੂੰ ਦਿੰਦੇ ਆ ਨਾਪ ਤੋਲ ਕੇ, ਤੇ ਉਸ ਵੇਲੇ ਇਹ ਘੱਟ ਕਰਦੇ ਆ। ਫਰਮਾਇਆ ਅਲਾ ਯਜ਼ੁੰਨੁ ਉਲਾਇਕਾ अन्नहुम ਮਬਊਸੂਨ, ਕਿਆ ਇਹਨਾਂ ਨੂੰ ਇਸ ਗੱਲ ਦਾ ਯਕੀਨ ਨਹੀਂ, ਇਸ ਗੱਲ ਦਾ ਖਿਆਲ ਨਹੀਂ ਆਉਂਦਾ ਕਿ ਇਹਨਾਂ ਨੇ ਜਿਹੜਾ ਨਾ ਉਹ ਮਰਨ ਤੋਂ ਬਾਅਦ ਫਿਰ ਉਠਾਇਆ ਜਾਣਾ। ਇਹਨਾਂ ਨੂੰ ਮਰਨ ਤੋਂ ਬਾਅਦ ਫਿਰ ਇਹਨਾਂ ਨੇ ਉੱਠਣਾ ਵਾ। ਤੇ ਯਾਨੀ ਅੱਲਾਹ ਤਾਲਾ ਕਹਿੰਦਾ ਹੈ ਕਿ ਇਹ ਜਿਨ੍ਹਾਂ ਨੂੰ ਮਤਲਬ ਇਹ ਹੈ ਵੀ ਜਿਨ੍ਹਾਂ ਨੂੰ ਮਰ ਕੇ ਉੱਠਣ ਦਾ ਯਕੀਨ ਹੈ, ਉਹ ਇਦਾਂ ਨਹੀਂ ਕਰ ਸਕਦੇ। ਅਸਲ ਦੇ ਵਿੱਚ ਜਿਹੜੇ ਇਦਾਂ ਕਰਦੇ ਆ ਉਹਨਾਂ ਨੂੰ ਮਰਨ ਤੋਂ ਬਾਅਦ ਉੱਠਣ ਦਾ ਯਕੀਨ ਨਹੀਂ ਰਿਹਾ। ਲਿਯੌਮਿਨ ਅਜ਼ੀਮ, ਇੱਕ ਐਸੇ ਦਿਨ ਵਿੱਚ, ਯਾਨੀ ਜਿਹੜਾ ਬਹੁਤ ਭਾਰਾ ਦਿਨ ਹੈ। ਇਹਨਾਂ ਨੂੰ ਪਤਾ ਹੀ ਨਹੀਂ। ਇਹਨਾਂ ਨੇ ਜਾਂ ਫਿਰ ਇਹ ਕਿ ਇਹਨਾਂ ਨੇ ਉਹਨੂੰ ਮਾਮੂਲੀ ਸਮਝਿਆ ਕਿ ਕੋਈ ਗੱਲ ਨਹੀਂ, ਉਹ ਦੇਖ ਲਵਾਂਗੇ ਉੱਥੇ ਜੋ ਹੋਏਗਾ। ਜਾਂ ਇਹਨਾਂ ਨੂੰ ਯਕੀਨ ਹੀ ਨਹੀਂਗਾ ਕਿ ਉਹ ਬਈ ਉੱਥੇ ਅਸੀਂ ਖੜੋਣਾ, ਹਿਸਾਬ ਦੇਣਾ, ਅਸੀਂ ਇਹ ਕੀ ਕਰਨ ਲੱਗੇ ਹਾਂ, ਕਮੀ ਬੇਸ਼ੀ ਕਰਨ ਲੱਗੇ ਹਾਂ। ਯੌਮ ਯਕੂਮ ਨਾਸ ਲਿਰੱਬਿਲ ਆਲਮੀਨ, ਜਿਸ ਦਿਨ ਲੋਕਾਂ ਨੇ ਆਪਣੇ ਪਾਲਣ ਵਾਲੇ ਦੇ ਸਾਹਮਣੇ ਖੜਾ ਹੋਣਾ। ਇੱਥੇ ਬਾਤ ਬੜੀ ਅਹਿਮ ਹੈ ਕਿ ਰੱਬ ਕਹਿੰਦਾ ਪਾਲਣ ਵਾਲੇ ਨੂੰ, ਤੇ ਪਾਲਣ ਵਾਲਾ ਜਹਾਨਾਂ ਦਾ ਰੱਬ ਹੈ। ਤੇ ਰੱਬ ਉਸ ਦਿਨ ਇਹ ਪੁੱਛੇਗਾ ਕਿ ਮੈਂ ਰੋਜ਼ੀ ਦੇਣ ਵਾਲਾ ਸੀ ਨਾ, ਤੇ ਤੂੰ ਇਹ ਕੀ ਕੰਮ ਕੀਤਾ? ਇਹ ਤੂੰ ਆਪ ਆਪਣੀ ਰੋਜ਼ੀ ਵਧਾਉਣ ਦੇ ਚੱਕਰ ਦੇ ਵਿੱਚ ਲੱਗ ਗਿਆ। ਇਹਦਾ ਮਤਲਬ ਇਹ ਆ ਵੀ ਤੂੰ ਮੈਨੂੰ ਰੱਬ ਨਹੀਂ ਮੰਨਿਆ, ਮੇਰੀ ਰਬੂਬੀਅਤ ਦੇ ਉੱਤੇ, ਮੇਰੀ ਪਰਵਰਿਸ਼ ਦੇ ਉੱਤੇ ਤੂੰ ਯਕੀਨ ਨਹੀਂ ਕੀਤਾ, ਉਹਨੂੰ ਕਾਫੀ ਨਹੀਂ ਸਮਝਿਆ। ਕੱਲਾ, ਬਿਲਕੁਲ ਨਹੀਂ। ਇਨ ਕਿਤਾਬ ਅਲ ਫੁਜਾਰ ਲਫੀ ਸਿਜੀਨ, ਬੇਸ਼ੱਕ ਜਿਹੜੇ ਫਾਸਕ ਫਾਜਰ ਔਰ ਬਦਕਾਰ ਹੋਣਗੇ। ਇੱਥੇ ਫਾਸਕ ਫਾਜਰ ਬਦਕਾਰ ਤੋਂ ਮੁਰਾਦ ਹੈ ਕਿ ਵੈਸੇ ਤੇ ਸਾਰੇ ਹੀ ਆ, ਲੇਕਿਨ ਇਸ ਮੌਕੇ ਦੇ ਉੱਤੇ ਇਹ ਜਿਹੜੇ ਘੱਟ ਵੱਧ ਤੋਲਣ ਵਾਲੇ, ਇਹ ਵੀ ਫਾਸਕ ਫਾਜਰ ਹੀ ਹੈ, ਬਦਕਾਰ ਹੀ ਹੈ। ਇਹਨਾਂ ਦਾ ਜਿਹੜਾ ਮਤਲਬ ਇਹ ਹੈ ਕਿ ਅਮਾਲਨਾਮਾ ਵਾ, ਇਹਨਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਹੋਏਗਾ ਸਿਜੀਨ ਚ। ਸਿਜੀਨ ਜਿਹੜੀ ਹੈ ਨਾ, ਉਹ ਅਰਬੀ ਜ਼ਬਾਨ ਦੇ ਵਿੱਚ ਸਿਜਨ ਕਹਿੰਦੇ ਆ ਜੇਲ੍ਹ ਨੂੰ। ਤੇ ਇਹਨਾਂ ਦਾ ਅਮਾਲਨਾਮਾ ਜਿਹੜਾ ਨਾ ਉਹ ਉੱਥੇ ਰੱਖਿਆ ਜਾਏਗਾ। ਯਾਨੀ ਉਹ ਜਿੱਥੇ ਅਮਾਲਨਾਮਾ, ਉੱਥੇ ਦਾ ਵੀ ਕੋਈ ਖਾਸ ਮਾਹੌਲ ਹੈ, ਠੀਕ ਹੈ ਨਾ, ਉਸ ਮਾਹੌਲ ਦੇ ਵਿੱਚ ਰੱਖਿਆ ਜਾਏਗਾ। ਵਮਾ ਅਦਰਾਕਾ ਮਾ ਸਿਜੀਨ, ਤੁਹਾਨੂੰ ਕੀ ਪਤਾ ਕਿ ਇਹ ਸਿਜੀਨ ਕੀ ਹੈ? ਕਿਤਾਬ ਮਰਕੂਮ, ਇਹ ਪੂਰੀ ਜ਼ਿੰਦਗੀ ਦਾ ਰਿਕਾਰਡ ਹੈ ਉਹਦਾ ਪੂਰੀ ਜ਼ਿੰਦਗੀ ਦੀ ਫਾਈਲ ਹੈ, ਪੂਰੀ ਜ਼ਿੰਦਗੀ ਦਾ ਰਿਕਾਰਡ ਆ ਉਹਦਾ, ਜੋ ਕੁਛ ਉਹ ਕਰਦਾ ਰਿਹਾ ਵਾ। ਵੈਲੁ ਯੌਮਇਜ਼ਿਨ ਲਿਲ ਮੁਕੱਜ਼ਿਬੀਨ, ਤੇ ਬਰਬਾਦੀ ਹੈ, ਵੈਲ ਹੈ, ਤਬਾਹੀ ਹੈ, ਜਹੰਨਮ ਹੈ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ
ਇਸ ਦਿਨ ਨੂੰ ਝੂਠ ਸਮਝਿਆ ਔਰ ਉਹ ਨਾਪ ਤੋਲ ਦੇ ਵਿੱਚ ਕਮੀ ਕਰਦੇ ਰਹੇ। ਇਹ ਨੋਟ ਕਰੋ, ਇਹ ਕੋਈ ਛੋਟੀ ਚੀਜ਼ ਨਹੀਂ ਹੈਗੀ। ਇਹਦੇ ਵਾਸਤੇ ਅੱਲਾਹ ਤਾਲਾ ਨੇ ਇੱਕ ਪੈਗੰਬਰ ਭੇਜੇ, ਸ਼ੁਏਬ अलैहिस्सलाम, ਜਿਨ੍ਹਾਂ ਨੇ ਜਿਨ੍ਹਾਂ ਦੀ ਸਾਰੀ ਤਬਲੀਗ ਇਹੋ ਹੀ ਆ। ਕੁਰਾਨ ਦੇ ਵਿੱਚ ਉਹਨਾਂ ਦੀ ਸਾਰੀ ਤਬਲੀਗ ਜਿਹੜੀ ਹੈ ਨਾ, ਉਹ ਇਹੋ ਹੀ ਬਿਆਨ ਹੋਈ ਹੈ ਕਿ ਨਾਪ ਔਰ ਤੋਲ ਦੀ ਕਮੀ ਜਿਹੜੀ ਹੈ ਨਾ, ਇਹ ਨਾ ਕਰਿਆ ਕਰੋ। अल्लज़ीना युकज़्ज़िबूना बियौमिद्दीन, और ਇਹ ਉਹ ਲੋਕ ਆ ਜਿਹੜੇ ਕਿਆਮਤ ਦੇ ਦਿਨ, ਬਦਲੇ ਦਾ ਦਿਨ ਜਿਹੜਾ ਨਾ, ਹਿਸਾਬ ਕਿਤਾਬ ਦਾ ਦਿਨ, ਉਹਨੂੰ ਸੱਚ ਨਹੀਂ ਸਮਝਿਆ, ਬਦਲੇ ਨੂੰ ਸੱਚ ਨਹੀਂ ਸਮਝਿਆ ਇਹਨਾਂ ਨੇ। ਉਹ ਫਿਰ ਮੁਖਤਲਿਫ ਤਰ੍ਹਾਂ ਤੇ ਜਾਂ ਇਹਨਾਂ ਦੇ ਕੋਈ ਤਸਵਰਾ ਸੀ, ਸਾਡਾ ਕੋਈ ਬਜ਼ੁਰਗ, ਕੋਈ ਗੈਰ ਅੱਲਾ ਸਾਨੂੰ ਉੱਥੇ ਛੁਡਾ ਲਏਗਾ, ਸਿਫਾਰਿਸ਼ ਕਰ ਦੇਗਾ, ਸਾਨੂੰ ਹਿਸਾਬ ਕਿਤਾਬ ਤੋਂ ਬਚਾ ਲਏਗਾ, ਜਾਂ ਫਿਰ ਇਹ ਸੀਗਾ ਹਿਸਾਬ ਕਿਤਾਬ ਹੋਣਾ ਹੀ ਨਹੀਂਗਾ, 4 ਦਿਨਾਂ ਦੀ ਜ਼ਿੰਦਗੀ, ਕੋਈ ਖਾ ਲੈ ਪੀ ਲੈ ਐ ਛੜਾ ਬਸ। फरमाया वमा युकज़्ज़िबु बिही इल्ला कुल्लु मुअतदिन असीम, कि ਇਹ ਦਿਨ ਜਿਹੜਾ ਨਾ, ਇਹਨੂੰ ਝੂਠ ਨਹੀਂ ਸਮਝ ਸਕਦਾ, ਇਹਨੂੰ ਨਹੀਂ ਝਟਲਾ ਸਕਦਾ। ਇਹ ਯਾਨੀ ਹਿਸਾਬ ਕਿਤਾਬ ਦੇ ਦਿਨ ਨੂੰ ਨਹੀਂ ਜਿਹੜਾ ਨਾ ਉਹ ਝਟਲਾ ਸਕਦਾ, ਮਗਰ ਉਹ ਹੀ ਜਿਹੜਾ ਗੁਨਾਹ ਕਰਨ ਵਾਲਾ ਔਰ ਹੱਦ ਤੋਂ ਵੱਧ ਜਾਣ ਵਾਲਾ। ਯਾਨੀ ਉਹ ਕਿਸੇ ਹੱਦ ਦਾ ਆਪਣੇ ਆਪ ਨੂੰ ਪਾਬੰਦ ਨਹੀਂ ਕਰਦਾ, ਉਹ ਹੀ ਹੈ ਜਿਹੜਾ ਫਿਰ ਇਹਨੂੰ, ਯਾਨੀ ਇਹ ਅਮਲ ਛੋਟਾ ਨਾ ਸਮਝੋ, ਇਹ ਹੱਦ ਤੋਂ ਵੱਧ ਜਾਣ ਵਾਲਿਆਂ ਦਾ ਅਮਲ ਹੈ। ਇਜ਼ਾ ਤੁਤਲਾ ਅਲੈਹਿਮ ਆਯਾਤੁਨਾ, ਔਰ ਜਦੋਂ ਇਹਨਾਂ ਦੇ ਸਾਹਮਣੇ, ਜਿਹੜੇ ਘੱਟ ਵੱਧ ਤੋਲਦੇ ਆ, ਇਹਨਾਂ ਦੇ ਸਾਹਮਣੇ ਜਿਸ ਵੇਲੇ ਸਾਡੀਆਂ ਆਇਤਾਂ ਪੜ੍ਹੀਆਂ ਜਾਂਦੀਆਂ, ਇਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਅੱਲਾਹ ਤਾਲਾ ਨੇ ਤੇ ਬੜੀ ਤਾਕੀਦ ਕੀਤੀ ਹੈ। ਅੱਲਾਹ ਦੇ ਪੈਗੰਬਰ ਸ਼ੁਏਬ अलैहिस्सलाम ਨੇ ਤੇ ਖਸੂਸਨ ਉਹਨਾਂ ਦੀ ਸਾਰੀ ਤਬਲੀਗ ਇਹੋ ਹੀ ਹੈ। ਕਾਲਾ ਅਸਾਤੀਰੁਲ ਅਵਲੀਨ, ਉਹ ਕਹਿੰਦੇ ਪੁਰਾਣੀਆਂ ਗੱਲਾਂ ਵਾ, ਪੁਰਾਣੀਆਂ ਕਿੱਸੇ ਆ, ਜ਼ਮਾਨਾ ਬਦਲ ਗਿਆ, ਅੱਜ ਕੱਲ ਜਿਹੜਾ ਨਾ ਉਹ ਮਾਮਲਾਤ ਇਦਾਂ ਹੀ ਚੱਲਦੇ ਆ। ਕੱਲਾ, ਫਰਮਾਇਆ ਬਿਲਕੁਲ ਨਹੀਂ, ਇਹ ਇਹਨਾਂ ਦੀਆਂ ਦਲੀਲਾਂ ਠੀਕ ਨਹੀਂ ਹੈਗੀਆਂ, ਇਹ ਦਲੀਲ ਇਹਨਾਂ ਦੀ ਦਰੁਸਤ ਨਹੀਂ ਹੈਗੀ। ਬਰਰਾਨ ਅਲਾ ਕੁਲੂਬਿਹਿਮ ਮਾ ਕਾਨੂ ਯਕਸਬੂਨ, ਬਲਕਿ ਇਦਾਂ ਵਾ ਕਿ ਇਹਨਾਂ ਦੇ ਦਿਲਾਂ ਦੇ ਉੱਤੇ ਜ਼ੰਗ ਲੱਗ ਗਿਆ ਹੈ। ਇਹਨਾਂ ਦੇ ਦਿਲ ਕਾਲੇ ਹੋ ਚੁੱਕਿਆ, ਇਹਨਾਂ ਦੇ ਮਾ ਕਾਨੂ ਯਕਸਬੂਨ, ਇਹਨਾਂ ਦੇ ਅਮਲਾਂ ਦੀ ਵਜ੍ਹਾ ਤੋਂ। ਉਹ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਇੱਕ ਹਦੀਸ ਦੇ ਵਿੱਚ ਦੱਸਿਆ ਕਿ ਜਦੋਂ ਬੰਦਾ ਗੁਨਾਹ ਕਰਦਾ ਤੇ ਉਹਦੇ ਦਿਲ ਦੇ ਉੱਤੇ ਇੱਕ ਸਿਆਹ ਦਾਗ ਲੱਗ ਜਾਂਦਾ ਹੈ, ਔਰ ਜਦੋਂ ਤੌਬਾ ਕਰਦਾ ਤੇ ਉਦੋਂ ਦਾਗ ਸਾਫ਼ ਹੋ ਜਾਂਦਾ। ਜੇ ਤੌਬਾ ਨਹੀਂ ਕਰਦਾ, ਹੋਰ ਗੁਨਾਹ ਕਰਦਾ, ਫਿਰ ਹੋਰ ਦਾਗ ਲੱਗ ਜਾਂਦਾ, ਹੋਰ ਗੁਨਾਹ ਕਰਦਾ, ਹੋਰ ਕਰਦਿਆਂ ਜਿਹੜਾ ਨਾ ਉਹ ਇਸ ਤਰ੍ਹਾਂ ਹੋ ਜਾਂਦਾ ਕਿ ਦਿਲ ਸਾਰਾ ਹੀ ਸਿਆਹ ਹੋ ਜਾਂਦਾ ਹੈ, ਔਰ ਉਹਦੇ ਵਿੱਚ ਉਹ ਜਿਹੜਾ ਈਮਾਨ ਹੁੰਦਾ ਨਾ, ਉਹ ਉਹਦੇ ਵਿੱਚ ਬੰਦ ਹੋ ਕੇ ਰਹਿ ਜਾਂਦਾ। ਤੁਸੀਂ ਇਦਾਂ ਸਮਝ ਲਓ ਕਿ ਜਿਸ ਤਰ੍ਹਾਂ ਅਸੀਂ ਕਿਸੇ ਐਸੇ ਕਿਚਨ ਦੇ ਵਿੱਚ ਜਿਹਦੇ 'ਚ ਲੱਕੜੀ ਜਲਦੀ ਹੋਵੇ ਔਰ ਉਹਦੇ ਵਿੱਚ ਅਸੀਂ ਕੋਈ ਬਲਬ ਲਗਾ ਦਈਏ, ਉਹ ਲੱਕੜੀ ਜਲਣ ਦੀ ਵਜ੍ਹਾ ਤੋਂ ਜਿਹੜਾ ਧੂੰਆਂ ਨਿਕਲਦਾ ਹੈ ਨਾ, ਉਹ ਆਹਿਸਤਾ ਆਹਿਸਤਾ ਬਲਬ ਨੂੰ ਸਿਆਹ ਕਰਦਾ ਜਾਂਦਾ ਹੈ, ਔਰ ਇੱਕ ਵਕਤ ਆਉਂਦਾ ਕਿ ਬਲਬ ਬਿਲਕੁਲ ਸਿਆਹ ਹੋ ਜਾਂਦਾ ਔਰ ਉਹਦੇ ਵਿੱਚੋਂ ਰੌਸ਼ਨੀ ਬਾਹਰ ਨਹੀਂ ਆਉਂਦੀ, ਹਾਲਾਂਕਿ ਉਹਦੇ ਅੰਦਰ ਰੌਸ਼ਨੀ ਹੁੰਦੀ ਹੈ, ਅੰਦਰ ਲਾਈਟ ਹੁੰਦੀ ਹੈ। ਇਦਾਂ ਹੀ ਈਮਾਨ ਜਿਹੜਾ ਨਾ, ਉਹਨੂੰ ਫਿਰ ਉਹ ਸਮਝ ਲਓ ਉਹਦੇ ਉੱਤੋਂ ਜਿਹੜਾ ਨਾ ਉਹ ਇਹ ਗੁਨਾਹਾਂ ਦਾ ਫਿਰ ਪਰਦਾ ਇੱਕ ਬਣ ਜਾਂਦਾ ਹੈ। ਤੇ ਇਹ ਫਿਰ ਪਰਦਾ ਜਦੋਂ ਆ ਜਾਂਦਾ ਤੇ ਬਸ ਫਿਰ ਉਹ ਇਹੋ ਹੀ ਸੂਰਤ ਹਾਲ ਬਣਦੀ ਹੈ ਕਿ ਫਿਰ ਉਹਨੂੰ ਕੋਈ ਅਸਰ ਨਹੀਂ ਹੁੰਦਾ। नबी सल्लल्लाहु अलैहि वसल्लम ने फरमाया, इन्ना हाज़िहिल कुलूब लतस्दा, लोको दिलों ਨੂੰ भी जंग लग जाता, कमा यसदाउल हदीद इज़ा असाबहुल मा, जिवें लोहे ਨੂੰ जंग लगे ਤੇ जंग लग ਜਾਂਦਾ ਜਿਸ ਵੇਲੇ ਉਹਨੂੰ ਨਮੀ ਲੱਗਦੀ ਹੈ, ਪਾਣੀ ਗਿੱਲਾ ਹੋਵੇ ਤੇ ਲੋਹੇ ਨੂੰ ਜੰਗ ਲੱਗ ਜਾਂਦਾ, ਤੇ ਇਦਾਂ ਹੀ ਦਿਲਾਂ ਨੂੰ ਵੀ ਜੰਗ ਲੱਗ ਜਾਂਦਾ। ਤੇ ਸਾਹਬੀ ਕਹਿਣ ਲੱਗੇ, ਮਾ ਜਲਾਓ ਹਰਾਜ਼ ਯਾ ਰਸੂਲullah, ਐ ਅੱਲਾ ਦੇ ਰਸੂਲ, ਫਿਰ ਇਹਦੀ ਜਲਾ ਕਿੱਦਾਂ ਹੋਏਗੀ, ਯਾਨੀ ਉਹ ਜੰਗ ਕਿੱਦਾਂ ਲਵੇਗਾ।
फरमाया कसरत जिक्रुल मौत व तलावतुल कुरान, कसरत ना मौत नूं याद करो और कसरत दे नाल कुरान पढ़ो। समझो, गौर फिक्र करो कुरान दे विच, इहदे नाल जंग लिथेगा। ते फिर ये जंग जदों मतलब 30-30 साल रिश्वत लैनी आ, जदों नौकरी शुरू कीती ते सालां दे हिसाब दे नाल रिश्वत लई गया, तौबा नहीं कीती। अच्छा, विचों ਜਿਹੜੇ नेक ਕੰਮ ਕੀਤੇ हैं, ਕੰਮ ਤੋਲਦਾ ਸੀ, ਰਿਸ਼ਵਤ ਲੈਂਦਾ ਸੀ, ਸੂਦ ਦੇ ਚ ਮਲਵਸ ਸੀ, ਹੋਰ ਹਰਾਮ ਕਰਦਾ ਸੀਗਾ। ਹੁਣ ਜਿਹੜੀਆਂ ਨੇ ਨੇਕੀਆਂ ਵੀ ਕੀਤੀਆਂ ਨੇ ਇਸ ਦੌਰਾਨ, ਜਿਹੜਾ ਹੱਜ ਕੀਤਾ, ਉਮਰਾ ਕੀਤਾ, ਰੋਜ਼ੇ ਰੱਖੇ ਹਰਾਮ ਖਾ ਕੇ, ਔਰ ਜਿਹੜਾ ਹੋਰ ਕੋਈ ਮਸਜਿਦ ਦੀ ਇਮਦਾਦ ਕੀਤੀ, ਕਿਸੇ ਮਦਰਸੇ ਦੀ ਇਮਦਾਦ ਕੀਤੀ ਆ, ਉਹ ਕੀਤੀ ਤੇ ਹਰਾਮ ਚੋਂ ਹੀ ਆ। ਤੇ ਇਹ ਫਿਰ ਆਪਣੇ ਆਪ ਨੂੰ ਤਾਂ ਸਮਝਦਾ ਕਿ ਸਾਰਾ ਕੁਝ ਮੈਨੂੰ ਲੱਭਣਾ, ਉਹ ਜੰਗ ਲੱਗਾ ਰਹਿੰਦਾ ਉਦਾਂ ਹੀ। ਤੇ ਉਹ ਫਿਰ ਐਸੇ ਤਰ੍ਹਾਂ ਹੀ ਬਾਜ਼ ਔਕਾਤ ਮਰ ਜਾਂਦਾ ਬੰਦਾ ਬਗੈਰ ਹੀ ਤੌਬਾ ਤੋਂ। ਤੇ ਫਰਮਾਇਆ ਕੱਲਾ, ਬਿਲਕੁਲ ਨਹੀਂ, ਇਨਹੁਮ ਅਰ ਰੱਬਿਹਿਮ ਯੌਮਇਜ਼ਿਨ ਲਮਹਜੂਬੂਨ, ਇਹ ਉਸ ਦਿਨ ਆਪਣੇ ਰੱਬ ਵੱਲੋਂ ਪਰਦੇ 'ਚ ਰੱਖੇ ਜਾਣਗੇ। ਰਾਹ ਦੇ ਵਿੱਚ ਪਰਦਾ ਆ ਜਾਏਗਾ, ਰੱਬ ਇਹਨਾਂ ਨਾਲ ਗੱਲ ਨਹੀਂ ਕਰੇਗਾ, ਰੱਬ ਦਾ ਸਾਹਮਣਾ ਨਹੀਂ ਕਰਨਗੇ। ਇਹ ਇਸ ਕਾਬਲ ਹੀ ਨਹੀਂ ਰਹੇ ਕਿ ਇਹ ਰੱਬ ਦਾ ਸਾਹਮਣਾ ਕਰਨ। ਇਹਦਾ ਮਤਲਬ ਇਹ ਹੈ ਵੀ ਉਹ ਅੱਲਾਹ ਤਾਲਾ ਦੇ ਦੀਦਾਰ ਤੋਂ ਹੀ ਮਹਿਰੂਮ ਕਰ ਦਿੱਤੇ ਜਾਣਗੇ। ਯਾਨੀ ਬਹੁਤ ਜ਼ਿਆਦਾ ਬਦਨਸੀਬ ਔਰ ਬਹੁਤ ਜ਼ਿਆਦਾ ਜਿਹੜਾ ਨਾ ਉਹ ਘਾਟੇ 'ਚ ਰਹਿਣ ਵਾਲੇ, ਸਿਰਫ ਇੱਥੇ ਥੋੜ੍ਹੇ ਥੋੜ੍ਹੇ ਦੁਨੀਆ ਦੇ ਮਫਾਦਾਤ, ਕੋਈ ਨਾਪ ਤੋਲ ਦੀ ਕਮੀ, ਕੋਈ ਰਿਸ਼ਵਤ, ਕੋਈ ਹੋਰ ਵਾਧਾ ਘਾਟਾ। ਇਹ ਇਸੇ ਤਰ੍ਹਾਂ ਹੀ ਆ ਜਿਹੜੇ ਮਤਲਬ ਆ ਕਿ ਤੁਸੀਂ ਸਮਝ ਲਓ ਅਕਸਰ ਸਰਕਾਰੀ ਮੁਲਾਜ਼ਮ ਹੈ, ਕੋਈ ਪਟਵਾਰੀ ਹੈ, ਕਿਸੇ ਦੀ ਨਾਪ ਕੇ ਜ਼ਮੀਨ ਦੇਣੀ ਹੈ, ਕੋਈ ਅੱਗਾ ਪਿੱਛਾ, ਉੱਥੇ ਕੋਈ ਥੋੜ੍ਹੇ ਇੰਚ ਅੱਗੇ ਪਿੱਛੇ ਕਰ ਲੈ, ਇੱਦਾਂ ਦੇ ਕੰਮ ਜਿਹੜੇ ਕਰਦੇ ਆ। ਸੁਮਾ ਇਹ ਤਾਂ ਦੱਸਿਆ ਕਿ ਇੰਨੇ ਛੋਟੇ ਛੋਟੇ ਵੱਡੇ ਜਿਹੜੇ ਕਰਦੇ ਉਹ ਫਿਰ ਵੱਡੇ ਮੁਜਰਮ ਬਣਦੇ ਆ। ਸੁਮਾ ਇਨਹੁਮ ਲਸਾਲੁਲ ਜਹੀਮ, ਫਿਰ ਯਾਨੀ ਨਿਰਾ ਇਹ ਨਹੀਂ ਕਿ ਉਹ ਅੱਲਾ ਤੋਂ ਰੋਕੇ ਜਾਣਗੇ, ਅੱਲਾ ਦੇ ਦੀਦਾਰ ਤੋਂ ਮਹਿਰੂਮ ਕੀਤੇ ਜਾਣਗੇ, ਫਿਰ ਜਹੰਨਮ ਦੇ ਵਿੱਚ ਸਿੱਟੇ ਵੀ ਜਾਣਗੇ। ਸੁਮਾ ਯੁਕਾਲੋ, ਔਰ ਫਿਰ ਇਹਨਾਂ ਨੂੰ ਆਖਿਆ ਜਾਏਗਾ ਹਾਜ਼ ਅੱਲਾ ਜੀ ਕੁੰਤੁਮ ਬਿਹੀ ਤੁਕਜ਼ਿਬੂਨ, ਆਹ ਹੀ ਹੈ ਜਿਹਨੂੰ ਤੁਸੀਂ ਝੂਠ ਸਮਝਿਆ ਸੀ, ਆਹ ਹੀ ਜਹੰਨਮ ਹੈ, ਇਹ ਜਿਹਨੂੰ ਤੁਸੀਂ ਨਹੀਂ ਮੰਨਿਆ। ਭਾਵੇਂ ਤੁਸੀਂ ਮੰਨਿਆ, ਪਰ ਤੁਸੀਂ ਇਹ ਨਹੀਂ ਮੰਨਿਆ ਵੀ ਅਸੀਂ ਇਹ ਕੰਮ ਕਰਕੇ ਇਸ ਜਹੰਨਮ ਦੇ ਵਿੱਚ ਜਾਵਾਂਗੇ। ਤੁਸੀਂ ਇਹ ਗੱਲ ਮੰਨੀ ਨਹੀਂ ਵੀ ਜਹੰਨਮ ਦੇ ਵਿੱਚ ਅਸੀਂ ਜਾ ਸਕਦੇ ਹਾਂ ਇਹ ਕੰਮ ਕਰਕੇ। ਤੇ ਫਰਮਾਇਆ ਇਹ ਹੈ ਜਿਹਨੂੰ ਤੁਸੀਂ ਝੂਠ ਸਮਝਿਆ। ਕੱਲਾ, ਨਹੀਂ, ਇਹ ਸਭ ਕੁਝ ਇੱਕੋ ਜਿਹਾ ਨਹੀਂ ਹੈਗਾ ਜਿੱਦਾਂ ਕਹਿੰਦੇ ਆ ਇਨ ਕਿਤਾਬ ਅਲ ਅਬਰਾਰ ਲਫੀ ਇਲੀਨ, ਔਰ ਇਹ ਜਿਹੜੇ ਨੇਕ ਲੋਕ ਆ ਉਹਨਾਂ ਦਾ ਅਮਾਲਨਾਮਾ ਉਹ ਹੋਏਗਾ ਇਲੀਨ ਦੇ ਵਿੱਚ। ਵਮਾ ਅਦਰਾ ਕਮਾ ਇਲੀਯੂਨ, ਤੁਹਾਨੂੰ ਕੀ ਪਤਾ ਕਿ ਉਹ ਇਲੀਨ ਕੀ ਆ। ਕਿਤਾਬ ਮਰਕੂਮ, ਉਹ ਵੀ ਇੱਕ ਪੂਰਾ ਰਜਿਸਟਰ ਹੈ, ਇੱਕ ਪੂਰਾ ਲਿਖਿਆ ਹੋਇਆ ਰਿਕਾਰਡ ਹੈ, ਪੂਰੀ ਫਾਈਲ ਹੈ। ਯਸ਼ਹਦੁਲ ਮੁਕਰਬੂਨ, ਜਿਹਨੂੰ ਅੱਲਾਹ ਤਾਲਾ ਦੇ ਜਿਹੜੇ ਮੁਕਰਬ ਬੰਦੇ ਆ ਉਹ ਸੰਭਾਲ ਰੱਖਦੇ ਆ। ਯਾਨੀ ਉਹਨਾਂ ਦਾ ਰਿਕਾਰਡ, ਉਹ ਫਰਿਸ਼ਤੇ ਜਿਹੜੇ ਅੱਲਾਹ ਤਾਲਾ ਦੇ ਇੱਜ਼ਤ ਰੱਖਦੇ ਆ, ਮੁਕਰਬ ਆ, ਉਹ ਸੰਭਾਲ ਕੇ ਉਹਨਾਂ ਦਾ ਰਿਕਾਰਡ ਰੱਖਦੇ ਆ ਕਿ ਇਹ ਕੋਈ ਵਿੱਚੋਂ ਸ਼ੈ ਵੱਧ ਘੱਟ ਨਾ ਹੋ ਜਾਏ ਜਾਂ ਜ਼ਾਇਆ ਨਾ ਹੋ ਜਾਏ। ਬਸ ਇੱਦਾਂ ਸਮਝ ਲਓ। ਇਨਲ ਅਬਰਾਰ ਲਫੀ ਨਈਮ, ਔਰ ਬੇਸ਼ੱਕ ਇਹ ਜਿਹੜੇ ਇਬਰਾਰ ਆ, ਨੇਕੀਆਂ ਕਰਨ ਵਾਲੇ, ਪੂਰਾ ਤੋਲਣ ਵਾਲੇ, ਹਲਾਲ ਖਾਣ ਵਾਲੇ, ਸੱਚ ਬੋਲਣ ਵਾਲੇ, ਇਹ ਹੀ ਆ ਜਿਹੜੇ ਨੇਮਤਾਂ ਦੇ ਮੁਸਤਹਿਕ ਬਣ ਗਏ। ਅਲਲ ਅਰਾਇਕ ਯਨਜ਼ੁरून, ਔਰ ਇਹ ਤਖਤਾਂ ਦੇ ਉੱਤੇ ਹੋਣਗੇ, ਯਾਨੀ ਉਹ ਨੇਮਤਾਂ ਜੰਨਤਾਂ ਦੇ ਵਿੱਚ ਤਖਤ ਹੋਣਗੇ, ਜਿਵੇਂ ਬਾਦਸ਼ਾਹਾਂ ਦੇ ਤਖਤ ਹੁੰਦੇ ਸੀ, ਔਰ ਉੱਥੇ ਬੈਠੇ ਹੋਏ ਜਿਹੜਾ ਨਾ ਉਹ ਜੰਨਤ ਦੇ ਮੁਖਤਲਿਫ ਨਜ਼ਾਰੇ ਦੇਖਦੇ ਹੋਣਗੇ। ਯਨਜ਼ੁरून ਯਾਨੀ ਉਹ ਜੰਨਤ ਦੇ ਮੁਖਤਲਿਫ ਜਗ੍ਹਾ ਦੇ ਉੱਤੇ ਨਜ਼ਾਰੇ ਹੋਣਗੇ ਉਹਨਾਂ ਦੇ ਸਾਹਮਣੇ। ਤਾਰਿਫੁ ਫੀ ਵਜੂਹਿਹਿਮ ਨਜ਼ਰਤਨ ਨਈਮ,
ਔਰ ਤੁਸੀਂ ਦੇਖੋਗੇ ਇਹਨਾਂ ਚਿਹਰਿਆਂ ਇਹ ਐਸੇ ਲੋਕਾਂ ਦੇ ਜਿਨ੍ਹਾਂ ਨੇ ਜੰਨਤ ਦੇ ਵਿੱਚ ਜਾਣਾ ਹੈ, ਇਹ ਨੇਮਤਾਂ ਜਿਨ੍ਹਾਂ ਨੂੰ ਮਿਲਣ ਵਾਲੀਆਂ ਹੈ, ਉਹਨਾਂ ਦੇ ਚਿਹਰਿਆਂ ਤੇ ਬੜੀ ਜਿਹੜਾ ਨਾ ਉਹ ਤਰੋ ਤਾਜ਼ਗੀ ਨਜ਼ਰ ਆਏਗੀ। ਯਾਨੀ ਉੱਥੇ ਮੈਦਾਨੇ ਮਹਿਸ਼ਰ ਦੇ ਵਿੱਚ ਵੀ ਉਹਨਾਂ ਨੂੰ ਉਹਨਾਂ ਦੇ ਚਿਹਰੇ ਜਿਹੜਾ ਨਾ ਨਜ਼ਰ ਆ ਜਾਣਗੇ, ਉਹਨਾਂ ਤੇ ਕੋਈ ਪਰੇਸ਼ਾਨੀ ਨਹੀਂ ਹੋਏਗੀ। ਯੁਸਕਊਨਾ ਮਿਰ ਰਹੀਕਲ ਮਖਤੂਮ, और इन्हों पढ़ाई जाएगी एक ऐसी सील बंद खालस शराब, खिताब मिस्क, जेदे उत्ते मोहर लगी होएगी यानी सील लगी होएगी मिस्क दी, मुश्क दी। ये साडे कहंदे ने मुश्क, ऐदां कोई ना जेड़ा ना वो वफी ज़ालिका फल फल यतनाफसिल मुतनाफिसून, तो ये आ ਉਹਦੇ ਵਾਸਤੇ ਜਿਹੜਾ ਨਾ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਸ਼ਿਸ਼ ਕਰਨ ਵਾਲਿਆਂ ਨੂੰ ਰਗਬਤ ਰੱਖਣੀ ਚਾਹੀਦੀ ਹੈ। ਜੇ ਰਗਬਤ ਰੱਖਣ ਵਾਲੇ ਜਿਹੜੇ ਮਤਲਬ ਹੈ ਕਿ ਸ਼ੌਕ ਰੱਖਦੇ ਆ ਨਾ, ਜਿੱਦਾਂ ਕਹਿੰਦੇ ਆ ਸ਼ੌਕ ਰੱਖਣ ਵਾਲਿਆਂ ਨੂੰ ਇਸ ਚੀਜ਼ ਦਾ ਸ਼ੌਕ ਰੱਖਣਾ ਚਾਹੀਦਾ ਕਿ ਅਸੀਂ ਉਹ ਨਿਮਤਾਂ ਵਾਲੀ ਜੰਨਤ ਦੇ ਵਿੱਚ ਚਲੇ ਜਾਈਏ ਔਰ ਉਹ ਤਖਤਾਂ ਦੇ ਮੁਸਤਹਿਕ ਬਣ ਜਾਈਏ ਔਰ ਉੱਥੇ ਬੈਠੇ ਸਭ ਨਿਮਤਾਂ ਦੇਖੀਏ ਔਰ ਜਿਨ੍ਹਾਂ ਵਾਸਤੇ ਫਿਰ ਇਹ ਮਸ਼ਰੂਬ ਹੋਵੇ ਜਿਹਦੇ ਉੱਤੇ ਮੁਸ਼ਕ ਦੀ ਸੀਲ ਲੱਗੀ ਹੋਈ ਹੋਵੇ, ਖਾਲਸ ਸ਼ਰਾਬ। व मिजाजहू मिन तस्नीम, और इस मशरूब दे विच मिलावट होएगी तस्नीम दी। ये हुण अगे दस्या जाएगा तस्नीम की है। आईनन, ये तस्नीम जेड़ा ना ये भी एक चश्मा ही है। यशरबो बिहल मुकर्रबून, ਇਹਦੇ ਵਿੱਚੋਂ ਪੀਣਗੇ ਮੁਕਰਬ, यानी ਜਿਹੜੇ बहुत ही अल्लाह ताला ਦਾ ਕੁਰਬ ਉਹਨਾਂ ਨੂੰ ਹਾਸਲ ਹੋਏਗਾ। ਤੁਸੀਂ ਇਹ ਸਮਝ ਲਓ ਕਿ ਜਿਹੜੇ ਆਲਾ ਦਰਜੇ ਦੇ ਆਲਾ ਤਰੀਨ ਦਰਜੇ ਦੇ ਜਿਹੜੇ ਜੰਨਤੀ ਹੋਏਗੇ ਉਹਨਾਂ ਵਾਸਤੇ ਤੇ ਫਿਰ ਇਹ ਤਸਨੀਮ ਜਿਹੜੀ ਹੈ ਨਾ ਇਹ ਉਹਨਾਂ ਵਾਸਤੇ ਹੋਏਗੀ। ਉਹ ਤਸੀਮ ਦਾ ਚਸ਼ਮਾ ਉਹਨਾਂ ਵਾਸਤੇ ਹੋਏਗਾ। ਲੇਕਿਨ ਅੱਲਾਹ ਤਾਲਾ ਇਹਨਾਂ ਲੋਕਾਂ ਵਾਸਤੇ ਵੀ ਜਿਹੜੇ ਆ ਦੱਸਿਆ ਹਲਾਲ ਖਾਣ ਵਾਲੇ, ਸੱਚ ਬੋਲਣ ਵਾਲੇ, ਆਲਾ ਦਰਜੇ ਦੀ ਜੰਨਤ ਦੇ ਮੁਸਤਹਿਕ ਨਹੀਂ ਬਣੇ, ਲੇਕਿਨ ਅੱਲਾਹ ਤਾਲਾ ਉਸ ਚਸ਼ਮੇ ਦੇ ਵਿੱਚੋਂ ਵੀ ਕੁਛ ਲੈ ਕੇ ਇਹਨਾਂ ਨੂੰ ਇਹਦੇ ਵਿੱਚ ਮਿਲਾ ਕੇ ਦੇਏਗਾ, ਜ਼ਾਇਕਾ ਬਣਾ ਕੇ ਦੇਏਗਾ ਇਹਨਾਂ ਨੂੰ। ਇਹ ਗੱਲ ਆਇਨਨ ਯਸ਼ਰਬੁ ਹਲ ਮੁਕਰਬੂਨ, ਇੱਕ ਚਸ਼ਮਾ ਵਾ ਤਸਨੀਮ, यानी ਜਿਹਦੇ ਚੋਂ ਪੀਣਗੇ ਅੱਲਾਹ ਤਾਲਾ ਦੇ ਮੁਕਰਬ ਬੰਦੇ। ਇਨ ਅੱਲਾਜ਼ੀਨਾ ਅਜਰਮੂ, ਔਰ ਉਹ ਜਿਹੜੇ ਮੁਜਰਮ ਜਿਹੜੇ ਗੁਨਾਹਗਾਰ ਆ, ਕਾਨੂ ਮਿਨੱਲਾਜ਼ੀਨਾ ਆਮਨੂ ਯਦਹਕੂਨ, ਉਹਨਾਂ ਦਾ ਹਾਲ ਤੇ ਆ ਕਿ ਮੁਸਲਮਾਨਾਂ ਤੇ ਹੱਸਦੇ ਆ। यानी ਅੱਲਾਹ ਦੇ ਹਾਂ ਤੇ ਉਹਨਾਂ ਦੇ ਵਾਸਤੇ ਬੜਾ ਕੁਛ ਆ, ਲੇਕਿਨ ਇੱਥੇ ਉਹ ਕੀ ਕਰਦੇ, ਉਹ ਉਹਨਾਂ ਤੇ ਹੱਸਦੇ ਆ, ਉਹਨਾਂ ਦਾ ਮਜ਼ਾਕ ਉਡਾਉਂਦੇ ਆ। यानी ਮੱਕੇ ਦੇ ਵਿੱਚ ਹਾਲਾਤ ਆ, ਮੱਕੇ 'ਚ ਨਾਜ਼ਲ ਹੋ ਰਹੀ ਹੈ ਨਾ ਸੂਰਤ, ਤੇ ਉਹ ਤਾਂ ਉਹਨਾਂ ਨੂੰ ਐਵੇਂ ਮਜ਼ਾਕ ਹੀ ਬਣਾਉਂਦੇ ਆ। ਵਾਇਜ਼ਾ ਮਰਰੂ ਬਿਹਿਮ ਯਤਗਾਮਜ਼ੂਨ, ਔਰ ਜਿਸ ਵੇਲੇ ਉਹ ਉਹਨਾਂ ਦੇ ਕੋਲੋਂ ਦੀ ਲੰਘਦੇ ਆ ਨਾ ਤੇ ਉਹ ਫਿਰ ਅੱਖਾਂ ਮਾਰਦੇ ਆ, ਇੱਕ ਦੂਏ ਨੂੰ ਇਸ਼ਾਰਾ ਕਰਦੇ ਆ, ਜਾ ਰਿਹਾ ਜੰਨਤੀ ਹੈ, ਜਾ ਰਿਹਾ ਅੱਲਾ ਵਾਲੇ, ਇਹ ਆ ਜੰਨਤ 'ਚ ਜਾਣ ਵਾਲੇ, ਇੱਕ ਦੂਸਰੇ ਨੂੰ ਇਸ਼ਾਰੇ ਕਰਦੇ ਆ ਕੋਲੋਂ ਲੰਘਦੇ ਹੋਏ। ਵੈਜ਼ਨ ਕਾਲਾਬੂ ਇਲਾ ਅਹਲਿਹਿਮ ਕਾਲਾਬੂ ਫਾਕਿਹੀਨ, ਔਰ ਜਿਸ ਵੇਲੇ ਆਪਣੇ ਘਰ ਵਾਲਿਆਂ ਜਾਂਦੇ ਆ ਤੇ ਲੋਟ ਪੋਟ ਹੁੰਦੇ ਆ, ਬੜੇ ਗੱਲਾਂ ਮਾਰਦੇ ਆ, ਆ ਜਾਓ ਤੇ ਸਾਨੂੰ ਮਿਲੇ ਜੰਨਤੀ, ਉਹ ਜਿਹੜੇ ਕਹਿੰਦੇ ਅਸੀਂ ਜੰਨਤ 'ਚ ਜਾਣਾ, ਬਾਕੀ ਸਾਰਿਆਂ ਨੇ ਦੋਜ਼ਖ 'ਚ ਜਾਣਾ, ਉਹ ਸਾਨੂੰ ਬੰਦੇ ਮਿਲੇ ਅੱਜ, ਮਤਲਬ ਖਾਰ ਨਬੀ ਸੱਲੱਲਾਹੁ ਅਲੈहि ਵਸੱਲਮ ਜਾਂ ਕੋਈ ਹੋਰ ਸਾਹਬੀ ਹੈ ਜਿਹੜੇ ਕਹਿੰਦੇ ਜੀ ਮਰਨ ਤੋਂ ਬਾਅਦ ਸਾਨੂੰ ਅੱਲਾ ਨੇ ਦੇਣਾ ਹੈ, ਸਾਨੂੰ ਅੱਲਾ ਨੇ ਇੱਥੇ ਹੀ ਦਿੱਤਾ ਹੈ, ਇਹਨਾਂ ਨੂੰ ਦੇਣਾ ਮਰਨ ਤੋਂ ਬਾਅਦ। ਇੱਦਾਂ ਦੀਆਂ ਗੱਲਾਂ ਹੈ। ਉਹ ਇੱਕ ਦੂਸਰੇ ਨੂੰ ਜਾ ਕੇ ਫਿਰ ਘਰ ਵਾਲਿਆਂ ਦੇ ਵਿੱਚ ਹੀ ਬੈਠ ਕੇ ਨਾ, ਜਿੱਦਾਂ ਪੰਜਾਬੀ 'ਚ ਕਹਿੰਦੇ ਅੱਠੋ ਅੱਠ ਮਾਰਨੀਆਂ, ਫਿਰ ਇੱਦਾਂ ਇੱਕ ਦੂਸਰੇ ਨੂੰ ਜਾਂ ਆਪਣੇ ਘਰ ਵਾਲਿਆਂ ਨੂੰ ਵੀ ਸੁਣਾਉਂਦੇ ਆ ਵੀ ਅੱਜ ਇੱਦਾਂ ਵੀ ਹੋਈ ਹੈ। ਵਇਜ਼ਾ ਰਾਊਹੁਮ, ਔਰ ਜਿਸ ਵਕਤ ਉਹ ਉਹਨਾਂ ਨੂੰ ਦੇਖਦੇ ਆ, ਯਾਨੀ ਉਹ ਈਮਾਨ ਵਾਲਿਆਂ ਨੂੰ ਹੈ, ਕਾਲੂ ਇਨ ਹਾਉਲਾਏ ਲਜ਼ਾਲੂਨ, ਤੇ ਉਹ ਕਹਿੰਦਾ ਇਹ ਜਿਹੜੇ ਆ ਇਹ ਗੁੰਮਰਾਹ ਹੋ ਗਏ ਆ,
ਯਾਨੀ ਉਹ ਜਿਹੜਾ ਇਸ਼ਾਰੇ ਕਰਦੇ ਆ ਨਾ, ਉਹ ਤੇ ਮਜ਼ਾਕਨ ਕਰਦੇ ਆ, ਫਿਰ ਇਹ ਵੀ ਕਹਿੰਦੇ ਆ ਅਸਲ 'ਚ ਤਾਂ ਇਹ ਆਪ ਗੁੰਮਰਾਹ ਵਾ ਤੇ ਇਹ ਸਾਨੂੰ ਗੁੰਮਰਾਹ ਕਹਿੰਦੇ ਆ। ਕੋਈ ਵਹੀ ਸ਼ਈ ਨਹੀਂ ਆਉਂਦੀ ਇਹਨਾਂ ਦੇ ਉੱਤੇ, ਕੋਈ ਅੱਲਾ ਦਾ ਕੋਈ ਤਲਕ ਨਹੀਂ ਇਹਨਾਂ ਨਾਲ, ਇਹ ਐਵੇਂ ਬਸ ਗੱਲਾਂ ਬਣਾ ਰਹੇ ਆ। ਵਮਾ ਉਰਸਲੂ ਅਲੈਹਿਮ ਹਾਫਿਜ਼ੀਨ, ਤੇ ਅੱਲਾਹ ਤਾਲਾ ਫਰਮਾਉਂਦਾ ਇਹਨਾਂ ਨੂੰ ਇਹਨਾਂ ਦੀ ਹਿਫਾਜ਼ਤ ਦਾ ਤਾਂ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਯਾਨੀ ਕਿ ਬਈ ਦੇਖੋ ਤੁਸੀਂ ਇਹਨਾਂ ਨੂੰ ਦੱਸਣਾ ਕਿ ਗੁੰਮਰਾਹ ਹੋ ਗਿਆ ਤਾਂ, ਯਾਨੀ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਸਾਹਬਾ ਨੂੰ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਇਹਨਾਂ ਨੂੰ ਤੇ ਮਤਲਬ ਇਹ ਹੈ ਵੀ ਇਹ ਇਹਨਾਂ ਨੂੰ ਗੁੰਮਰਾਹ ਕਹਿੰਦੇ ਆ ਤੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਕਿਹਨੇ ਦਿੱਤੀ ਹੈ ਵੀ ਤੁਸੀਂ ਇਹਨਾਂ ਦੀ ਗੁੰਮਰਾਹੀ ਦੱਸੋ ਹੈ। ਔਰ ਫਿਰ ਦੂਸਰਾ ਹੈ ਕਿ ਇਹ ਤਾਂ ਹਦਾਇਤ ਵਾਲਿਆਂ ਨੂੰ ਗੁੰਮਰਾਹ ਕਹਿੰਦੇ ਆ ਨਾ, ਤੇ ਇਹਨਾਂ ਨੂੰ ਇੱਕ ਉਹਨੇ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਇਹਨਾਂ ਨੂੰ ਮਹਿਫੂਜ਼ ਰੱਖਣਾ, ਹਾਫਿਜ਼ੀਨ, ਇਹਨਾਂ ਦੀ ਹਿਫਾਜ਼ਤ ਕਰਨੀ ਆ ਹੈ। ਯਾਨੀ ਇਹਨਾਂ ਨੂੰ ਕੋਈ ਇਹ ਕੰਮ ਤਾਂ ਨਹੀਂ ਸੌਂਪਿਆ ਆ ਕਿ ਤੁਸੀਂ ਇਹਨਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣਾ ਹੈ। ਫਲ ਯੌਮ ਅਲਜ਼ੀਨ ਆਮਨੂ ਮਿਨਲ ਕੁਫਾਰ ਯਦਹਕੂਨ, ਤੇ ਇਸ ਵਾਸਤੇ ਮਤਲਬ ਇਹ ਵੀ ਦੁਨੀਆ 'ਚ ਇਹਨਾਂ ਨੂੰ ਇਹ ਜ਼ਿੰਮੇਵਾਰੀ ਤਾਂ ਨਹੀਂ ਦਿੱਤੀ ਹੋਈ ਸੀ, ਇਸ ਕੰਮ ਵਾਸਤੇ ਤਾਂ ਨਹੀਂ ਭੇਜੇ ਗਏ ਸੀ ਕਿ ਇਹ ਹਦਾਇਤ ਵਾਲਿਆਂ ਨੂੰ ਜਿਹੜਾ ਨਾ ਉਹ ਰਾਹ ਦਿਖਾਉਣ। ਤੇ ਅੱਜ ਫਲ ਯੌਮ ਅਲਜ਼ੀਨ ਆਮਨੂ ਮਿਨਲ ਕੁਫਾਰ ਯਦਹਕੂਨ, ਤੇ ਅੱਜ ਈਮਾਨ ਵਾਲੇ ਜਿਹੜੇ ਆ ਇਹਨਾਂ ਕਾਫਰਾਂ ਦੇ ਉੱਤੇ ਹੱਸਣਗੇ। ਯਾਨੀ ਅੱਜ ਉਹ ਵੇਖ ਰਹੇ ਆ ਕਿ ਇਹ ਸਾਨੂੰ ਗੁੰਮਰਾਹ ਕਹਿੰਦੇ ਸੀ ਤੇ ਆਪ ਡੁੱਬਣ ਲੱਗੇ ਆ ਜਹੰਨਮ ਦੇ ਵਿੱਚ। ਕੋਈ ਨਾਪਦੇ ਤੋਲਦੇ ਝੂਠ ਬੋਲਦੇ ਰਹੇ, ਕਮੀਆਂ ਬੇਸ਼ੀਆਂ ਕਰਦੇ ਰਹੇ, ਇਹਨਾਂ ਨੂੰ ਪਰਵਾਹ ਹੀ ਨਹੀਂ ਸੀ ਕਿ ਅਸੀਂ ਹਿਸਾਬ ਵੀ ਦੇਣਾ, ਔਰ ਅਸੀਂ ਸਮਝਾਉਂਦੇ ਸੀ ਤੇ ਸਾਡੀ ਗੱਲ ਦਾ ਧਿਆਨ ਹੀ ਨਹੀਂ ਦਿੰਦੇ ਸੀ। ਅਲਾ ਲਾਰਾਇਕ ਯੰਜ਼ੁरून, ਔਰ ਉਹ ਆਪਣੇ ਤਖਤਾਂ ਦੇ ਉੱਤੇ ਬੈਠੇ ਹੋਏ ਆ। ਇਹ ਕਾਫਰਾਂ ਦਾ ਹਸ਼ਰ ਜਿਹੜਾ ਉਹ ਦੇਖ ਰਹੇ ਹੋਣਗੇ ਕੀ ਹੋ ਰਿਹਾ ਉੱਥੇ ਬੈਠੇ ਹੀ, ਅੱਲਾਹ ਤਾਲਾ ਉਹਨਾਂ ਨੂੰ ਦਿਖਾਏਗਾ। ਹਲ ਸੁਵਿਬਲ ਕੁਫਾਰ, ਹਲ ਸੁਵਿਬਲ ਕੁਫਾਰ ਮਾ ਕਾਨੂ ਯਫਲੂਨ, ਕਿਆ ਬਦਲਾ ਮਤਲਬ ਇਹ ਕਿ ਲੱਭ ਗਿਆ ਕਾਫਰਾਂ ਨੂੰ ਜਿੱਦਾਂ ਦੇ ਉਹਨਾਂ ਨੇ ਕੰਮ ਕੀਤੇ ਸੀ। ਯਾਨੀ ਜਿੱਦਾਂ ਦੇ ਉਹ ਜਿਹੜਾ ਨਾ ਉਹ ਫਿਰ ਇਸ ਤਰ੍ਹਾਂ ਇੱਕ ਦੂਸਰੇ ਨਾਲ ਇਜ਼ਹਾਰ ਕਰਨਗੇ ਕਿ ਬਈ ਜਿੰਨਾ ਇਹਨਾਂ ਨੇ ਉੱਥੇ ਆਤਮ ਮਚਾਈ ਸੀ ਨਾ, ਉਸ ਹਿਸਾਬ ਨਾਲ ਤਾਂ ਇਹਨਾਂ ਨੂੰ ਹੁਣ ਪੂਰਾ ਹਿਸਾਬ ਕਿਤਾਬ ਇਹਨਾਂ ਦਾ ਹੋ ਗਿਆ। ਜਿੱਥੇ ਇਹਨਾਂ ਨੂੰ ਪਹੁੰਚਾਇਆ ਅੱਲਾ ਨੇ, ਇਹ ਵਾਕਿਆ ਹੀ ਜਿਹੜਾ ਨਾ ਇਹਨਾਂ ਦਾ ਹਿਸਾਬ ਕਿਤਾਬ ਜਿਹੜਾ ਨਾ ਉਹ ਪੂਰਾ ਹੋ ਗਿਆ ਵਾ। ਤੇ ਅੱਗੇ ਫਿਰ ਹੁਣ ਸੂਰਾ ਇਨਸ਼ਿਕਾਕ ਆ ਗਈ ਹੈ। ਸੂਰਾ ਮੁਤੱਫਿਫੀਨ ਤੋਂ ਬਾਅਦ ਹੁਣ ਅਸੀਂ ਪੜ੍ਹਨ ਲੱਗੇ ਹਾਂ ਸੂਰਾ ਇਨਸ਼ਿਕਾਕ। ਔਰ ਇਹ ਸੂਰਾ ਇਨਸ਼ਿਕਾਕ ਜਿਹੜਾ ਇਹਦਾ ਕੁਰਾਨ ਕਰੀਮ ਦੇ ਵਿੱਚ 83ਵਾਂ ਨੰਬਰ ਹੈ। ਬਿਸਮਿल्लाह रहमान रहीम। इज़ा समाउन शक्कत, ਉਹ ਉਸ ਵਕਤ ਜਦੋਂ ਆਸਮਾਨ ਜਿਹੜਾ ਉਹ ਫਟ ਜਾਏਗਾ। ਵ ਅਜ਼ਨਤ ਲਿ ਰੱਬਿਹਾ ਵ ਹੱਕਤ, ਔਰ ਉਹ ਆਪਣੇ ਰੱਬ ਦਾ ਹੁਕਮ ਸੁਣੇਗਾ ਔਰ ਇਹ ਹੀ ਉਹਦੇ ਲਾਇਕ ਹੈ। ਯਾਨੀ ਉਸਦਾ ਹੱਕ ਇਹ ਹੀ ਹੈ ਕਿ ਉਹ ਆਪਣੇ ਰੱਬ ਦੀ ਗੱਲ ਜਿਹੜੀ ਹੈ ਨਾ ਉਹ ਸੁਣੇ, ਯਾਨੀ ਆਪਣੇ ਰੱਬ ਦਾ ਹੁਕਮ ਸੁਣੇ ਔਰ ਫਟ ਜਾਵੇ। ਵਇਜ਼ਲ ਅਰਦ ਮੁੱਦਤ, ਔਰ ਜਿਸ ਵੇਲੇ ਜ਼ਮੀਨ ਜਿਹੜੀ ਆ ਉਹ ਫੈਲਾ ਦਿੱਤੀ ਜਾਵੇਗੀ, ਯਾਨੀ ਜ਼ਮੀਨ ਜਿਹੜੀ ਆ ਉਹ ਉਹਦੇ ਇਸ ਤਰ੍ਹਾਂ ਦੀ ਹੋ ਜਾਏਗੀ ਕਿ ਨਾ ਉਹਦੇ 'ਚ ਕੋਈ ਉੱਚੀ ਥਾਂ ਹੋਏਗੀ ਨਾ ਨੀਵੀਂ ਹੋਏਗੀ। ਪਹਾੜ ਜਿਹੜੇ ਆ ਉਹ ਕੁੱਟ ਕੇ ਜਿਹੜਾ ਨਾ ਉਹ ਟਿੱਬੇ ਪਹਾੜ ਟੋਏ ਬਰਾਬਰ ਹੋ ਜਾਣਗੇ, ਇੱਦਾਂ ਦੀ ਸ਼ਕਲ ਬਣ ਜਾਏਗੀ। ਔਰ ਵਅਲਕਤ ਮਾ ਫੀਹਾ ਤਖੱਲਤ, ਔਰ ਜੋ ਕੁਛ ਵੀ ਉਹਦੇ ਵਿੱਚ ਹੈਗਾ ਯਾਨੀ ਜ਼ਮੀਨ ਦੇ ਵਿੱਚ ਹੈਗਾ ਉਹ ਬਾਹਰ ਕੱਢ ਦੇਗੀ। ਮਤਲਬ ਇਹ ਕਿ ਹੁਣ ਤੁਸੀਂ ਦੇਖੋ ਨਾ ਜ਼ਮੀਨ ਦੇ ਅੰਦਰ ਸਾਨੂੰ ਤੇ ਹਜੇ ਤੱਕ ਇਨਸਾਨ ਨੂੰ ਬਸ ਇਹੀ ਪਤਾ ਚੱਲਿਆ ਥੱਲੇ ਪੈਟਰੋਲ ਦੇ, ਡੀਜ਼ਲ ਦੇ, ਹੋਰ ਬੜੇ ਸਾਰੇ ਗੈਸਾਂ ਦੇ ਖਜ਼ਾਨੇ ਆ। ਉੱਥੋਂ ਹੀ ਥੋੜ੍ਹੇ ਬਹੁਤ ਅਸੀਂ ਕੱਢਦੇ ਹਾਂ, ਅੱਲਾ ਜਾਣੇ ਹਜੇ ਅੱਗੇ ਕੀ ਕੁਛ ਹੈਗਾ ਜ਼ਮੀਨ ਦੇ ਵਿੱਚ ਹੀ ਅੱਲਾ ਨੇ ਰੱਖਿਆ। ਤੇ
ਇਹ ਜਿਸ ਵੇਲੇ ਇਹਨੂੰ ਬਰਾਬਰ ਕੀਤਾ ਜਾਏਗਾ ਤਾਂ ਉਹ ਬਾਹਰ ਆ ਜਾਣਗੇ। ਉਹ ਸਮਝ ਲਓ ਕਿ ਇਹ ਐਦਾਂ ਹੀ ਆ ਕਿ ਜਿਵੇਂ ਅਸੀਂ ਅੱਗ ਦੇ ਉੱਤੇ ਤੁਰੇ ਫਿਰਦੇ ਆ। ਜਿਹੜਾ ਜ਼ਮੀਨ ਦੇ ਥੱਲੇ ਗੈਸਾਂ ਵਾ, ਪੈਟਰੋਲ ਹੈ, ਡੀਜ਼ਲ ਹੈ, ਜਾਂ ਹੋਰ ਇੱਦਾਂ ਦਾ, ਅਗਰ ਉਹ ਇੱਕਦਮ ਬਾਹਰ ਆ ਜਾਣ, ਜਿੱਦਾਂ ਕਿਤੇ ਜ਼ਲਜ਼ਲਾ ਆਉਂਦਾ ਤੇ ਜ਼ਲਜ਼ਲੇ ਦੇ ਨਾਲ ਉਹ ਜਿਹੜਾ ਲਾਵਾ ਬਾਹਰ ਆਉਂਦਾ, ਤੇ ਉਹ ਅੱਗ ਕਿੱਥੋਂ ਆਉਂਦੀ ਆ? ਵਿੱਚ ਹੀ ਬਲਦੀ ਆ ਕਿਤੇ ਅੱਗ। ਉਹ ਜਿਹੜੀ ਕਹਿੰਦੇ ਆ ਕਿ ਜ਼ਮੀਨ, ਸਾਇੰਸਦਾਨ ਕਹਿੰਦੇ ਜ਼ਮੀਨ ਸੂਰਜ ਇੱਕੋ ਹੀ ਹੁੰਦੇ ਸੀ, ਤੇ ਜ਼ਮੀਨ ਨਾਲੋਂ ਟੁੱਟ ਕੇ ਜਿਹੜਾ ਨਾ ਉਹ ਅੱਲਾ ਦੇ ਹੁਕਮ ਨਾਲ ਹੀ ਟੁੱਟੀ। ਅੱਲਾ ਨੇ ਹੁਕਮ ਦਿੱਤਾ, ਟੁੱਟ ਗਿਆ। ਉਹ ਫਿਰ ਠੰਡੀ ਹੁੰਦੀ ਹਜੇ ਵੀ ਉਹ ਵਿੱਚ ਕੋਲਾ ਉੱਦਾਂ ਹੀ ਹੈਗਾ ਵਾ, ਉੱਤੋਂ ਠੰਡਾ ਹੋਇਆ ਵਾ। ਤੇ ਇੱਦਾਂ ਸਮਝ ਲਓ, ਵੱਡੀਆਂ ਚੀਜ਼ਾਂ ਦਾ ਵੱਡਾ ਮਾਮਲਾ ਹੁੰਦਾ, ਛੋਟੀਆਂ ਦਾ ਛੋਟਾ ਹੁੰਦਾ। ਹੁਣ ਇਹਨੂੰ ਕੋਈ ਉਹ ਸਾਡੇ ਚੁੱਲ੍ਹੇ ਵਾਲਾ ਕੋਲਾ ਨਾ ਸਮਝੋ। ਤੇ ਇਸ ਤਰ੍ਹਾਂ ਜਿਹੜਾ ਨਾ ਉਹ ਹੁਣ ਉਹ ਗੈਸਾਂ ਗੂਸਾਂ ਬਾਹਰ ਆ ਜਾਣਗੀਆਂ। ਉਹ ਵੀ, ਉਹਨਾਂ ਨੂੰ ਵੀ ਅੱਗ ਲੱਗੀ ਹੋਈ ਹੋਏਗੀ। ਔਰ ਉਹ ਇਸੇ ਤਰ੍ਹਾਂ ਫਿਰ ਉਹ ਸਮੁੰਦਰ ਉਬਲਣਗੇ। ਇਹ ਕੈਫੀਆਤ ਜਿਹੜੀਆਂ ਨਾ ਬਣਨਗੀਆਂ। ਔਰ ਉਹ ਜੋ ਕੁਛ ਵੀ ਬਾਹਰ ਅੰਦਰ ਆ, ਬਾਹਰ ਆ ਜਾਏਗਾ। ਔਰ ਉਹ ਮੁਰਦੇ ਵੀ ਬਾਹਰ ਆ ਜਾਣਗੇ, ਜਿਹੜੇ ਮਰ ਕੇ ਮਿੱਟੀ 'ਚ ਗਏ। ਔਰ ਉਹ ਖਾਲੀ ਹੋ ਜਾਏਗੀ, ਬਾਹਰ ਆ ਜਾਏਗਾ ਜੋ ਕੁਛ ਵੀ ਹੈ ਉਹਦੇ ਵਿੱਚ ਜ਼ਮੀਨ ਦੇ। ਵਆਜ਼ਿਨਤ ਲਿਰੱਬਿਹਾ ਵਹੱਕਤ, ਔਰ ਉਹ ਸੁਣੇਗੀ ਆਪਣੇ ਰੱਬ ਦੇ ਹੁਕਮ ਨੂੰ। ਔਰ ਉਹ ਇਸੇ ਹੀ ਲਾਇਕ ਆ, ਉਹਦਾ ਹੱਕ ਇਹ ਹੀ ਹੈ ਕਿ ਉਹ ਆਪਣੇ ਰੱਬ ਦੀ ਗੱਲ ਮੰਨੇ। ਠੀਕ ਹੈ ਨਾ, ਆਪਣੇ ਰੱਬ ਦੇ ਹੁਕਮ ਨੂੰ ਮੰਨੇ। ਉਹ ਉਸੇ ਤਰ੍ਹਾਂ ਕਰੇਗੀ ਜਿੱਦਾਂ ਰੱਬ ਚਾਹੇਗਾ। ਇਹ ਗੱਲ ਹੈ। या अय्युहल इंसान, ए इंसान, इन्ना का कादिहुन इला रब्बे का कदहन फमुलाकी। ए इंसान, ਤੂੰ ਮੁਸ਼ੱਕਤ ਉਠਾਉਂਦਿਆਂ ਆ ਇਹ ਦੁਨੀਆ ਦੀਆਂ ਮੁਸ਼ੱਕਤਾਂ। ਕਦੀ ਇਹਦੇ ਤੇ ਗੌਰ ਕਰੋ, ਕਿੰਨੀ ਮੁਸ਼ੱਕਤ ਹੈ ਜਿਹੜੀ ਅੱਲਾਹ ਤਾਲਾ ਨੇ ਇਸ ਦੁਨੀਆ ਦੇ ਉੱਤੇ ਬੰਦੇ ਨੂੰ ਪੈਦਾ ਕੀਤਾ, ਤੇ ਉਹਦੇ ਨਾਲ ਹੀ ਹੈ। ਸੂਰਾ ਬਲਦ ਦੀ ਆਇਤ ਨੰਬਰ ਜਿਹੜਾ ਨਾ ਉਹ 4 ਦੇ ਫਰਮਾਇਆ, ਲਕਦ ਖਲਕਨਾਲ ਇਨਸਾਨਾ ਫੀ ਕਬਦ। ਅਸੀਂ ਇਨਸਾਨ ਜਿਹੜਾ ਉਹਨੂੰ ਮੁਸ਼ਕਲ 'ਚ ਹੀ ਪੈਦਾ ਕੀਤਾ, ਮੁਸ਼ੱਕਤ 'ਚ ਪੈਦਾ ਕੀਤਾ। ਤੇ ਇਹ ਗੱਲ ਹੈ ਇੱਥੇ ਫਰਮਾਇਆ ਕਿ ਐ ਇਨਸਾਨ, ਤੂੰ ਮੁਸ਼ੱਕਤ ਤੇ ਮੁਸ਼ੱਕਤ ਬਰਦਾਸ਼ਤ ਕਰਦਾ ਹੋਇਆ ਇਹ ਦੁਨੀਆ 'ਚ ਧੱਕੇ ਖਾਂਦਾ ਆ। ਬਸ ਆ ਕੱਲ ਮੈਨੂੰ ਸਹੂਲਤ ਹੋ ਜਾਣੀ, ਪਰਸੋਂ ਹੋ ਜਾਣੀ, ਇੰਨੇ ਕੁ ਮੇਰੇ ਕੰਮ ਰਹਿ ਗਏ, ਇੰਨੇ ਕੁ ਹੋ ਗਏ। ਬਸ ਇਸੇ ਹੀ ਰੌਲਿਆਂ ਦੇ ਵਿੱਚੋਂ ਫਿਰ ਅਖੀਰ ਸਭ ਤੋਂ ਵੱਡੇ ਰੌਲੇ 'ਚ ਜਾ ਫਸਣਾ। ਆਪਣੇ ਰੱਬ ਦੇ ਸਾਹਮਣੇ ਹਿਸਾਬ ਕਿਤਾਬ ਦਾ ਫਿਰ ਸਭ ਤੋਂ ਵੱਡਾ ਕੰਮ ਆ ਗਿਆ। ਇਨਾ ਕਾ ਕਾਦਹੁਨ ਇਲਾ ਰੱਬੇ ਕਾ ਕਦਹਨ ਫ ਮੁਲਾਕੀ। ਫਿਰ ਤੁਸੀਂ ਇਹ ਧੱਕੇ ਖਾਂਦੇ ਆ, ਮੁਸ਼ੱਕਤਾਂ ਬਰਦਾਸ਼ਤ ਕਰਦੇ ਆ, ਦੁਨੀਆ ਦੇ ਚੋਂ ਡਿੱਗਦਿਆਂ ਢਹਿੰਦਿਆਂ, ਫਿਰ ਆਪਣੇ ਰੱਬ ਦੇ ਸਾਹਮਣੇ ਜਾ ਕੇ ਮੁਲਾਕਾਤ ਕਰਨੀ ਹੈ, ਉਹਦੇ ਸਾਹਮਣੇ ਖੜੋਣਾ। ਤੇ ਉਹ ਕੰਮ ਸਭ ਤੋਂ ਔਖਾ ਹੈ, ਜਿੱਦਾਂ ਕਹਿੰਦੇ ਆ। ਉਹ ਜਿੱਦਾਂ ਇੱਕ ਹਦੀਸ ਵਿੱਚ ਵੀ ਆਇਆ ਨਾ ਕਿ ਹਦੀਸ ਕੁਦਸੀ, ਆਦਮ ਦੇ ਕਿਸੇ ਬੱਚੇ ਦੇ ਕਦਮ ਉਹਦੇ ਰੱਬ ਦੇ ਸਾਹਮਣੇ ਹਿੱਲ ਨਹੀਂ ਸਕਣਗੇ ਜਿੰਨਾ ਚਿਰ ਉਹ 5 ਗੱਲਾਂ ਦਾ ਜਵਾਬ ਨਹੀਂ ਦੇਗਾ। ਇਹ ਮੁਲਾਕਾਤ ਦੇ ਵਿੱਚ ਇਹੋ ਹੀ ਹੋਣਾ ਨਾ, ਇਹ 5 ਗੱਲਾਂ ਦਾ ਜਵਾਬ ਦੇਣਾ। ਫਰਮਾਇਆ ਫਅੰਮਾ ਮਨ ਊਤੀਆ ਕਿਤਾਬਾਹੁ ਬਿਯਮੀਨੇ। ਤੇ ਜਿਹਨੂੰ ਫਿਰ ਉਸ ਮੁਲਾਕਾਤ ਦੇ ਵਿੱਚ ਉਹਦਾ ਅਮਾਲ ਨਾਮਾ ਜਿਹੜਾ ਹੈ ਉਹ ਮਿਲ ਗਿਆ ਉਹਦੇ ਸੱਜੇ ਹੱਥ ਵਿੱਚ, ਫਸਊਫ ਯੁਹਾਸਬੁ ਹਿਸਾਬਨ ਯਸੀਰਾ। ਤੇ ਇਹਨਾਂ ਦਾ ਜਿਹੜਾ ਹਿਸਾਬ ਕਿਤਾਬ ਹੋਏਗਾ ਉਹ ਹੋਏਗਾ ਬੜਾ ਹੀ ਸੌਖਾ। ਸੱਜੇ ਹੱਥ ਵਿੱਚ ਮਿਲ ਗਿਆ ਅਮਾਲਨਾਮਾ। ਵਯਨਕਲਿਬ ਇਲਾ ਅਹਲਿhi ਮਸਰੂਰਾ। ਔਰ ਇਹ ਜਿਸ ਵੇਲੇ ਆਪਣੇ ਘਰ ਵਾਲਿਆਂ ਵਾਸਤੇ ਦੀ ਤਰਫ ਮੁੜੇਗਾ ਨਾ, ਹਿਸਾਬ ਕਿਤਾਬ ਕਰਾ ਕੇ, ਤੇ ਪਿੱਛੇ ਜ਼ਾਹਿਰ ਗੱਲ ਆ ਉਦੋਂ ਤੱਕ ਤੇ ਹੋਸ਼ ਨਹੀਂ ਸੀਗੀ ਕਿਸੇ ਨੂੰ ਕਿਸੇ ਦੀ। ਹੁਣ ਇਹਨੂੰ ਯਾਦ ਆਏਗਾ, ਫਿਕਰ ਮੁੱਕ ਗਈ ਹੈ ਨਾ। ਤੇ ਹੁਣ ਇਹਨੂੰ ਮਾਂ ਨੂੰ, ਬਾਪ ਨੂੰ, ਅੱਗੇ ਪਿੱਛੇ ਘਰ ਬਾਰ ਵਾਲਿਆਂ ਨੂੰ, ਉਹਨਾਂ ਨੂੰ ਵੇਖੇਗਾ ਉਹ ਕਿੱਥੇ ਆ। ਜੇ ਤੇ ਉਹਨਾਂ ਨੂੰ ਹਿਸਾਬ ਮਿਲ ਗਿਆ ਤੇ ਬੜੀ ਖੁਸ਼ੀ ਆ, ਜੇ ਉਹਨਾਂ ਦੇ ਚੋਂ ਕਿਸੇ ਨੂੰ ਸੱਜੇ ਹੱਥ 'ਚ ਮਿਲਿਆ। ਬਹਰਹਾਲ ਜੇ ਨਹੀਂ ਵੀ ਮਿਲਿਆ ਤੇ ਫਿਰ ਵੀ ਜਾ ਕੇ ਉਹਨਾਂ ਨੂੰ ਦੱਸੇਗਾ ਵੀ ਮੈਨੂੰ ਤੇ ਇਹ ਪਰਵਾਨਾ ਮਿਲ ਗਿਆ, ਬੜੀ ਖੁਸ਼ੀ ਨਾਲ।
व अम्मा मन ऊतिया किताबाहू वरा ज़हरिही, और ਜਿਹਨੂੰ ਉਹਦਾ ਅਮਾਲਨਾਮਾ ਮਿਲਿਆ ਉਹਦੇ ਪਿੱਛੋਂ ਦੀ, ਯਾਨੀ ਉਹਦੇ ਲੱਕ ਦੇ ਪਿੱਛੋਂ ਦੀ, ਕਮਰ ਦੇ ਪਿੱਛੋਂ ਦੀ, ਸਾਹਮਣੇ ਮੂੰਹ ਵਾਲੇ ਪਾਸੇ ਨਹੀਂ, ਪਿੱਛੇ ਨੂੰ ਉਹਨੂੰ ਹੱਥ, ਪਿੱਛੇ ਨੂੰ ਉਹਦਾ ਹੱਥ ਹੋਏਗਾ ਤੇ ਉੱਥੇ ਪਿੱਛੇ ਦੇ ਪਿਛਲੇ ਪਾਸੇ ਦੀ ਦੇ ਦਿੱਤਾ ਜਾਏਗਾ ਹੱਥ ਵਿੱਚ। ਫਸੋ ਫਯਦੂ ਸਬੂਰਾ, ਤੇ ਇਹ ਤੇ ਮੰਗੇਗਾ ਮੌਤ, ਯਾਨੀ ਮਾਲਨਾਮਾ ਲੱਭਾ ਤੇ ਇਹ ਮੰਗੇਗਾ ਮੌਤ, ਵੀ ਮੈਂ ਬਸ ਮੌਤ ਹੀ ਆ ਜਾਏ ਮੈਨੂੰ ਇਸ ਰਸਵਾਈ ਤੋਂ। ਅੱਲਾਹ ਤਾਲਾ ਇਹ ਦੱਸਦਾ ਕਿ ਇਹ ਰਸਵਾਈ ਵੀ ਹੋਣੀ ਆ, ਤੇ ਹੁਣੇ ਹੀ ਸੋਚ ਲਓ ਇਹਦੇ ਬਾਰੇ ਚ। ਵਯਸਲਾ ਸਈਰਾ, ਔਰ ਇਹਨੂੰ ਫਿਰ ਅੱਗੋਂ ਧੱਕ ਦਿੱਤਾ ਜਾਏਗਾ ਅੱਗ ਦੇ ਵਿੱਚ। ਇਨਹੁ ਕਾਨ ਫੀ ਅਹਲਿhi ਮਸਰੂਰਾ, ਔਰ ਇਹ ਬੜਾ ਖੁਸ਼ ਰਹਿੰਦਾ ਸੀ ਆਪਣੇ ਘਰ ਵਾਲਿਆਂ 'ਚ। ਅੱਛਾ, ਇਹ ਸਮਝ ਲਓ ਘਰ ਵਾਲਿਆਂ 'ਚ ਖੁਸ਼ ਰਹਿਣ ਦਾ ਕੋਈ ਮਸਲਾ ਨਹੀਂ ਵੀ ਉੱਥੇ ਹਰ ਵੇਲੇ ਰੋਂਦੇ ਰਹਿਣਾ ਘਰ ਵਾਲਿਆਂ ਦੇ 'ਚ। ਅਸਲ ਦੇ ਵਿੱਚ ਇਹ ਆ ਕਿ ਇਹ ਘਰ ਵਾਲਿਆਂ ਦਾ ਤਲਕ, ਉਹ ਜਿੱਦਾਂ ਕੁਰਾਨ ਕਰੀਮ 'ਚ ਹੁੰਦਾ, ਇੰਨਾ ਮਿਨ ਅਜ਼ਵਾਜਿਕੁਮ व ਔਲਾਦਿਕੁਮ ਅਦੁਵ്വുਨ ਲਕੁਮ, ਇੰਨਾ ਮਿਨ ਅਮਵਾਲਿਕੁਮ व ਔਲਾਦਿਕੁਮ ਫਿਤਨਾ, ਤੁਹਾਡਾ ਮਾਲ ਔਰ ਤੁਹਾਡੀ ਔਲਾਦ ਫਿਤਨਾ ਵਾ। ਇਹ ਸੂਰਤ ਤਗਾਬਨ ਦੇ ਵਿੱਚ ਆਉਂਦਾ ਇਹ ਦੋਨੋਂ ਚੀਜ਼ਾਂ। ਬਹਰਹਾਲ ਮਾਲ ਔਲਾਦ ਔਰ ਇਸੇ ਤਰੀਕੇ ਨਾਲ ਜਿਹੜਾ ਔਲਾਦ ਤੇ ਮਾਲ ਫਿਤਨਾ ਵਾ, ਇਹ ਦੋਨੋਂ ਚੀਜ਼ਾਂ ਸੂਰਤ ਤਗਾਬਨ 'ਚ ਬਿਆਨ ਹੋਈਆਂ ਦੂਸਰੇ ਰਕੂ 'ਚ। ਤੇ ਮਤਲਬ ਇਹ ਹੈ ਵੀ ਇਹਨਾਂ ਫਿਤਨਿਆਂ 'ਚ ਪਿਆਰ ਹੈ। ਉਹਨੇ ਦੁਨੀਆ ਦੀ ਜ਼ਿੰਦਗੀ ਨੂੰ ਅਸਲ ਸਮਝਿਆ, ਜਿੰਨੀ ਭੱਜ ਦੌੜ ਸੀ ਉਹ ਉਹਦੀ ਦੁਨੀਆ ਵਾਸਤੇ ਸੀਗੀ, ਸਾਰਾ ਆਖਰਤ ਭੁੱਲ ਕੇ ਜ਼ਿੰਦਗੀ ਗੁਜ਼ਾਰੀ। ਆ ਜਿਹੜਾ ਪਿੱਛੇ ਅਸੀਂ ਪੜ੍ਹਿਆ, ਮਤਲਬ ਇਹ ਕਿ ਨਾਪ ਤੋਲ ਦੀ ਕਮੀ ਕਰਨਾ, ਦੂਸਰਿਆਂ ਦੇ ਹੱਕ ਖਾਣਾ, ਝੂਠ ਬੋਲਣਾ, ਇਹ ਸਾਰਾ ਕਾਹਦੇ ਵਾਸਤੇ ਹੈ? ਇਹ ਦੁਨੀਆ ਦੀ ਮੁਹੱਬਤ ਹੈ ਨਾ ਜਿਹਦੇ ਵਾਸਤੇ ਹੈ। ਦੁਨੀਆ ਨੂੰ ਜਿੱਦਾਂ ਫਰਮਾਇਆ ਕਿ ਦੁਨੀਆ ਸਿਜਨੁਲ ਮੋਮਿਨ ਵ ਜੰਨਤੁਲ ਕਾਫਿਰ, ਦੁਨੀਆ ਜਿਹੜੀ ਆ ਉਹ ਮੋਮਿਨ ਵਾਸਤੇ ਤੇ ਜੇਲ੍ਹ ਦੀ ਤਰ੍ਹਾਂ ਹੀ ਹੁੰਦੀ, ਪਾਬੰਦੀ ਦੀ ਜ਼ਿੰਦਗੀ ਜੋ ਹੋਈ, ਔਰ ਕਾਫਰ ਆਜ਼ਾਦ ਹੁੰਦਾ। ਇਸੇ ਤਰ੍ਹਾਂ ਇੱਕ ਹਦੀਸ 'ਚ ਫਰਮਾਇਆ, ਇਨਮਾ ਮਸਲੀ ਕਾ ਰਾਕਿਬਿਨ ਇਸਤਜ਼ੱਲ ਤਹਤ ਸ਼ਜਰਾ ਸੁੰਮਾ ਰਹਾ ਫਤਰਕਾ, ਕਿ ਨਬੀ ਸੱਲੱਲਾਹੁ अलैहि वसल्लम ਫਰਮਾਇਆ, ਮੇਰੀ ਮਿਸਾਲ ਤੇ ਇੱਕ ਮੁਸਾਫਰ ਦੀ ਹੈ ਕਿ ਜਿਹੜਾ ਸਫ਼ਰ ਦੇ ਵਿੱਚ ਹੁੰਦਾ ਤੇ ਉਹ ਕਿਸੇ ਵੇਲੇ ਕਿਸੇ ਜਗ੍ਹਾ ਦੇ ਉੱਤੇ ਥੋੜ੍ਹੀ ਦੇਰ ਰੁਕ ਜਾਂਦਾ ਕਿਸੇ ਦਰਖਤ ਦੇ ਥੱਲੇ। ਹੁਣ ਉੱਥੇ ਉਹਨੇ ਆਪਣਾ ਘੋੜਾ ਜਾਂ ਊਠ ਬੰਨ੍ਹ ਦਿੱਤਾ ਕਿਸੇ ਦਰਖਤ ਦੇ ਨਾਲ, ਉੱਥੇ ਠੰਡੀ ਛਾਂ ਵੇਖ ਕੇ ਕਿਸੇ ਜਗ੍ਹਾ ਦੇ ਉੱਤੇ ਝੱਟ ਉਹ ਆਰਾਮ ਕਰਨ ਲੱਗ ਪਿਆ, ਬਹਿ ਗਿਆ। ਜਾਂ ਕੋਲ ਕੋ ਖਾਣਾ ਸੀ, ਬਹਿ ਕੇ ਉਹਨੇ ਖਾਣਾ ਸ਼ਾਣਾ ਖਾ ਲਿਆ। ਸੁੰਮਾ ਰਹਾ, ਫਿਰ ਆਰਾਮ ਤੋਂ ਬਾਅਦ ਫਤਾਰਾ ਕਾ, ਛੱਡ ਗਿਆ ਉਹਨੂੰ। ਇਸੇ ਤਰ੍ਹਾਂ ਇਹ ਦੁਨੀਆ ਮੁਸਾਫਰਖਾਨਾ, ਔਰ ਬੰਦਾ ਆਇਆ ਵਾ, ਉਹ ਇੱਥੇ ਕੋਈ 50 ਸਾਲ 100 ਸਾਲ 200 ਸਾਲ 900 ਸਾਲ 1000 ਸਾਲ ਵੀ ਕੋਈ ਹੋਵੇ ਤਾਂ ਮੁਸਾਫਰਖਾਨਾ ਹੀ ਹੈ ਨਾ। ਤੇ ਫਿਰ ਉਹ ਜਿਹੜਾ ਨਾ ਉਹ ਅੱਗੇ ਟੁਰ ਪਿਆ। ਤੇ ਇਹ ਗੱਲ ਆ, ਉਹਦਾ ਦਿਲ ਲੱਗਾ ਸੀ ਆਪਣੀ ਦੁਨੀਆ ਦੇ ਵਿੱਚ ਹੀ, ਮਾਲ ਔਲਾਦ। ਉਹ ਜਿੱਦਾਂ ਉਹ ਪਿੱਛੇ ਆ ਅਸੀਂ ਪੜ੍ਹਿਆ ਨਾ ਕਿ ਉਹਨੂੰ ਇਹ ਯਾਦ ਹੀ ਨਹੀਂ ਸੀ ਕਿ ਮੇਰੀ ਮੁਲਾਕਾਤ ਵੀ ਹੋਣੀ ਹੈ, ਮੈਂ ਆਪਣੇ ਰੱਬ ਅੱਗੇ ਖੜਾ ਹੋਣਾ ਵੀ ਆ। ਇਨਹੁ ਜ਼ੰਨਾ ਅੱਲਨ ਯਹੂਰ, ਬੇਸ਼ੱਕ ਉਹ ਸਮਝਦਾ ਸੀ ਕਿ ਉਹਨੇ ਮੁੜ ਕੇ ਨਹੀਂ ਜਾਣਾ, ਅੱਲਾ ਵੱਲ ਨਹੀਂ ਜਾਣਾ, ਬਸ ਇੱਥੇ ਇੱਦਾਂ ਹੀ ਜ਼ਿੰਦਗੀ ਗੁਜ਼ਰਨੀ ਹੈ। ਭਲਾ ਕਿਉਂ ਨਹੀਂ, ਇੰਨਾ ਰੱਬਹੂ ਕਾਨਾ ਬਿਹੀ ਬਸੀਰਾ, ਕਿਉਂ ਨਹੀਂ ਉਹਦਾ ਰੱਬ ਉਹਨੂੰ ਵੇਖ ਰਿਹਾ ਵਾ, ਉਹਦੇ ਇੱਕ ਇੱਕ ਅਮਲ ਨੂੰ ਵੇਖ ਰਿਹਾ। ਤੇ ਕਿਉਂ ਵੇਖ ਰਿਹਾ ਜੇ ਉਹਨੇ ਅੱਲਾ ਵੱਲ ਆਉਣਾ ਹੀ ਨਹੀਂ ਤਾਂ। ਫਲਾ ਉਕਸਿਮੁ ਬਿਸ਼ਫਕ, ਤੇ ਫਰਮਾਇਆ ਕਿ ਨਹੀਂ, ਮੈਂ ਕਸਮ ਖਾਨਾ ਵਾਂ ਜਿਹੜਾ ਉਹ ਸ਼ਫਕ, ਸ਼ਾਮ ਦੀ ਜਿਹੜੀ ਸੁਰਖੀ ਹੈ। ਇਹ ਜਿਹੜੀਆਂ ਆਇਤਾਂ ਇੱਥੇ ਆ ਰਹੀਆਂ ਨਾ ਜੀ, ਇਹ ਸੂਰਾ ਮੁਦੱਸਰ ਦੇ ਵਿੱਚ ਵੀ ਜਿਹੜਾ ਨਾ ਉਹ ਆਇਤ ਨੰਬਰ 32 ਤੇ 33 ਤੇ 34, ਉਹਦੇ ਵਿੱਚ ਵੀ ਇਹ ਮਜ਼ਮੂਨ ਜਿਹੜਾ ਨਾ ਉਹ ਆਇਆ। ਲੇਕਿਨ ਇਸ ਮਜ਼ਮੂਨ ਦਾ ਉੱਥੇ ਜਿਹੜਾ ਜ਼ਿਕਰ ਹੈ ਸੂਰਾ ਮੁਦੱਸਰ ਦੇ ਵਿੱਚ, ਉਹ ਹੈਗਾ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਆਮਦ ਦੇ ਹਵਾਲੇ ਨਾਲ, ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਆਮਦ ਤੋਂ ਪਹਿਲੇ ਇੱਕ ਹਲਕੀ ਜਿਹੀ ਰੌਸ਼ਨੀ ਸੀ, ਔਰ ਉਹ ਰੌਸ਼ਨੀ ਸੀਗੀ
ਜਿਹੜੀ ਆ ਉਹ ਸਮਝ ਲਓ ਜਿਹੜੀ ਕੋਈ ਹਦਾਇਤ ਮੌਜੂਦ ਸੀ। ਪੈਗੰਬਰ ਤੇ ਕੋਈ ਨਹੀਂ ਸੀਗਾ, ਲੇਕਿਨ ਪੈਗੰਬਰਾਂ ਦੀਆਂ ਉਹ ਮਸਕ ਸ਼ੁਦਾ ਤਾਲੀਮਾਤ ਵੀ ਬਹਰਹਾਲ ਕੁਛ ਹੈ ਸੀ। ਔਰ ਉਸ ਤੋਂ ਬਾਅਦ ਫਿਰ ਨਬੀ ਸੱਲੱਲਾਹੁ ਅਲੈहि ਵਸੱਲਮ ਜਿਹੜਾ ਉਹ ਤਸ਼ਰੀਫ ਲਿਆਏ ਹੈ, ਉਹ ਸੂਰਜ ਦੀ ਰੋਸ਼ਨੀ ਬਣ ਗਈ ਹੈ। ਯਾਨੀ ਉਹ ਅੱਲਾ ਦੇ ਰਸੂਲ ਦੇ ਆਉਣ ਤੋਂ ਫਿਰ ਉਹ ਜਿਹੜਾ ਮਤਲਬ ਗਲਬਾ ਹੋਇਆ ਉਹਦਾ ਜ਼ਿਕਰ ਹੈ। ਇੱਥੇ ਹੈ ਕਿਆਮਤ ਤੋਂ ਪਹਿਲੇ ਜਿਹੜਾ ਗਲਬਾ ਹੋਣਾ ਨਾ, ਅੱਜ ਇਹਦਾ ਅਸੀਂ ਵੀ ਜ਼ਿਕਰ ਕਰਦੇ ਹਾਂ, ਜਿਹਦੇ ਵਾਸਤੇ ਕੋਸ਼ਿਸ਼ ਕਰ ਰਹੇ ਹਾਂ, ਇੱਥੇ ਉਹਦਾ ਜ਼ਿਕਰ ਜਿਹੜਾ ਨਾ ਉਹ ਆ ਰਿਹਾ ਵਾ। ਯਾਨੀ ਆਇਤ ਨੰਬਰ 32 ਤੇ 33 ਤੇ 34 ਦੇ ਵਿੱਚ ਨਾ ਬੇਸ ਤੇ ਮੁਹੰਮਦੀ ਸੱਲੱਲਾਹੁ ਅਲੈहि ਵਸੱਲਮ ਦੀ ਖਬਰ ਸੀ ਕਿ ਹੁਣ ਨਬੀ ਸੱਲੱਲਾਹੁ ਅਲੈहि ਵਸੱਲਮ ਦੀ ਆਮਦ ਆਈ ਹੈ ਤੇ ਇਹ ਸੂਰਜ ਹੁਣ ਤਲੂ ਹੋ ਜਾਣਾ। ਔਰ ਦੂਸਰੇ ਪਾਸੇ ਕੀ ਹੈ? ਦੂਸਰੇ ਪਾਸੇ ਇਹ ਹੈ ਕਿ ਸੂਰਾ ਇਨਸ਼ਿਕਾਕ ਜਿਹੜੀ ਅਸੀਂ ਪੜ੍ਹ ਰਹੇ ਹਾਂ, ਇਹਦੀ 16 ਨੰਬਰ ਆਇਤ ਤੋਂ ਲੈ ਕੇ 19 ਨੰਬਰ ਤੱਕ ਇਸਲਾਮ ਦਾ ਜਿਹੜਾ ਦੁਬਾਰਾ ਗਲਬਾ ਹੋਣਾ ਨਾ, ਕਿਆਮਤ ਤੋਂ ਪਹਿਲੇ ਕੁੱਲ ਰੂਏ ਅਰਜ਼ੀ ਤੇ ਉੱਤੇ ਅੱਲਾ ਦੇ ਦੀਨ ਦਾ ਗਲਬਾ ਹੋਣਾ, ਉਹਦਾ ਜ਼ਿਕਰ ਆ ਰਿਹਾ। ਤੇ ਫਰਮਾਇਆ ਫਲਾ ਉਕਸਮ ਬਿਸ਼ਫਕ, ਨਹੀਂ ਮੈਂ ਕਸਮ ਖਾਨਾ ਸ਼ਫਕ ਦੀ। ਯਾਨੀ ਜਿਸ ਵੇਲੇ ਸ਼ਾਮ ਹੁੰਦੀ ਹੈ ਨਾ, ਸੂਰਜ ਛੁਪਦਾ, ਉਸ ਵੇਲੇ ਇੱਕ ਸੁਰਖੀ ਜਿਹੜੀ ਆ ਆਸਮਾਨ ਦੇ ਉੱਤੇ ਹੁੰਦੀ ਆ, ਜਿਹੜੀ ਹੌਲੀ ਹੌਲੀ ਮੱਧਮ ਹੋਣਾ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਨਾ? ਇਹ ਮਤਲਬ ਹੈ ਕਿ ਇਹ ਤੁਸੀਂ ਇਹ ਸਮਝ ਲਓ ਕਿ ਉਹ ਦੀਨ ਜਿਹੜਾ ਮਤਲਬ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਲਿਆਏ ਸੀ, ਤੇ ਉਹ ਸੂਰਜ ਚੜ੍ਹਿਆ ਸੀਗਾ ਉਹ ਸੂਰਾ ਮੁਦੱਸਰ ਦੀਆਂ ਆਇਤਾਂ ਦੇ ਵਿੱਚ, ਤੇ ਹੌਲੀ ਹੌਲੀ ਉਹ ਸ਼ਫਕ ਤੇ ਪਹੁੰਚ ਗਿਆ। ਯਾਨੀ ਸੂਰਜ ਹੁਣ ਜਿੱਦਾਂ ਚੜ੍ਹਿਆ ਫਿਰ ਗਰੂਬ ਹੁੰਦਾ, ਤੇ ਉਹ ਸ਼ਫਕ ਸ਼ਾਮ ਦੀ ਸੁਰਖੀ ਜਿਹੜੀ ਹੈ ਨਾ ਉਹ ਆ ਜਾਂਦੀ ਹੈ, ਤੇ ਉਹ ਮਗਰਬ ਤੋਂ ਬਾਅਦ ਫਿਰ ਹਨੇਰਾ ਜਿਹੜਾ ਨਾ ਹੋਰ ਗਹਿਰਾ ਹੁੰਦਾ ਜਾਂਦਾ। ਤੇ ਵੱਲੈਲ ਵਮਾ ਵਸਕ, ਔਰ ਫਿਰ ਰਾਤ ਦੀ ਗਵਾਹੀ ਹੈ। ਰਾਤ ਜਿਹੜੀ ਹੈ ਫਿਰ ਉਹ ਜ਼ਾਹਿਰ ਗੱਲ ਹੈ ਕਿ ਉਹ ਸ਼ਫਕ ਜਿਹੜੀ ਹੈ ਉਹਦੀ ਸੁਰਖੀ ਹੌਲੀ ਹੌਲੀ ਜਿਹੜੀ ਹੈ ਨਾ ਉਹ ਕਮ ਹੁੰਦੀ ਜਾਂਦੀ ਹੈ, ਉਹਦੀ ਰੋਸ਼ਨੀ ਕਮ ਹੁੰਦੀ ਜਾਂਦੀ ਹੈ, ਕਿਉਂਕਿ ਸੂਰਜ ਦੂਰ ਚਲਾ ਜਾਂਦਾ। ਤੇ ਫਿਰ ਜਿਹੜੀ ਹੈ ਨਾ ਉਹ ਰਾਤ ਭਰਪੂਰ ਰਾਤ ਆ ਜਾਂਦੀ ਹੈ। ਲੇਕਿਨ ਭਰਪੂਰ ਰਾਤ ਜਿਹੜੀ ਹੈ ਉਹਦੇ ਵਿੱਚ ਜਿਹੜਾ ਉਹ ਤੁਸੀਂ ਇਹ ਸਮਝ ਲਓ ਕਿ ਥੋੜਾ ਥੋੜਾ ਨਜ਼ਰ ਆਉਂਦਾ ਹੀ ਰਹਿੰਦਾ, ਯਾਨੀ ਕੁਛ ਨਾ ਕੁਛ ਨਜ਼ਰ ਕੰਮ ਕਰਦੀ ਹੈ। ਠੀਕ ਹੈ? ਇਹ ਹੁਣ ਉਹ ਇਸਲਾਮ ਦਾ ਜਿਹੜਾ ਸੂਰਜ ਚੜ੍ਹਿਆ ਸੀਗਾ ਉਹ ਹੁਣ ਗਰੂਬ ਹੋਇਆ, ਤੇ ਉਹ ਫਿਰ ਆਹਿਸਤਾ ਆਹਿਸਤਾ ਜਿਹੜਾ ਨਾ ਉਹ ਇਹ ਥੋੜੀ ਮਤਲਬ ਹੈ ਕਿ ਰਾਤ ਦੀ ਮਾਨਦ ਥੋੜੀ ਬਹੁਤ ਜਿਹੜਾ ਨਾ ਉਹ ਰੋਸ਼ਨੀ ਰਹਿ ਗਈ ਹੈ, ਜਿਹਦੇ 'ਚ ਨਜ਼ਰਾਂ ਕੰਮ ਕਰਦੀਆਂ ਔਰ ਕੁਛ ਨਾ ਕੁਛ ਬੰਦੇ ਨੂੰ ਹਦਾਇਤ ਮਿਲਦੀ ਹੈ। ਮਤਲਬ ਇਹ ਵੀ ਇਹ ਉਹ ਕਿਤੇ ਕਿਤੇ ਕੋਈ ਅੱਲਾ ਉਲਮਾ ਪੈਦਾ ਕਰਦਾ, ਦੀਨ ਵਾਲੇ ਪੈਦਾ ਕਰਦਾ, ਔਰ ਉਹ ਰੋਸ਼ਨੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਿਹੜਾ ਨਾ ਉਹ ਥੋੜਾ ਬਹੁਤ ਚਾਨਣ ਕਰਦੀ ਰਹਿੰਦੀ ਹੈ। ਅਗਰਚੇ ਉਹ ਦੀਨ ਦਾ ਗਲਬਾ ਤੇ ਨਹੀਂ ਹੁੰਦਾ ਜਿੱਦਾਂ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੇ ਕੀਤਾ ਸੀਗਾ, ਲੇਕਿਨ ਉਹ ਕਿਤੇ ਨਾ ਕਿਤੇ ਥੋੜੀ ਮੋਟੀ ਰੋਸ਼ਨੀ ਜਿਹੜੀ ਹੈ ਨਾ ਉਹ ਹੁੰਦੀ ਰਹਿੰਦੀ ਹੈ। ਇੱਦਾਂ ਦੇ ਬੰਦੇ ਪੈਦਾ ਹੁੰਦੇ ਆ। ਤੇ ਉਹ ਕਿਸੇ ਜਗ੍ਹਾ ਦੇ ਉੱਤੇ ਜਿੱਦਾਂ ਮਤਲਬ ਰਾਤ ਦੇ ਵਿੱਚ ਕੋਈ ਕਿਸੇ ਜਗ੍ਹਾ ਤੇ ਕਿਸੇ ਨੇ ਲਾਲਟੈਨ ਬਾਲ ਦਿੱਤੀ। ਵਲ ਕਮਰ ਇੱਜ਼ਤ ਤਸਕ, ਔਰ ਫਿਰ ਚੰਦ ਦੀ ਗਵਾਹੀ, ਚੰਦ ਦੀ ਕਸਮ ਹੈ, ਔਰ ਚੰਦ ਦੀ ਜਿਸ ਵੇਲੇ ਕਿ ਉਹ ਜਿਹੜਾ ਨਾ ਉਹ ਪੂਰਾ ਹੋ ਜਾਂਦਾ ਚੰਦ। ਹੁਣ ਇੱਥੇ ਜਿਹੜਾ ਨਾ ਜ਼ਿਕਰ ਆਇਆ ਵਾ ਚੰਦ ਦਾ ਕਿ ਇਹ ਚੰਦ ਜਿਹੜਾ ਨਾ ਉਹ ਮੁਕੰਮਲ ਹੋ ਜਾਂਦਾ। ਇਹ ਨੋਟ ਰੱਖੋ ਕਿ ਨਬੀ ਸੱਲੱਲਾਹੁ ਅਲੈहि ਵਸੱਲਮ ਦਾ ਜਿਹੜਾ ਗਲਬਾ ਹੋਇਆ ਸੀ ਉਹ ਹੈ ਸੂਰਜ ਦੀ ਮੁਸ਼ਾਬੇ, ਔਰ ਜਿਹੜਾ ਬਾਅਦ ਦੇ ਵਿੱਚ ਗਲਬਾ ਹੋਣਾ ਉਹ ਹੈ ਚੰਦ ਦੀ ਮੁਸ਼ਾਬੇ। ਯਾਨੀ ਜਿਹੋ ਜਿਹੀ ਰੋਸ਼ਨੀ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਲੈ ਕੇ ਆਏ ਸੀ ਨਾ, ਉਹ ਹੁਣ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਦਾ ਇੱਕ ਖਾਸਾ ਸੀਗਾ। ਹੁਣ ਕੋਈ ਹੋਰ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਵਰਗਾ ਨਹੀਂ ਪੈਦਾ ਹੋ ਸਕਦਾ। ਅਲਬੱਤਾ ਉਮਤ ਜਿਹੜੀ ਹੈ
ਉਹ ਇਹ ਕੰਮ ਕਰੇਗੀ, ਲੇਕਿਨ ਉਹ ਉਮਤ ਜਿਹੜਾ ਦੀਨ ਦਾ ਗਲਬਾ ਹੋਏਗਾ, ਉਹ ਜਿਹੜਾ ਦੀਨ ਪੇਸ਼ ਕਰੇਗੀ ਉਹ ਚੰਦ ਦੀ ਮੁਸ਼ਾਬੇ ਹੋਗਾ। ਚੰਦ ਜਿਹੜਾ ਨਾ, ਉਹ ਇੱਕ ਤਾਂ ਗੱਲ ਉਹਦੇ ਵਿੱਚ ਇਹ ਵੀ ਹੈਗੀ ਹੈ ਕਿ ਉਹਦੀ ਆਪਣੀ ਰੋਸ਼ਨੀ ਨਹੀਂ ਹੁੰਦੀ, ਉਹ ਲੈਂਦਾ ਵਾ ਸੂਰਜ ਕੋਲੋਂ ਹੀ। ਤੇ ਉਹ ਮਤਲਬ ਇਹ ਹੈ ਕਿ ਉਹ ਉਸੇ ਰੋਸ਼ਨੀ ਜਿਹੜੀ ਆ ਸੂਰਜ ਵਾਲੀ, ਜਿਹੜੀ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੇ ਕੇ ਗਏ ਸੀ, ਤੇ ਉਹ ਹੁਣ ਜਿਹੜਾ ਨਾ ਦੁਨੀਆ ਨੂੰ ਉੱਦਾਂ ਤੇ ਨਹੀਂ ਨਜ਼ਰ ਆ ਸਕਦੀ। ਤੁਸੀਂ ਕਹੋ ਕਿ ਬਿਲਕੁਲ ਉਹ ਦੌਰੇ ਮੁਹੰਮਦੀ ਆ ਜਾਵੇ ਸੱਲੱਲਾਹੁ ਅਲੈਹਿ ਵਸੱਲਮ, ਬਲਕਿ ਦੌਰੇ ਖੁਲਫਾ ਰਾਸ਼ਿਦੀਨ ਵੀ ਨਹੀਂ ਆ ਸਕਦਾ, ਕਿਉਂਕਿ ਉਹ ਬੰਦਿਆਂ ਦੀ ਤਰਬੀਅਤ ਕੀਤੀ ਸੀ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਨੇ, ਤੇ ਉਸ ਲੈਵਲ ਦੇ ਬੰਦੇ ਨਹੀਂ ਪੈਦਾ ਹੋ ਸਕਦੇ। ਠੀਕ ਹੈ ਨਾ। ਉਹ ਤੇ ਦੌਰੇ ਨਬਵੀ ਚ ਵੀ ਨਹੀਂ ਹੋਏ। ਯਾਨੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਜਿਨ੍ਹਾਂ ਲੋਕਾਂ ਦੀ ਤਰਬੀਅਤ ਕੀਤੀ ਸੀ ਮੱਕੇ ਦੇ ਵਿੱਚ, ਬਾਅਦ ਦੇ ਵਿੱਚ ਮਦੀਨੇ ਦੇ ਵਿੱਚ ਇਜ਼ਾਫਾ ਹੋ ਗਿਆ, ਤੇ ਉਹਨਾਂ ਲੋਕਾਂ ਦੀ ਤਰਬੀਅਤ ਫਿਰ ਉਸ ਲੈਵਲ ਦੀ ਨਹੀਂ ਹੋ ਸਕੀ। ਇਸੇ ਵਾਸਤੇ ਤੇ ਉਹਨਾਂ ਦੇ ਵਿੱਚੋਂ ਬਾਜ਼ ਔਕਾਤ ਗਲਤੀਆਂ ਕਰ ਬੈਂਦੇ ਸੀਗੇ, ਕੋਈ ਨਾ ਕੋਈ ਜਿਹੜਾ ਨਾ ਉਹ ਜ਼ਿਆਦਾ ਕਮਜ਼ੋਰੀਆਂ ਜ਼ਾਹਿਰ ਹੋ ਜਾਂਦੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਮੱਕੇ ਵਾਲਿਆਂ ਦੀ ਨਿਸਬਤ। ਠੀਕ ਹੈ ਨਾ। ਤੇ ਉਹ ਫਿਰ ਜ਼ਾਹਿਰ ਗੱਲ ਆ ਕਿ ਜੇ ਉਦੋਂ ਹੀ ਪਹਿਲੇ ਵਾਲੇ ਤੇ ਬਾਅਦ ਵਾਲੇ ਬਰਾਬਰ ਨਹੀਂ ਹੋਏ, ਤੇ ਹੁਣ ਇਹ ਇੰਨੀ ਦੇਰ ਬਾਅਦ ਕਿਦਾਂ ਬਰਾਬਰ ਹੋ ਸਕਦੇ ਆ। ਬਹਰਹਾਲ ਇਹ ਗਲਬਾ ਜ਼ਰੂਰ ਹੋਣਾ, ਲੇਕਿਨ ਫਰਮਾਇਆ ਲਤਰਕਬੁਨ ਤਬਕਨ ਅਨ ਤਬਕ, ਤੁਸੀਂ ਪਹੁੰਚੋਗੇ ਇੱਥੇ ਦਰਜਾ ਬਦਰਜਾ। ਯਾਨੀ ਕਿਉਂਕਿ ਸੂਰਜ ਤੇ ਹੋ ਜਾਂਦਾ ਇੱਕੋ ਦਫਾ ਹੀ ਪੂਰਾ, ਸਵੇਰ ਹੋਈ ਤੇ ਠੱਕ ਸੂਰਜ ਆ ਗਿਆ, ਤੇ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਆਏ ਤੇ ਦੀਨ ਦਾ ਗਲਬਾ ਹੋ ਗਿਆ। ਲੇਕਿਨ ਫਰਮਾਇਆ ਲਤਰਕਬੁਨ ਤਬਕਨ ਅਨ ਤਬਕ, ਤੁਸੀਂ ਇਸ ਗਲਬੇ ਵਾਲੇ ਪਾਸੇ ਜਾਂ ਇਸ ਰੋਸ਼ਨੀ ਜਿਹੜੀ ਹੈ, ਇਹ ਜਿਹੜੀ ਚੰਦ ਨੇ ਕਰਨੀ ਹੈ ਇਹ ਵੀ ਦਰਜਾ ਬਦਰਜਾ ਹੋਣੀ ਹੈ, ਕਿਉਂਕਿ ਚੰਦ ਪਹਿਲੇ ਦਿਨ ਪੂਰਾ ਨਹੀਂ ਹੁੰਦਾ, ਪਹਿਲੇ ਦਿਨ ਬਰੀਕ ਜਿਹਾ ਹੁੰਦਾ, ਫਿਰ ਹਰ ਰੋਜ਼ ਥੋੜਾ 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 ਵੱਧਦਾ, ਤੇ 14ਵੀਂ ਰਾਤ ਨੂੰ ਜਾ ਕੇ ਜਿਹੜਾ ਨਾ ਉਹ ਪੂਰਾ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਸਮਝ ਲਓ ਕਿ ਇਹ ਜਿਹੜਾ ਦੀਨ ਦਾ ਗਲਬਾ ਹੁਣ ਹੋਣਾ, ਇਹ ਇੱਕ ਲਾਈਫ ਸਪੈਨ ਦੇ ਵਿੱਚ ਨਹੀਂ ਹੋਣਾ। ਯਾਨੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਗਲਬਾ ਜਿਹੜਾ ਉਹ ਤੇ ਸਿਰਫ ਇੱਕ ਫਰਦ ਨੇ ਸ਼ੁਰੂ ਕੀਤਾ ਔਰ ਉਹਨੇ ਚੋਟੀ ਤੇ ਪਹੁੰਚਾ ਦਿੱਤਾ, ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ। ਮੈਂ ਕਹਿੰਦਾ ਹੁੰਦਾ ਮੱਕੇ ਚੋਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਸ਼ੁਰੂ ਹੋਇਆ ਇੱਕ ਫਰਦ ਦੀ ਹਸੀਅਤ ਨਾਲ, ਔਰ ਇੱਕ ਮੁਲਕ ਦੇ ਵਿੱਚ ਅੱਲਾ ਦਾ ਦੀਨ ਗਾਲਬ ਕਰਕੇ ਦੁਨੀਆ ਤੋਂ ਰੁਖਸਤ ਹੋ ਗਿਆ, ਹੁਕਮਰਾਨ ਦੇ ਤੌਰ ਤੇ ਰੁਖਸਤ ਹੋ ਗਿਆ। ਲੇਕਿਨ ਹੁਣ ਜਿਹੜਾ ਨਾ ਇਹ ਦਰਜਾ ਬਦਰਜਾ, ਠੀਕ ਹੈ ਨਾ, ਹਰ ਦੌਰ ਦੇ ਵਿੱਚ ਕੋਈ ਅੱਲਾ ਦਾ ਬੰਦਾ ਪੈਦਾ ਹੋਏਗਾ, ਉਹ ਥੋੜਾ ਥੋੜਾ ਕੰਮ ਕਰੇਗਾ ਕੰਮ ਕਰੇਗਾ ਕੰਮ ਕਰੇਗਾ ਹਰ ਕੋਈ। ਠੀਕ ਹੈ ਨਾ। ਔਰ ਇਹ ਕਿਸੇ ਇੱਕ ਦਾ ਕੰਟਰੀਬਿਊਸ਼ਨ ਨਹੀਂ ਹੋਣਾ, ਕਿਸੇ ਇੱਕ ਆਲਮ ਦੀਨ ਦਾ ਜਾਂ ਕਿਸੇ ਮੁਜੱਦਦ ਦਾ, ਬਲਕਿ ਕਈ ਸਾਰਿਆ ਕੰਮ ਹੈ ਜਿਹੜਾ ਨਾ। ਹੁਣ ਅਸੀਂ ਅਗਰ ਦੇਖੀਏ ਤੇ ਕਿੰਨੇ ਸਾਰੇ ਜਿਹੜਾ ਨਾ ਮੁਜੱਦਦ ਅਲ-ਅਫਸਾਨੀ ਰਹਿਮਤੁल्लाह ਅਲੈਹ, ਔਰ ਇਸੇ ਤਰੀਕੇ ਨਾਲ ਜਿਹੜਾ ਨਾ ਉਹ ਸ਼ਾਹ ਵਲੀ ਅੱਲਾ ਦਹਿਲਵੀ ਰਹਿਮਤੁल्लाह ਅਲੈਹ, ਔਰ ਫਿਰ ਇਸੇ ਤਰੀਕੇ ਨਾਲ ਸ਼ੇਖੁਲ ਹਿੰਦ ਰਹਿਮਤੁल्लाह ਅਲੈਹ, ਫਿਰ ਮੌਲਾਨਾ ਮੌਦੂਦੀ ਰਹਿਮਤੁल्लाह ਅਲੈਹ, ਡਾਕਟਰ ਇਸਰਾਰ ਅਹਿਮਦ ਰਹਿਮਤੁल्लाह ਅਲੈਹ। ਮਤਲਬ ਇਸ ਤਰੀਕੇ ਦੇ ਨਾਲ ਇੱਕ ਜਿਹੜਾ ਨਾ ਉਹ ਮਤਲਬ ਇਹ ਕਿ ਬਹੁਤ ਸਾਰੇ, ਮੈਂ ਤਾਂ ਸਿਰਫ ਐਸੇ ਬਰ ਸਗੀਰ ਦੇ ਹਵਾਲੇ ਨਾਲ ਗੱਲ ਕੀਤੀ ਹੈ, ਮਤਲਬ ਬਹੁਤ ਸਾਰੇ ਲੋਕਾਂ ਦਾ, ਕਿੰਨੇ ਲੋਕਾਂ ਨੇ ਤਫਸੀਰਾਂ ਲਿਖੀਆਂ, ਕੁਰਾਨ ਦੇ ਹਲਕੇ ਕਾਇਮ ਕੀਤੇ, ਕੁਰਾਨ ਨੂੰ ਆਮ ਕਰਨ ਦੀ ਕੋਸ਼ਿਸ਼ ਕੀਤੀ, ਇਹ ਸਾਰਾ ਕੰਟਰੀਬਿਊਸ਼ਨ ਆ ਉਹਨਾਂ ਦਾ ਉਹਦੇ ਵਿੱਚ। ਜ਼ਰੂਰੀ ਨਹੀਂ ਕਿ ਜਿਹਨਾਂ ਦਾ ਮੈਂ ਨਾਂ ਨਹੀਂ ਲਿਆ ਤੇ ਉਹਨਾਂ ਦਾ ਕੋਈ ਕੰਟਰੀਬਿਊਸ਼ਨ ਨਹੀਂ ਹੈਗਾ, ਮਤਲਬ ਹਰ ਇੱਕ ਦਾ ਫਿਰ ਉਹ ਹੁੰਦਾ, ਤੇ ਚੰਦ ਨਾਮ ਮੈਂ ਲੈ ਦਿੱਤੇ ਆ। ਲੇਕਿਨ ਜਿਹੜੇ ਵੀ ਇਖਲਾਸ ਨਾਲ ਕੰਮ ਕਰ ਰਿਹਾ ਆ ਉਹਨਾਂ ਦਾ ਸਭ ਦਾ ਕੰਟਰੀਬਿਊਸ਼ਨ ਹੈ ਇਹਦੇ ਵਿੱਚ, ਕਿਉਂਕਿ ਇਹ ਹੋਣਾ ਦਰਜਾ ਬਦਰਜਾ। ਲਤਰਕਬੁਨ ਤਬਕਨ ਅਨ ਤਬਕ, ਤੇ ਤੁਸੀਂ ਉਸ ਰੋਸ਼ਨੀ ਨੂੰ ਜਿਹੜੀ ਪੂਰੇ ਚੰਦ ਦੀ ਆ ਉਹ ਤੱਕ ਤੁਸੀਂ ਪਹੁੰਚੋਗੇ ਸਟੈਪ ਬਾਈ ਸਟੈਪ, ਦਰਜਾ ਬਦਰਜਾ। ਬਹਰਹਾਲ ਲੱਗਦਾ ਇਹ ਹੈ ਕਿ ਹੁਣ ਉਹ ਆਖਰੀ ਟਾਈਮ ਆ ਗਿਆ। ਠੀਕ ਹੈ ਨਾ। ਦਰਜਾ ਬਦਰਜਾ ਗੱਲ ਉੱਥੇ ਪਹੁੰਚ ਗਈ ਹੈ, ਔਰ ਇਹਦਾ ਸਬੂਤ ਜਿਹੜਾ ਨਾ ਕਈ ਪਾਸਿਓਂ ਹੀ ਮਿਲਦਾ ਹੈ। ਹੁਣ ਮੈਂ ਐਵੇਂ ਕੋਈ ਗੱਲ ਕਰ ਦੇਵਾਂ ਤੇ ਉਹ ਫਿਰ ਦੇਖੋ ਨਾ, ਆ ਜਿਹੜੀ ਹੁਣ ਜੰਗ ਹੋਈ ਹੈ, ਕਈ ਲੋਕ ਤੇ ਉਹ ਜਿੱਦਾਂ ਕਹਿੰਦੇ ਆਟਾ ਗੁੰਨਦੀ ਹਿਲਦੀ ਕਿਉਂ ਆ, ਤੇ ਕੋਈ ਨਾ ਕੋਈ ਗੱਲ ਕੱਢਣਗੇ।
ਤੇ ਬਹਰਹਾਲ ਚਲੋ ਉਹਨਾਂ ਦੀ ਗੱਲ ਵੀ ਹੋਏਗੀ ਆਪਣੀ ਜਗ੍ਹਾ, ਲੇਕਿਨ ਤੁਸੀਂ ਜ਼ਰਾ ਦੇਖੋ ਕਿ ਜਿਸ ਫੌਜ ਨੂੰ ਅਸੀਂ ਕਹਿੰਦੇ ਸੀ ਕਿ ਬੇਕਾਰ ਆ, ਨਕੰਮੀ ਆ, ਏਦਾਂ ਵਾ ਏਦਾਂ ਵਾ, ਔਰ ਉਹ ਕੁਰਾਨ ਦੀਆਂ ਗੱਲਾਂ ਕਰਨ ਲੱਗ ਪਏ। ਹਾਲਾਂਕਿ ਹਜੇ ਕਈ ਲੋਕਾਂ ਨੂੰ ਇਤਰਾਜ਼ ਆ ਜੀ ਸੂਦ ਕਿਉਂ ਨਹੀਂ ਬੰਦ ਕੀਤਾ, ਉਹ ਨਹੀਂ ਕੀਤਾ। ਠੀਕ ਹੈ, ਅਸੀਂ ਵੀ ਕਹਿੰਦੇ ਬੰਦ ਹੋਣਾ ਚਾਹੀਦਾ, ਮਗਰ ਉਹ ਹੋ ਸਕਦਾ ਇਹਨਾਂ ਦੇ ਹਿੱਸੇ 'ਚ ਅੱਲਾ ਨੇ ਇੰਨਾ ਹੀ ਕੰਮ ਲਿਖਿਆ ਹੋਵੇ, ਦਰਜਾ ਬਦਰਜਾ ਜੋ ਅੱਗੇ ਕਹਾ ਬਣ ਕੋਈ ਉਹ ਵੀ ਆ ਜਾਏਗਾ, ਕੋਈ ਉੱਦਾਂ ਦੇ ਵੀ ਆ ਜਾਣਗੇ, ਭਾਵੇਂ ਉਹ ਸਿਆਸਤਦਾਨਾਂ 'ਚੋਂ ਆ ਜਾਣ ਜਾਂ ਕਿੱਧਰੋਂ ਆ ਜਾਣ, ਜਾਂ ਜਿੱਧਰੋਂ ਵੀ ਅੱਲਾ ਲੈਗਾ, ਸਾਨੂੰ ਪਤਾ ਹੀ ਨਹੀਂ। ਸਾਨੂੰ ਇਹਨਾਂ ਦਾ ਕਿਹੜਾ ਪਤਾ ਸੀਗਾ ਵੀ ਇਹ ਬੁਨਿਆਨ ਮਰਸੂਸ ਜਿਹੜੀ ਆ ਇਹ ਮਤਲਬ ਆ ਜਾਣੀ ਹੈ। ਇਹ ਕੋਈ ਹਾਫਜ਼ੇ ਕੁਰਾਨ ਪਾਕਿਸਤਾਨ ਦਾ ਚੀਫ ਆਫ ਆਰਮੀ ਸਟਾਫ ਬਣ ਜਾਣਾ, ਫੀਲਡ ਮਾਰਸ਼ਲ ਬਣ ਜਾਣਾ, ਸਾਨੂੰ ਕੀ ਪਤਾ ਸੀਗਾ ਇਸ ਗੱਲ ਦਾ। ਅਸੀਂ ਤੇ ਇਹੀ ਕਹਿੰਦੇ ਸੀ ਸ਼ਰਾਬੀ ਹੁੰਦੇ ਆ, ਇਜ਼ਾਨੀ ਹੁੰਦੇ ਆ। ਉਹ ਯਾਹੀਆ ਖਾਨ ਗਾਣੇ ਸੁਣਦਾ ਹੁੰਦਾ ਸੀ, ਸ਼ਰਾਬੀ ਸੀਗਾ, ਮੁਲਕ ਤੋੜ ਦਿੱਤਾ, ਇਹ ਕਰ ਦਿੱਤਾ, ਉਹ ਕਰ ਦਿੱਤਾ। ਤਾਂ ਅੱਜ ਦੁਨੀਆ ਦੇ ਵਿੱਚ ਜਿਹੜੀ ਹਲਚਲ ਮਚੀ ਹੈ ਉਹ ਵੀ ਉਹਨਾਂ ਚੋਂ ਹੀ ਨਿਕਲ ਆਇਆ। ਇਹ ਅੱਲਾ ਮੁਰਦਿਆਂ ਚੋਂ ਜ਼ਿੰਦਾ, ਜ਼ਿੰਦਾ ਚੋਂ ਮੁਰਦਾ ਕੱਢ ਲੈਂਦਾ। ਲਿਹਾਜ਼ਾ ਜਿਹੜਾ ਨਾ ਉਹ ਸਾਨੂੰ ਇਹ ਨਹੀਂ ਪਤਾ ਕਿ ਕਿਹਦੇ ਹੱਥੋਂ ਹੋ ਜਾਣਾ, ਲੇਕਿਨ ਹੋਣਾ ਹੈ ਇਨਸ਼ਾ ਅੱਲਾ। ਫਮਾ ਲਹੁਮ ਲਾ ਯੂਮਿਨੂਨ, ਤੇ ਫਰਮਾਇਆ ਕਿ ਇਹਨਾਂ ਨੂੰ ਕੀ ਗੱਲ ਹੈ, ਇਹਨਾਂ ਨੂੰ ਯਕੀਨ ਹੀ ਨਹੀਂ ਆਉਂਦਾ। ਇਹਨਾਂ ਨੂੰ ਤਾਂ ਇਹ ਮੱਕੇ 'ਚ ਨਾਜ਼ਲ ਹੋ ਰਹੀ ਹੈ ਨਾ, ਯਾਨੀ ਅੱਲਾਹ ਤਾਲਾ ਫਰਮਾਉਂਦਾ ਕਿ ਇਹ ਇਸ ਗੱਲ ਦਾ ਯਕੀਨ ਨਹੀਂ ਕਰਦੇ, ਇਸ ਗੱਲ ਨੂੰ ਨਹੀਂ ਮੰਨਦੇ ਕਿ ਜਿਹੜਾ ਨਾ ਇਹ ਰੌਸ਼ਨੀ ਜਿਹੜੀ ਹੈ, ਇਹ ਜਿਹੜੀ ਇੱਥੋਂ ਸ਼ੁਰੂ ਹੋਈ ਹੈ, ਇਹਨੇ ਸਾਰੀ ਜ਼ਮੀਨ ਤੇ ਫੈਲ ਜਾਣਾ। ਵਇਜ਼ਾ ਕੋਰੀਆ ਅਲੈਹਿਮੁਲ ਕੁਰਾਨ ਲਾ ਯਸਜਦੂਨ, ਔਰ ਇਹਨਾਂ ਦੇ ਸਾਹਮਣੇ ਜਿਸ ਵੇਲੇ ਕੁਰਾਨ ਪੜ੍ਹਿਆ ਜਾਂਦਾ ਤੇ ਕੁਰਾਨ ਦੇ ਅੱਗੇ ਝੁਕਦੇ ਨਹੀਂ। ਇਹ ਵੈਸੇ ਆਏ ਤੇ ਸਜਦਾ ਵੀ ਹੈ, ਸਜਦਾ ਵੀ ਕਰ ਲੈਣਾ, ਲੇਕਿਨ ਮਤਲਬ ਇਹ ਹੈ ਕਿ ਇਹ ਅੱਲਾ ਦੇ ਅੱਗੇ ਨੀਵੇਂ ਨਹੀਂ ਹੁੰਦੇ, ਝੁਕਦੇ ਨਹੀਂ, ਇਹਨਾਂ ਗੱਲਾਂ ਨੂੰ ਇਹ ਮੰਨਦੇ ਨਹੀਂ। ਬਲਿਲਜ਼ੀਨਾ ਕਫਰੂ ਯੁਕਜ਼ਿਬੂਨ, ਔਰ ਬਲਕਿ ਕਾਫਰ ਤੇ ਜਿਹੜਾ ਇਹ ਤਾਂ ਝੂਠ ਹੀ ਮੰਨਦੇ ਆ, ਇਹਨੂੰ ਸੱਚ ਨਹੀਂ ਮੰਨਦੇ। ਅੱਜ ਵੀ ਇਦਾਂ ਹੀ ਸਾਡੇ ਜਿਹੜਾ ਉਹ ਲੱਗੇ ਆ, ਉਹ ਕਹਿਣਗੇ ਨਹੀਂ ਇਹਦੇ 'ਚ ਇਹ ਨਹੀਂ ਹੋਣਾ। ਇੱਕ ਐਸੇ ਪੂਰਾ ਤਬਕਾ ਹੈ, ਜਾਵੇਦ ਅਹਿਮਦ ਗਾਂਧੀ ਹੈ, ਮੌਲਾਨਾ ਵਹੀਦੁੱਦੀਨ ਖਾਨ ਹੈ, ਹੋਰ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਆਪਣੀ ਜਗ੍ਹਾ ਜਿਹੜਾ ਉਹਨਾਂ ਦੇ ਫਲਸਫੇ ਜਿਹੜਾ ਚੱਲ ਰਿਹਾ। ਵੱਲਾਹੁ ਆਲਮੁ ਬਿਮਾ ਯੂਨ, ਔਰ ਅੱਲਾਹ ਤਾਲਾ ਨੂੰ ਖੂਬ ਪਤਾ ਹੈ ਕਿ ਇਹਨਾਂ ਦੇ ਦਿਲਾਂ ਦੇ ਵਿੱਚ ਕਿਹੜੀ ਸ਼ੈ ਭਰੀ ਹੋਈ ਆ। ਯਾਨੀ ਇਹਨਾਂ ਦੇ ਦਿਲਾਂ ਦੇ ਵਿੱਚ ਕੀ ਕੁਛ ਹੈਗਾ, ਅੱਲਾ ਨੂੰ ਪਤਾ ਕਿੰਨਾ ਤਕੱਬਰ ਹਸਦ ਭਰਿਆ ਹੋਇਆ ਇਹਨਾਂ ਦੇ ਦਿਲਾਂ ਦੇ ਵਿੱਚ, ਦੀਨ ਦੇ ਬਾਰੇ 'ਚ, ਜਾਂ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ 'ਚ। ਫਬਸ਼ਿਰਹੁਮ ਬਿਅਜ਼ਾਬਿਨ ਅਲੀਮ, ਤੈ ਨਬੀ ਸੱਲੱਲਾਹੁ ਅਲੈਹਿ ਵਸੱਲਮ ਇਹਨਾਂ ਨੂੰ ਖੁਸ਼ਖਬਰੀ ਦੇ ਦਿਓ ਦਰਦਨਾਕ ਅਜ਼ਾਬ ਦੀ, ਕਿ ਇਹਨਾਂ ਵਾਸਤੇ ਦਰਦਨਾਕ ਅਜ਼ਾਬ ਆ। ਇਲਾ ਲਜ਼ੀਨਾ ਆਮਨੂ व अमिलु स्वालिहात, ਸਿਵਾਏ ਉਹਨਾਂ ਲੋਕਾਂ ਦੇ ਜਿਹੜੇ ਈਮਾਨ ਲਿਆਏ ਤੇ ਉਹਨਾਂ ਨੇ ਚੰਗੇ ਕੰਮ ਕੀਤੇ, ਉਹਨਾਂ ਵਾਸਤੇ ਦਰਦਨਾਕ ਅਜ਼ਾਬ ਨਹੀਂ ਹੈਗਾ। ਲਹੁਮ ਅਜਰੁਨ ਗੈਰ ਮਮਨੂਨ, ਹੁਣ ਇਹਦਾ ਮਤਲਬ ਕੀ ਹੈ ਇੱਥੇ ਇਸ ਅਮਲੇ ਸਾਲੇ ਦਾ? ਇਹ ਨੋਟ ਕਰੋ, ਮੱਕੇ 'ਚ ਨਾਜ਼ਲ ਹੋ ਰਹੀ ਹੈ, ਤੇ ਮਤਲਬ ਇਹ ਹੈ ਵੀ ਜਿਹੜੇ ਇਸ ਦੀਨ ਦੇ ਗਲਬੇ ਵਾਸਤੇ ਜਦੋਂ ਜੋਹਦ ਕਰਨਗੇ, ਲਹੁਮ ਅਜਰੁਨ ਗੈਰ ਮਮਨੂਨ, ਉਹਨਾਂ ਵਾਸਤੇ ਬਹੁਤ ਬੜਾ ਅਜਰ ਆ। ਜਿਨ੍ਹਾਂ ਨੇ ਉਦੋਂ ਵੀ ਕੰਮ ਕੀਤਾ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ 'ਚ, ਔਰ ਜਿਹੜੇ ਬਾਅਦ ਦੇ ਵਿੱਚ ਵੀ ਕਰਨਗੇ, ਉਹਨਾਂ ਵਾਸਤੇ ਵੀ ਫਿਰ ਜਿਹੜਾ ਨਾ ਅੱਲਾਹ ਤਾਲਾ ਦੇ ਹਾਂ ਬੜਾ ਅਜਰ ਹੈ। ਅੱਛਾ ਜੀ, ਇਸ ਤੋਂ ਅੱਗੇ ਆ ਗਈ ਹੈ ਸੂਰਾ ਬੁਰੂਜ। ਕੁਰਾਨ ਕਰੀਮ ਦੇ ਵਿੱਚ ਸੂਰਾ ਬੁਰੂਜ ਜਿਹੜੀ ਆ ਉਹਦਾ ਨੰਬਰ 85 ਹੈ। ਇਨਸ਼ਿਕਾਕ ਦਾ 84 ਸੀ ਤੇ ਬਰੂਜ ਦਾ 85 ਹੈ। ਤੇ ਇਹ ਹੁਣ ਅਸੀਂ ਇਹਦਾ ਮੁਤਾਲਾ ਕਰਨ ਲੱਗੇ ਹਾਂ। ਬਿਸਮਿल्लाह रहमान रहीम, ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜਿਹੜਾ ਨਹਾਇਤ ਮਿਹਰਬਾਨ ਔਰ ਹਰ ਵੇਲੇ ਰਹਿਮ ਕਰਨ ਵਾਲਾ। ਵਾਇਜ਼ ਸਮਾਏ ਜ਼ਾਤਿਲ ਬੁਰੂਜ, ਕਸਮ ਹੈ ਆਸਮਾਨ ਦੀ ਜਿਹੜਾ ਬੁਰਜਾਂ ਵਾਲਾ, ਯਾਨੀ ਬੁਰਜ ਤੋਂ ਮੁਰਾਦ ਸਿਤਾਰੇ ਸਿਆਰੇ, ਇਹ ਸਾਰੇ ਜਿਹੜੇ ਹੈ ਨਾ ਇਹਨਾਂ ਨੂੰ ਬੁਰਜ ਕਿਹਾ ਗਿਆ। ਕਸਮ ਹੈ ਬੁਰਜਾਂ ਵਾਲੇ ਆਸਮਾਨ ਦੀ। ਵਲ ਯੌਮਿਲ ਮਊਦ, ਔਰ ਉਹ ਵਾਅਦੇ ਵਾਲੇ ਦਿਨ ਦੀ। ਵਾਅਦੇ ਵਾਲੇ ਦਿਨ ਤੋਂ ਮੁਰਾਦ ਕੀ ਹੈ ਕਿ ਜਿੱਦਣ
क़यामत दा दिन, हिसाब किताब दा दिन, हशर दा दिन। व शाहिदन व मशहूद, और जिहड़ा ना वो शाहिदन मतलब है कि जिहड़े शाहिद देखण वाले, देखण वाला कह लो, देखण वाला मौजूद है, ਉਹਨੂੰ ਕਹਿੰਦੇ ਨਾ ਸ਼ਾਹਿਦ, ਗਵਾਹ ਵੀ ਉਹਨੂੰ ਕਹਿੰਦੇ ਆ। ਔਰ ਜਿੱਥੇ ਮਤਲਬ ਹੈ ਕਿ ਜਿੱਥੇ ਕੋਈ ਚੀਜ਼ ਨੂੰ ਦੇਖਿਆ ਜਾਂਦਾ ਉਹ ਮਤਲਬ ਹੈ ਕਿ ਮਸ਼ਹੂਦ, ਜਿੱਥੇ ਉਹ ਸ਼ਾਹਿਦ ਮੌਜੂਦ ਹੈ, ਉਹ ਹਾਜ਼ਰ ਹੈ, ਉਸ ਜਗ੍ਹਾ ਨੂੰ ਕਿਹਾ ਜਾਂਦਾ। ਤੇ ਮਤਲਬ ਇਹ ਹੈ ਕਿ ਵੇਖਣ ਵਾਲੇ ਦੀ ਵੀ ਕਸਮ, ਔਰ ਉਹ ਜਿਸ ਚੀਜ਼ ਨੂੰ ਉਹ ਦੇਖ ਰਹੇ ਆ, ਮਸ਼ਹੂਦ ਉਹ ਚੀਜ਼ ਆ ਜਿਹਨੂੰ ਉਹ ਦੇਖ ਰਹੇ ਆ, ਔਰ ਉਹ ਵੀ ਉਹਦੀ ਵੀ ਕਸਮ। ਉਹ ਸ਼ਾਹਿਦ ਵ ਮਸ਼ਹੂਦ, ਉਹਦੀ ਵੀ ਕਸਮ ਹੈ। ਅਸਲ ਦੇ 'ਚ ਇੱਥੇ ਇੱਕ ਵਾਕਿਆ ਆ ਰਿਹਾ, ਔਰ ਇਹ ਵਾਕਿਆ ਹੁਣ ਅਗਲੀ ਆਇਤ ਦੇ ਵਿੱਚ ਬਿਆਨ ਹੋ ਰਿਹਾ। ਕੋਤਿਲਾ ਅਸਹਾਬੁਲ ਉਖਦੂਦ, ਮਾਰੇ ਗਏ ਖੰਦਕਾਂ ਵਾਲੇ। ਅਸਲ ਦੇ ਵਿੱਚ ਨਾ ਇਹ ਯਮਨ ਦੇ ਵਿੱਚ ਬੜਾ ਅਰਸਾ ਜਿਹੜਾ ਨਾ ਉਹ ਈਸਾਈਆਂ ਦੀ ਹਕੂਮਤ ਰਹੀ। ਲੇਕਿਨ ਫਿਰ ਇੱਕ ਜ਼ਮਾਨਾ ਆਇਆ ਕਿ ਉੱਥੇ ਜਿਹੜਾ ਨਾ ਉਹ ਈਸਾਈਆਂ ਦੀ ਹਕੂਮਤ ਕਾਇਮ ਹੋ ਗਈ, ਯਹੂਦੀਆਂ ਦੀ ਹਕੂਮਤ ਕਾਇਮ ਹੋ ਗਈ। ਕਾਫੀ ਅਰਸਾ ਜਿਹੜਾ ਨਾ ਉਹ ਈਸਾਈਆਂ ਦੀ ਹਕੂਮਤ ਰਹੀ, ਫਿਰ ਯਹੂਦੀਆਂ ਦੀ ਹਕੂਮਤ ਕਾਇਮ ਹੋ ਗਈ। ਉਹ ਯਹੂਦੀ ਜਿਹੜੇ ਔਰ ਈਸਾਈ ਜਿਹੜੇ ਸੀ, ਉਹ ਫਿਰ ਇੱਕ ਦੂਸਰੇ ਦੇ ਨਾਲ ਉਹਨਾਂ ਦੀ ਚਪਕਲਸ ਸੀਗੀ। ਤੇ ਉਹ ਈਸਾਈਆਂ ਨੇ ਜਿਹੜਾ ਨਾ ਉਹ ਯਹੂਦੀਆਂ ਨੂੰ ਬੜੀਆਂ ਤਕਲੀਫਾਂ ਦਿੱਤੀਆਂ, ਤੇ ਉਹਨਾਂ ਨੇ ਖੰਦਕਾਂ ਪੱਟੀਆਂ, ਖੰਦਕਾਂ ਦੇ ਵਿੱਚ ਅੱਗ ਬਾਲੀ, ਔਰ ਅੱਗ ਬਾਲ ਕੇ ਜ਼ਿੰਦਾ ਯਹੂਦੀਆਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ, ਮਰਦਾਂ ਨੂੰ ਉਹਦੇ ਵਿੱਚ ਸਿੱਟਿਆ, ਜਿੱਦਾਂ ਅੱਜ ਉਹ ਇਸਰਾਈਲ ਗਜ਼ਾ ਦੇ ਵਿੱਚ ਕਰ ਰਿਹਾ ਨਾ। ਉਹ ਅੱਜ ਕੱਲ੍ਹ ਦੇ ਦੌਰ ਦੇ 'ਚ ਹੋਰ ਤਰ੍ਹਾਂ ਅੱਗ ਲਾਉਂਦਾ, ਉਦੋਂ ਇਹਨਾਂ ਨੇ ਇੱਦਾਂ ਲਾਈ ਸੀ। ਇਹ ਸ਼ੁਰੂ ਦੇ ਇੱਦਾਂ ਦੇ ਹੀ ਆ। ਤੇ ਉਹ ਫਿਰ ਜਿਸ ਵੇਲੇ ਉਹ ਖੰਦਕਾਂ ਦੇ ਵਿੱਚ ਉਹਨਾਂ ਨੂੰ ਸਾੜਿਆ, ਤੇ ਉਹ ਆਪ ਉਹਨਾਂ ਨੂੰ ਸੜਦਾ ਵੇਖਦੇ ਸੀ। ਜਿਵੇਂ ਕਹਿੰਦੇ ਨਾ ਕਿਸੇ ਬੰਦੇ ਨੂੰ ਜਿਹੜਾ ਨਾ ਉਹ ਤਕਲੀਫ ਵੀ ਦਿੰਦੀ, ਤੇ ਉਹਦੇ ਵਾਸਤੇ ਫਿਰ ਜਿਹੜਾ ਨਾ ਉਹ ਮੁਖਾਲਫ ਜਿਹੜੇ ਆ ਉਹ ਉੱਥੇ ਆ ਕੇ ਤਾੜੀਆਂ ਮਾਰਦੇ ਆ, ਉਹਨਾਂ ਨੂੰ ਜਲਦਾ ਦੇਖਦੇ ਆ, ਉਹਨਾਂ ਦਾ ਤਮਾਸ਼ਾ ਦੇਖਦੇ ਆ ਵੀ ਕਿੱਦਾਂ ਇਹ ਤੜਫਦੇ ਆ। ਇਹ ਹੈ ਜਿਹੜਾ ਫਰਮਾਇਆ ਕਿ ਉਹ ਸ਼ਾਹਿਦ ਔਰ ਮਸ਼ਹੂਦ ਤੋਂ ਮੁਰਾਦ ਆ ਕਿ ਦੇਖਣ ਵਾਲੇ ਉਹ ਸੀ ਯਹੂਦੀ, ਤੇ ਜਿਨ੍ਹਾਂ ਨੂੰ ਵੇਖਦੇ ਸੀ ਮਸ਼ਹੂਦ ਉਹ ਈਸਾਈ ਸੀਗੇ, ਜਿਹੜੇ ਸੜਨ ਡਏ ਸੀਗੇ ਤੇ ਉੱਤੇ ਬੈਠੇ ਤਾੜੀਆਂ ਮਾਰਦੇ ਸੀਗੇ। ਤੇ ਫਰਮਾਇਆ ਕੋਤਿਲਾ ਅਸਹਾਬੁਲ ਉਖਦੂਦ, ਔਰ ਉਹ ਖੰਦਕਾਂ ਵਾਲੇ, ਖੰਦਕਾਂ ਮਤਲਬ ਆ ਕਿ ਖੰਦਕਾਂ ਪੱਟਣ ਵਾਲੇ ਮਾਰੇ ਗਏ। ਬਾਕੀ ਵਕਤੀ ਤੌਰ ਤੇ ਮਾਰੇ ਗਏ ਉਹ ਜਿਨ੍ਹਾਂ ਨੂੰ ਉੱਥੇ ਸਾੜਿਆ, ਮਤਲਬ ਇਹ ਆ ਵੀ ਉਹ ਈਸਾਈ। ਲੇਕਿਨ ਉਹ ਤੇ ਵਕਤੀ ਬਾਤ ਸੀ ਨਾ, ਕੁਛ ਦੇਰ ਉਹਨਾਂ ਨੂੰ ਤਕਲੀਫ ਹੋਈ, ਜਿੱਦਾਂ ਹਰ ਬੰਦੇ ਨੇ ਮਰਨਾ ਹੀ ਹੁੰਦਾ। ਲੇਕਿਨ ਅਸਲ ਮਾਰੇ ਗਏ ਜਿਨ੍ਹਾਂ ਨੇ ਖੰਦਕਾਂ ਪੱਟੀਆਂ ਸੀਗੀਆਂ, ਖੰਦਕਾਂ ਪੱਟੀਆਂ ਸੀ, ਉਹ ਮਾਰੇ ਗਏ। ਉਹਨਾਂ ਦੀ ਸਜ਼ਾ ਬਹੁਤ ਲੰਮੀ ਹੋਣੀ ਹੈ। ਇਨਹਾ ਲਾ ਜੰਨਤੁਨ ਅਬਦਾ ਔ ਲਾ ਨਾरुन ਅਬਦਾ, ਹਮੇਸ਼ਾ ਦੀ ਜੰਨਤ ਹੈ, ਹਮੇਸ਼ਾ ਦੀ ਅੱਗ ਹੈ। अन्नार ज़ातिल वकूद, और एक ਅੱਗ ਸੀ ਜਿਹੜੀ ਬਾਲਣ ਦੇ ਨਾਲ ਬਾਲੀ ਗਈ। ਯਾਨੀ ਇੱਕ ਅੱਗ ਸੀ ਉਹਨਾਂ ਨੇ ਬਾਲੀ ਬਾਲਣ ਦੇ ਨਾਲ। ਇਜ਼ ਹੁਮ ਅਲੈਹਾ ਕਊਦ, ਜਿਸ ਵੇਲੇ ਉਹ ਉਹਦੇ ਉੱਤੇ ਬੈਠ ਕੇ ਨਜ਼ਾਰੇ ਕਰਦੇ। ਕੋ ਉਹਨਾਂ ਨੇ ਸਟੂਡੀਅਮ ਬਣਾਏ ਹੋਣੇ ਆ ਨਾ, ਜਿੱਥੇ ਫਿਰ ਇਸ ਤਰ੍ਹਾਂ ਬਹਿ ਕੇ ਤੇ ਸੜਦਿਆਂ ਨੂੰ ਵੇਖਦੇ ਹੋਣਗੇ। ਵਹੁਮ ਅਲਾ ਮਾ ਯਫਅਲੂਨਾ ਬਿਲ ਮੋਮਿਨੀਨਾ ਸ਼ਹੂਦ, ਔਰ ਉਹ ਉੱਥੇ ਬੈਠ ਕੇ ਮੋਮਿਨਾਂ ਦਾ ਨਜ਼ਾਰਾ ਕਰਦੇ ਸੀ, ਮੋਮਿਨਾਂ ਨੂੰ ਸੜਦਿਆਂ ਹੋਇਆਂ ਵੇਖਦੇ ਸੀ। ਉਹ ਹੁਣ ਜਿਹੜੇ ਈਮਾਨ ਵਾਲੇ ਸੀ ਈਸਾਈ, ਤੇ ਉਹਨਾਂ ਨੂੰ ਸੜਦਿਆਂ ਹੋਇਆਂ ਬੈਠ ਕੇ, ਯਾਨੀ ਜੋ ਉਹ ਕਰਦੇ ਸੀ ਫਿਰ ਉਹਨੂੰ ਵੇਖਦੇ ਵੀ ਸੀ। ਕਰਦੇ ਵੀ ਮਤਲਬ ਇਹ ਸਾੜਦੇ ਵੀ ਉਹ ਸੀ, ਤੇ ਫਿਰ ਸਾੜਨ ਦਾ ਨਜ਼ਾਰਾ ਵੀ ਲੈਂਦੇ ਸੀਗੇ। ਵਮਾ ਨਕਮੂ ਮਿਨਹੁਮ, ਤੇ ਉਹਨਾਂ ਨੇ ਉਹਨਾਂ ਕੋਲੋਂ ਕੋਈ ਇੰਤਕਾਮ ਨਹੀਂ ਲਿਆ, ਕਿਸੇ ਸ਼ੈ ਦਾ ਇੰਤਕਾਮ ਨਹੀਂ ਲਿਆ ਇਲਾ ਅਨ ਯੁਮਿਨੂ ਬਿல்லாਹਿਲ ਅਜ਼ੀਜ਼ਲ ਹਮੀਦ, ਬਸ ਇਸ ਗੱਲ ਦਾ ਕਿ ਉਹ ਅੱਲਾ ਗਾਲਬ ਔਰ ਖੂਬੀਆਂ ਵਾਲੇ ਦੇ ਉੱਤੇ ਈਮਾਨ ਲਿਆਇਆ ਸੀ। ਇਹ ਹੀ ਜਿੱਦਾਂ ਹੁਣ ਅਸੀਂ ਕਹਿੰਦੇ ਹਾਂ ਕਿ ਮੁਸਲਮਾਨਾਂ ਦਾ ਯਹੂਦੀਆਂ ਦਾ ਕੀ ਮਸਲਾ ਹੈ।
सिर्फ मुहम्मद रसूलुल्लाह सल्लल्लाहु अलैहि वसल्लम का आना और मुहम्मद रसूलुल्लाह सल्लल्लाहु अलैहि वसल्लम या मुहम्मद रसूलुल्लाह सल्लल्लाहु अलैहि वसल्लम की दी हिदायत इहदे नाल दुश्मनी बन गई। अल्लाजी लहू मुल्कु समावात वल अर्द, ओ जात ਜਿਹੜੀ ਬਾਦਸ਼ਾਹ ਵਾ ਇਖਤਿਆਰ ਰੱਖਦੀ ਹੈ ਆਸਮਾਨਾਂ ਜ਼ਮੀਨਾਂ ਦੇ ਵਿੱਚ, ਉਹ ਉਹਨੂੰ ਮੰਨਦੇ ਸੀਗੇ, ਯਾਨੀ ਜਿਹਨਾਂ ਨੂੰ ਸਾੜਿਆ ਉਹ ਉਸ ਜ਼ਾਤ ਦੇ ਉੱਤੇ ਈਮਾਨ ਰੱਖਦੇ ਸੀ। ਵੱਲਾਹੁ ਅਲਾ ਕੁੱਲ ਸ਼ੈਨ ਸ਼ਹੀਦ, ਔਰ ਅੱਲਾਹ ਤਾਲਾ ਸਭ ਕੁਝ ਵੇਖ ਰਿਹਾ ਕਿ ਮੇਰੇ ਮੰਨਣ ਵਾਲਿਆਂ ਤੇ ਮੇਰੇ ਉਹ ਈਮਾਨ ਲਾਉਣ ਵਾਲਿਆਂ ਨਾਲ ਇਹਨਾਂ ਨੇ ਕਿਹੜੀ ਕੀਤੀ। ਤੇ ਮਤਲਬ ਆ ਉਹ ਪੁੱਛੇਗਾ ਵੀ, ਉਹ ਪੁੱਛ ਲਏਗਾ। ਇਨ ਲਜ਼ੀਨਾ ਫਤਨੁਲ ਮੋਮਿਨੀਨ ਵਲ ਮੋਮਿਨਾਤ, ਜਿਨ੍ਹਾਂ ਨੇ ਇਹ ਤਕਲੀਫਾਂ ਦਿੱਤੀਆਂ ਮੋਮਨ ਮਰਦਾਂ ਨੂੰ ਔਰਤਾਂ ਨੂੰ, ਮਰਦ ਵੀ ਸਿੱਟੇ ਔਰਤਾਂ ਵੀ ਸਿੱਟੀਆਂ ਬੱਚੇ ਵੀ ਸਿੱਟੇ ਸਾੜੇ, ਜਿੱਦਾਂ ਹੁਣ ਉਹੀ ਗੱਲ ਮੁੜ ਕੇ ਆ ਜਾਂਦੀ ਵੀ ਗਜ਼ਾ ਦੇ ਵਿੱਚ ਕੀ ਕੁਛ ਹੋ ਰਿਹਾ। ਸੁਮਾ ਲਮ ਯਤੂਬੂ, ਫਿਰ ਉਹਨਾਂ ਨੇ ਕੋਈ ਤੌਬਾ ਨਹੀਂ ਕੀਤੀ, ਕੋਈ ਸ਼ਰਮ ਨਹੀਂ ਆਈ ਉਹਨਾਂ ਨੂੰ ਕਰਕੇ ਵੀ, ਫਲਹੁਮ ਅਜ਼ਾਬ ਜਹੰਨਮ, ਤੇ ਉਹਨਾਂ ਵਾਸਤੇ ਤੇ ਜਹੰਨਮ ਦਾ ਅਜ਼ਾਬ ਹੈ। ਹਾਂ, ਤੌਬਾ ਵਾਸਤੇ ਇਹ ਰਸਤਾ ਹੁੰਦਾ ਹੈ, ਹਮੇਸ਼ਾ ਖੁੱਲਾ ਹੈ। फरमाया वलहम अजाबुल हरीक, और उन्होंने वास्ते वो साड़न वाले वास्ते, वो यहूदियों वास्ते, उन्होंने वास्ते होएगी फिर एक जेड़ा ना वो अग दा अजाब। इन लजीना आमनु वामिल सालिहात, बेशक जेड़े ईमान ले आए और उन्होंने चंगे काम किए, लहम जन्नात, उन्होंने वास्ते जन्नतां होंगियां। बेशक उन्होंने उत्थे तकलीफ दी गई, खंदकां सिट के साड़िया गया, तो उन्होंने वास्ते वो जन्नतां होणगियां ताजरी मिन तहतिहल अनहार, जिन्हां दे दामन च नहरां बहंदियां होणगियां। ज़ालिकल फौजुल अजीम, और ये बहुत वड्डी एक छोटी मोटी कामयाबी नहीं जन्नत लभ जाना। इन्ना बतशा रब्बिका लशदीद, बेशक तुहाडे रब दी पकड़ बड़ी सख्त है। यानी होश करो, अपने रब की पकड़ तो बचन की कोशिश करो। इन्नहू हुवा युबदी व युईद, और बेशक उन्हें ही पहली बारी पैदा कीता, ਉਹ ਹੀ ਪਹਿਲੀ ਵਾਰੀ ਪੈਦਾ ਕਰਦਾ ਤੇ ਉਹਨੇ ਦੁਬਾਰਾ ਵੀ ਪੈਦਾ ਕਰ ਲੈਣਾ। ਵਹੁਵਲ ਗਫੂਰੁਲ ਵਦੂਦ, ਵਹੁਵਲ ਗਫੂਰੁਲ ਵਦੂਦ, ਔਰ ਉਹ ਬਖਸ਼ਣ ਵਾਲਾ ਔਰ ਮੁਹੱਬਤ ਕਰਨ ਵਾਲਾ। ਤੇ ਤੌਬਾ ਕਰੋ, ਉਹਦੀ ਤਰਫ ਰਜੂ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਜ਼ੁਲ ਅਰਸ਼ਿਲ ਮਜੀਦ, ਔਰ ਉਹ ਇੱਕ ਬੜੇ ਯਾਨੀ ਬੜੇ ਅਰਸ਼ ਦਾ ਇੱਕ ਇੱਜ਼ਤ ਵਾਲੇ अर्श दा वो मालिक है। फ़आलुल लिमा युरीद, और जो चाहे करने वाला, मतलब यह है कि उन्होंने कोई पाबंद नहीं कर सकता, जो दी मर्जी है वो करदा। हल अता का हदीसुल जुनूद, आ मुहम्मद सल्लल्लाहु अलैहि वसल्लम, क्या तुहाडे कोल आई है लश्करां दी गल? किहड़े लश्करां दी? फिरऔन व समूद, फिरऔन और समूद दे लश्करां दी, कौमे फिरऔन कौमे समूद, उन्होंने दे बड़े बड़े बड़ी वड्डी तादाद सी उन्हों दी। ते फरमाया कि जेड़ा ना बड़े बड़े इत्थे रहे आ, जेड़े अल्लाह ताला तो बेपरवाह होके जेड़ा काम करते रहे आ। बलिल्लज़ीना कफरू फी तकज़ीब, बल्कि जेड़ा ना वो ये काफर जेड़े आ, ये इसे नूं झूठ समझदे आ। यानी ये मक्के दे काफर भी फिरौन कौम फिरौन और कौम समूद की तरह, या वो जेड़े असहाबुल खंदका पटन वाले यहूदी सी, वो भी तो ईमान वालियां नूं सतांदे सी, ते ये भी इसे तरह ही सताउण लगे आ मुसलमानां नूं, नबी सल्लल्लाहु अलैहि वसल्लम नूं, मक्के वालियां नूं, और ये तकजीब कर रहा है। वल्लाहु मिन वराइहिम मुहीत, और अल्लाह ताला ने इन्हां नूं अगों पिछों घेरिया है। यानी अल्लाह ताला ने इन्हां नूं अगों पिछों घेरिया, किते नहीं जांदे, हर तरफों अल्लाह ने घेरिया। बल हुवा कुरआनुम मजीद, बल हुआ कुरआनुम मजीद, और ये कुरान बड़ा बुजुर्गी वाला, जिन्हों ये चटलाउंदे आ, जिन्हों ये झूठ कहंदे आ। ये कोई छोटी मोटी चीज नहीं, छोटी मोटी गुनाह नहीं, गलती नहीं इन्हां दी। फी लोहे महफूज, और ये लोहे महफूज दे विचों आया वा। ये समझ लो कि ये कुरान करीम दे विच, जिद्दां ये सूरा बरूज दे विच इहनूं लोहे महफूज किया गया, सूरा ज़ुखरफ दी आयत नंबर 4 दे च इहनूं उम्मुल किताब किया गया, सूरा वाक़िया दी आयत नंबर 78 विच किताब मकनून किया गया।
ਸੂਰਾ ਅਬਸ ਦੀ ਆਇਤ ਨੰਬਰ 13 ਤੇ 14 ਵਿੱਚ ਸੁਹੂਫ ਮੁਕਰਰਮਾ ਕਿਹਾ ਗਿਆ। ਇਹ ਸਭ ਦਾ ਇੱਕ ਹੀ ਮਤਲਬ ਹੈ, ਠੀਕ ਹੈ ਨਾ। ਚਲੋ ਜੀ, ਇਹ ਸੂਰਾ ਬਰੂਜ ਵੀ ਅਲਹਮਦੁਲਿਲਾ ਮੁਕੰਮਲ ਹੋ ਗਈ। ਹੁਣ ਇਸ ਤੋਂ ਅੱਗੇ ਸੂਰਾ ਤਾਰਕ ਹੈ, ਔਰ ਕੁਰਾਨ ਕਰੀਮ ਦੇ ਵਿੱਚ ਸੂਰਾ ਤਾਰਕ ਜਿਹੜੀ ਹੈ ਨਾ ਉਹਦਾ 36ਵਾਂ ਨੰਬਰ ਆਉਂਦਾ, ਸੌਰੀ 36ਵਾਂ ਜਿਹੜਾ ਨਾ ਉਹ ਨਹੀਂ, ਬਲਕਿ ਸੂਰਾ ਤਾਰਕ ਜਿਹੜੀ ਆ ਉਹਦਾ 86ਵਾਂ ਨੰਬਰ ਆਉਂਦਾ, ਠੀਕ ਹੈ ਨਾ। ਬਿਸਮਿल्लाह रहमान रहीम। शुरू अल्लाह के नाम ते ਜਿਹੜਾ नहायत मेहरबान और हर वेले रहम करने वाला। फरमाया वस्समाए वत्तारिक, और कसम है आसमान दी और तारक दी, यानी आसमान दे उत्ते ਜਿਹੜਾ ਜ਼ਾਹਿਰ ਹੁੰਦਾ ਇੱਕ ਸਿਤਾਰਾ ਤਾਰਕ, ਉਹਦੀ ਕਸਮ ਹੈ। ਹੁਣ ਅੱਜ ਕੱਲ੍ਹ ਸਾਨੂੰ ਇਹਨਾਂ ਸਿਤਾਰਿਆਂ ਦੀ ਪਹਿਚਾਣ ਨਹੀਂ ਰਹੀ। ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਜ਼ਮਾਨੇ 'ਚ ਫਿਰ ਇਸ ਸਿਤਾਰਿਆਂ ਵਗੈਰਾ ਦੀ ਪਹਿਚਾਣ ਜਿਹੜਾ ਨਾ ਹੁਣ, ਕਿਉਂਕਿ ਹੁਣ ਸਾਨੂੰ ਸੜਕਾਂ ਬਣੀਆਂ ਹੋਈਆਂ, ਘੜੀਆਂ ਬਣੀਆਂ ਹੋਈਆਂ ਤੇ ਹੋਰ ਕਈ ਸਾਰੇ ਮਾਮਲਾਤ ਹੈ ਨਾ, ਤਾਂ ਫਿਰ ਉਹ ਜਿੱਦਾਂ ਜਿੱਦਾਂ ਨਵੀਂ ਇਜਾਦ ਆ ਜਾਂਦੀ ਹੈ, ਪੁਰਾਣੀ ਜਿਹੜੀ ਹੈ ਫਿਰ ਉਹ ਖਤਮ ਹੋ ਜਾਂਦੀ ਹੈ, ਉਹ ਲੋੜ ਹੀ ਨਹੀਂ ਰਹਿੰਦੀ, ਲੋਕਾਂ ਦੇ ਜ਼ਿਹਨਾਂ ਚੋਂ ਨਿਕਲ। ਬਹਰਹਾਲ ਤੇ ਉਹ ਸਿਤਾਰੇ ਦੀ ਗਵਾਹੀ ਹੈ, ਕਸਮ ਹੈ, ਗਵਾਹੀ ਹੈ। ਵਮਾ ਅਦਰਾਕਾ ਮਤ ਤਾਰਿਕ, ਔਰ ਤੁਹਾਨੂੰ ਕੀ ਪਤਾ ਕਿ ਉਹ ਤਾਰਕ ਕੀ ਹੈ। ਅਨ ਨਜਮੁ ਸਾਕਿਬ, ਉਹ ਇੱਕ ਚਮਕਦਾ ਹੋਇਆ ਸਿਤਾਰਾ ਵਾ। ਇਨ ਕੁੱਲੋ ਨਫਸਿਨ ਲੰਮਾ ਅਲੈਹਾ ਹਾਫਿਜ਼, ਨਹੀਂ ਹਰ ਜਾਨ ਜਿਹੜੀ ਹੈ ਜਾਂ ਹਰ ਆਦਮੀ ਜਿਹੜਾ ਹੈ, ਹਰ ਇਨਸਾਨ ਜਾਂ ਜੋ ਵੀ ਹੈ, ਇਨਸਾਨ ਜਾਂ ਜਿਨ੍ਹਾਂ ਨੂੰ ਵੀ ਅੱਲਾ ਨੇ ਹਿਸਾਬ ਲੈਣਾ, ਜਿਨ੍ਹਾਂ ਕੋ ਹਰ ਇੱਕ ਦੇ ਉੱਤੇ ਹਿਫਾਜ਼ਤ ਕਰਨ ਵਾਲੇ ਮੌਜੂਦ ਹੈ। ਹਾਫਿਜ਼ ਨਿਗਹਿਬਾਨ, ਉਹਦੇ ਅਮਾਲ ਨੂੰ ਸੰਭਾਲਣ ਵਾਲੇ, ਉਹਦਾ ਰਿਕਾਰਡ ਸੰਭਾਲਣ ਵਾਲੇ। ਇਨ ਕੁੱਲ ਨਫਸਿਨ ਲੰਮਾ ਅਲੈਹਾ ਹਾਫਿਜ਼, ਹਰ ਜਾਨ ਦੇ ਉੱਤੇ ਨਿਗਹਿਬਾਨ ਮੁਕਰਰਾ, ਹਾਫਿਜ਼ ਮੁਕਰਰਾ। ਫਲਯੰਜ਼ੁਰਿਲ ਇਨਸਾਨ ਮਿਮਾ ਖੁਲਿਕ, ਤੇ ਇਨਸਾਨ ਨੂੰ ਵੇਖਣਾ ਚਾਹੀਦਾ ਕਿ ਉਹ ਕਿਹੜੀ ਸ਼ੈ ਤੋਂ ਪੈਦਾ ਹੋਇਆ, ਕਿਹੜੀ ਸ਼ੈ ਤੋਂ ਉਹਨੂੰ ਬਣਾਇਆ ਗਿਆ। ਖੁਲਿਕਾ ਮਿਨ ਮਾਇਨ ਦਾਫਿਕ, ਔਰ ਉਹ ਪੈਦਾ ਕੀਤਾ ਗਿਆ ਇੱਕ ਭੁੜਕਦੇ ਪਾਣੀ ਤੋਂ। ਯਾਨੀ ਉਹ ਜਿਸ ਵੇਲੇ ਜਿਹੜਾ ਨਾ ਉਹ ਇੱਕ ਮੀਆਂ ਬੀਵੀ ਦਾ ਤਾਲੁਕ ਬਣਦਾ ਤੇ ਉਹ ਜਿਸ ਵੇਲੇ ਉਹ ਪਾਣੀ ਜਿਹੜਾ ਹੈ ਉਹ ਮਰਦ ਵੱਲੋਂ ਜਾਂਦਾ ਹੈ ਮਨੀ, ਤੇ ਉਹ ਉਛਲਦੀ ਹੈ, ਭੁੜਕ ਕੇ ਜਾਂਦੀ ਹੈ ਨਾ, ਉਹਦਾ ਫਰਮਾਇਆ ਖੋਲੇਕਾ ਮਿਨ ਮਾਇਨ ਦਾਫਿਕ, ਔਰ ਐਸੇ ਪਾਣੀ ਤੋਂ ਜਿਹੜਾ ਭੁੜਕ ਕੇ ਅੱਗੇ ਜਾਂਦਾ ਹੈ। ਯਖਰੁਜੁ ਮਿਨ ਬੈਨ ਸੁਲਬ ਵ ਤਰਾਇਬ, ਔਰ ਉਹ ਨਿਕਲਦਾ ਜਿਹੜਾ ਸੀਨੇ ਤੇ ਉਹਦੇ ਉਹ ਕਮਰ ਜਿਹੜੀ ਹੈ ਉਹਦੇ ਦਰਮਿਆਨ ਦੇ ਵਿੱਚੋਂ ਨਿਕਲਦਾ। ਇਨਹੁ ਅਲਾ ਰਜਇਹਿ ਲਕਾਦਰ, ਉਹ ਬੇਸ਼ੱਕ ਜਿਹਨੂੰ ਅਸੀਂ ਇੱਦਾਂ ਪੈਦਾ ਕਰਦੇ ਹਾਂ, ਉਹ ਭੁੜਕਦੇ ਪਾਣੀ ਤੋਂ ਕਿੱਥੋਂ ਨਿਕਲਦਾ, ਸੀਨੇ ਤੋਂ, ਔਰ ਉਹਦੀ ਸਮਝ ਲਾ ਪਸਲੀਆਂ ਤੋਂ ਕਹਿ ਲਓ, ਉਧਰੋਂ ਨਿਕਲ ਕੇ ਉਹ ਆਂਦਾ, ਤੇ ਫਿਰ ਅੱਗੇ ਕਿੱਥੇ ਪਹੁੰਚਦਾ ਔਰ ਕਿੱਥੇ ਜਾ ਕੇ ਕਿਸ ਹਾਲਤ ਦੇ 'ਚ ਬਣਦਾ। ਫਰਮਾਇਆ ਕਿ ਬੇਸ਼ੱਕ ਜਿਹੜਾ ਨਾ ਉਹ ਅਸੀਂ ਇਹਨੂੰ ਦੋਹਰੀ ਵਾਰੀ ਪੈਦਾ ਕਰਨ ਦੇ ਉੱਤੇ ਵੀ ਕਾਦਰ ਹਾਂ। ਇਹ ਮਰ ਜਾਏਗਾ, ਮਿਟ ਜਾਏਗਾ, ਖੱਪ ਜਾਏਗਾ, ਫਿਰ ਅਸੀਂ ਪੈਦਾ ਕਰ ਲੈਣਾ। ਯੌਮ ਤੁਬਲ ਸਰਾਇਰ, ਔਰ ਉਸ ਦਿਨ ਫਿਰ ਸਾਰੇ ਰਾਜ਼ ਖੋਲੇ ਜਾਣਗੇ, ਸਾਰੇ ਪਰਦੇ ਚੱਕ ਦਿੱਤੇ ਜਾਣਗੇ ਵੀ ਕੀ ਕੀ ਕਰਦਾ ਰਿਹਾ ਤੂੰ। ਫਮਾ ਲਹੂ ਮਿਨ ਕੁਵਤ ਵਲਾ ਨਾਸਿਰ, ਔਰ ਉਸ ਵੇਲੇ ਕੋਈ ਤਾਕਤ ਨਹੀਂ ਹੋਏਗੀ, ਨਾ ਕੋਈ ਮਦਦ ਕਰਨ ਵਾਲਾ ਹੋਏਗਾ ਇਨਸਾਨ ਦੇ ਕੋਲ। ਵਸਮਾਏ ਜ਼ਾਤ ਰਜ, ਔਰ ਕਸਮ ਹੈ ਜਾਂ ਗਵਾਹੀ ਹੈ ਜਿਹੜਾ ਉਹ ਬਾਰ ਬਾਰਿਸ਼ ਵਾਸਤੇ ਜਿਹੜਾ ਨਾ ਉਹ ਆਉਣ ਵਾਲੇ ਆਸਮਾਨ ਦੀ, ਮਤਲਬ ਇਹ ਕਿ ਆਸਮਾਨ ਵੱਲੋਂ ਬਾਰ ਬਾਰਿਸ਼ ਹੁੰਦੀ ਹੈ ਨਾ,
ਬੱਦਲ ਆ ਜਾਂਦੇ ਆ, ਫਿਰ ਕੁਛ ਦੇਰ ਬਾਅਦ ਆ ਜਾਂਦੇ, ਫਿਰ ਆ ਜਾਂਦੇ ਆ। ਇਹ ਮਤਲਬ ਜਿੱਥੋਂ ਬਾਰਿਸ਼ ਹੁੰਦੀ ਰਹਿੰਦੀ ਹੈ। ਵਲ ਅਰਦ ਜ਼ਾਤ ਸਦ, ਔਰ ਗਵਾਹੀ ਹੈ, ਕਸਮ ਹੈ, ਮਤਲਬ ਇਹ ਹੈ ਕਿ ਜ਼ਮੀਨ ਦੀ, ਜਿਹਦੇ ਵਿੱਚ ਮਤਲਬ ਇਹ ਹੈ ਕਿ ਜਿਹੜੀ ਫਟੀ ਹੋਈ ਹੁੰਦੀ ਹੈ, ਫਟੀ ਤੋਂ ਮੁਰਾਦ ਇਹ ਹੈ ਫਟ ਜਾਣ ਵਾਲੀ, ਜਿਹਦੇ ਵਿੱਚ ਫਿਰ ਉਹ ਸੁਰਾਖ ਹੁੰਦੇ ਆ, ਮਸਾਮ ਜਿਹਨਾਂ ਨੂੰ ਅਸੀਂ ਆਮ ਤੌਰ ਤੇ ਕਹਿੰਦੇ ਹਾਂ, ਬੰਦੇ ਦੇ ਵਜੂਦ ਦੇ ਵਿੱਚ ਵੀ ਹੁੰਦੇ ਆ। ਉਹ ਫਿਰ ਮਸਾਮ ਉਸ ਪਾਣੀ ਨੂੰ ਜਿਹੜਾ ਬਾਰਿਸ਼ਾਂ ਦਾ ਹੁੰਦਾ ਉਹਨੂੰ ਚੂਸ ਲੈਂਦੇ ਆ ਨਾ। ਅਸੀਂ ਕਹਿੰਦੇ ਜ਼ਮੀਨ ਪਾਣੀ ਪੀ ਗਈ। ਕਿੱਦਾਂ ਪੀ ਗਈ? ਉਹਦੇ ਵਿੱਚ ਬਰੀਕ ਬਰੀਕ ਮਸਾਮ ਹੁੰਦੇ ਆ ਤੇ ਉਹ ਪਾਣੀ ਜ਼ਮੀਨ ਦੇ ਵਿੱਚ ਚਲਾ ਜਾਂਦਾ। ਇੰਨਹੁ ਲਕੌਲੁਨ ਫਸਲ, ਬੇਸ਼ੱਕ ਇਹ ਇੱਕ ਫੈਸਲਾ ਕੁਨ ਕਲਾਮ ਹੈ। ਇਹ ਕੁਰਾਨ ਜਿਹੜਾ, ਇਹ ਕੋਈ ਐਵੇਂ ਨਾ ਸਮਝੋ, ਇਹ ਇੱਕ ਫੈਸਲਾ ਕੁਨ ਕਲਾਮ ਹੈ। ਵਮਾ ਹੁਆ ਬਿਲ ਹਜ਼ਲ, ਔਰ ਇਹ ਕੋਈ ਐਵੇਂ ਸ਼ੁਗਲ ਨਹੀਂ ਹੈਗਾ। ਕੋਈ ਐਵੇਂ ਮਤਲਬ ਹੈ ਕਿ ਕੋਈ ਗੱਲਬਾਤ ਨਹੀਂ ਹੈਗੀ ਜਿਹਨੂੰ ਤੁਸੀਂ ਸਮਝੋ ਕਿ ਇਹਦੀ ਕੋਈ ਵੈਲਿਊ ਨਹੀਂ। ਇਨਹੁਮ ਯਕੀਦੂਨ ਕੈਦਾ, ਔਰ ਬੇਸ਼ੱਕ ਇਹ ਤਦਬੀਰਾਂ ਕਰਦੇ ਆ, ਮੱਕੇ ਵਾਲੇ ਇਹ ਤਦਬੀਰਾਂ ਕਰਦੇ ਆ, ਯਾਨੀ ਇਹਨੂੰ, ਇਸ ਕੁਰਾਨ ਨੂੰ ਨਾਕਾਮ ਕਰਨ ਵਾਸਤੇ, ਜਾਂ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਨੂੰ ਨਾਕਾਮ ਕਰਨ ਵਾਸਤੇ। ਵਾਕੀਦੂ ਕੈਦਾ, ਔਰ ਅਸੀਂ ਵੀ ਜਿਹੜਾ ਨਾ ਇਹਨਾਂ ਦਾ ਇੰਤਜ਼ਾਮ ਕਰ ਰਹੇ ਹਾਂ। ਅਸੀਂ ਵੀ ਇਹਨਾਂ ਦਾ ਇਹ ਵਾਸਤੇ ਤਦਬੀਰ ਕਰ ਰਹੇ ਹਾਂ, ਮਨਸੂਬਾਬੰਦੀ ਕਰ ਰਹੇ ਹਾਂ। ਫਮਹਿਲ ਕਾਫਿਰੀਨ, ਤੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੁਸੀਂ ਕਾਫਰਾਂ ਨੂੰ ਕੋਈ ਟਾਈਮ ਦਿਓ। ਮਤਲਬ ਇਹ ਆ ਕਿ ਤੁਸੀਂ ਜਲਦੀ ਨਾ ਕਰੋ, ਟਾਈਮ ਦਿਓ ਇਹਨਾਂ ਨੂੰ। ਅਸੀਂ ਆਪੇ ਹੀ ਇਹਨਾਂ ਨੂੰ ਪੁੱਛ ਲੈਣਾ ਜਿਸ ਵੇਲੇ ਹਿਸਾਬ ਕਿਤਾਬ ਦੇ ਵਿੱਚ ਆ ਗਏ ਨਾ। ਅਮਹਿਲਹੁਮ ਰਵਾਇਦਾ, ਬਸ ਥੋੜਾ ਹੀ ਜਿਹਾ ਟਾਈਮ ਤਾਂ ਦਿਓ ਨਾ। ਇਹ ਦੁਨੀਆ ਦਾ ਕਿਹੜਾ ਉੱਥੇ ਹੈਗਾ, ਮੁੱਕ ਹੀ ਜਾਣਾ ਟਾਈਮ ਹੈ। ਅੱਛਾ ਜੀ, ਅੱਗੇ ਇਹ ਸੂਰਤ ਜਿਹੜੀ ਸੀ ਨਾ, ਇਹ ਤਾਰਿਕ ਇਹ ਤਾਂ ਹੋ ਗਈ ਪੂਰੀ। ਅੱਗੇ ਸੂਰਤ ਆ ਰਹੀ ਹੈ ਸੂਰਾ ਆਲਾ। ਇਹ ਸੂਰਾ ਆਲਾ ਜਿਹੜੀ ਹੈ ਨਾ, ਇਹ 87 ਨੰਬਰ ਸੂਰਤ ਬਣਦੀ ਹੈ ਕੁਰਾਨ ਕਰੀਮ ਦੀ। ਤੇ ਬਿਸਮਿल्लाह रहमान रहीम, शुरू अल्लाह ताला ਦੇ ਨਾਮ ਤੋਂ ਜਿਹੜਾ ਨਹਾਇਤ ਮਿਹਰਬਾਨ ਔਰ ਇੰਤਹਾਈ ਹਰ ਵੇਲੇ ਰਹਿਮ ਕਰਨ ਵਾਲਾ। ਫਰਮਾਇਆ ਸੱਬਿਹ ਇਸਮ ਰੱਬਿਕਲ ਆਲਾ, ਤੇ ਪਾਕੀ ਬਿਆਨ ਕਰੋ ਜਿਹੜਾ ਉਹ ਆਪਣੇ ਬੁਲੰਦ ਬਰਤਰ ਰੱਬ ਦੇ ਨਾਮ ਦੀ। ਅੱਲਾਜ਼ੀ ਖਾਲਕਾ ਫਸੱਵਾ, ਜਿਹਨੇ ਪੈਦਾ ਕੀਤਾ, ਯਾਨੀ ਇਨਸਾਨ ਨੂੰ ਪੈਦਾ ਕੀਤਾ, ਬਲਕਿ ਹਰ ਚੀਜ਼ ਨੂੰ ਪੈਦਾ ਕੀਤਾ, ਔਰ ਸਭ ਤੋਂ ਆਲਾ ਮਖਲੂਕ ਨੂੰ ਪੈਦਾ ਕੀਤਾ, ਇਨਸਾਨ ਨੂੰ। ਫਸੱਵਾ, ਔਰ ਫਿਰ ਜਿਹੜਾ ਉਹਨੂੰ ਹਰ ਤਰ੍ਹਾਂ ਠੀਕ ਠਾਕ ਕੀਤਾ। ਮਤਲਬ ਨਿਰਾ ਪੈਦਾ ਨਹੀਂ ਕੀਤਾ, ਉਹਨੇ ਦੁਨੀਆ ਦੇ ਵਿੱਚ ਰਹਿਣਾ ਸੀਗਾ, ਤੇ ਉਹ ਰਹਿਣ ਦੇ ਹਵਾਲੇ ਨਾਲ ਉਹਦੀਆਂ ਜ਼ਰੂਰਤਾਂ ਜਾਂ ਉਹਦੇ ਜਿਸਮ ਦਾ ਜਿਹੜਾ ਸਟਰਕਚਰ ਸੀ, ਮਸਲਨ ਇਹ ਹੈ ਕਿ ਅਗਰ ਇੱਕ ਲੱਤ 2 ਇੰਚ ਵੱਡੀ ਬਣਾ ਦਿੰਦਾ ਤੇ ਬੰਦਾ ਮਾਜ਼ੂਰ ਸੀਗਾ, ਔਰ ਇਸੇ ਤਰੀਕੇ ਨਾਲ ਜਿਹੜਾ ਨਾ ਉਹ ਇੱਕ ਅੱਖ ਵੱਡੀ ਬਣਾ ਦਿੰਦਾ, ਇੱਕ ਛੋਟੀ ਬਣਾ ਦਿੰਦਾ, ਬੰਦਾ ਮਾਜ਼ੂਰ ਸੀਗਾ। ਹਰ ਚੀਜ਼ ਜਿਹੜੀ ਆ ਉਹਨੇ ਤਨਾਸਬ ਨਾਲ ਬਣਾਈ। ਵੱਲਾ ਜੀ ਕਦਾਰਾ ਫਹਾਦਾ, ਅਤੇ ਜਿਸ ਨੇ ਫਿਰ ਇਹ ਸਭ ਕੁਛ ਜਿਹੜੀ ਆ ਨਾ ਮੁਤਨਾਸਬ ਯਾਨੀ ਤਖਲੀਕ ਰੱਖ ਕੇ, ਤੇ ਫਿਰ ਉਹਨੂੰ ਰਹਿਨਮਾਈ ਵੀ ਦਿੱਤੀ। ਇਹ ਰਹਿਨਮਾਈ ਜਿਹੜੀ ਹੈ ਨਾ, ਉਹ ਸਿਰਫ ਇਹ ਨਹੀਂ ਕਿ ਵਹੀ ਆਈ ਹੈ, ਅੱਲਾਹ ਤਾਲਾ ਨੇ ਇਨਸਾਨ ਦੀ ਫਿਤਰਤ ਬਣਾਈ ਹੈ, ਔਰ ਉਹ ਤਖਲੀਕ ਦੇ ਨਾਲ ਹੀ ਉਹ ਫਿਤਰਤ ਇਨਸਾਨ ਨੂੰ ਅਤਾ ਹੁੰਦੀ ਹੈ। ਅੱਲਾਜ਼ੀ ਅਖਰਜਲ ਮਰਆ, ਔਰ ਉਹੋ ਹੀ ਜ਼ਾਤ ਹੈ ਜਿਹਨੇ ਜ਼ਮੀਨ ਦੇ ਵਿੱਚੋਂ ਜਿਹੜਾ ਨਾ ਉਹ ਚਾਰਾ ਪੈਦਾ ਕੀਤਾ। ਫਜਾਲਹੂ, ਸਬਜ਼ਾ ਪੈਦਾ ਕੀਤਾ, ਚਾਰਾ ਪੈਦਾ ਕੀਤਾ ਹੈ। ਫਜਾਲਹੂ ਗੁਸਾਅਨ ਅਹਵਾ, ਤੇ ਫਿਰ ਉਹ ਜਿਸ ਵੇਲੇ ਮਤਲਬ ਇਹ ਕਿ ਉਹ ਉੱਗਦਾ ਤੇ ਉਹ ਹਰਾ ਹੁੰਦਾ ਹੈ, ਫਿਰ ਉਹ ਖੁਸ਼ਕ ਹੋ ਕੇ ਤੇ ਉਹ ਸਿਆਹ ਹੋ ਜਾਂਦਾ, ਖਤਮ ਹੋ ਜਾਂਦਾ। ਤੇ ਫਰਮਾਇਆ ਸਾ ਨੁਕਰਿਓ ਕਾ ਫਲਾ ਤਨਸਾ, ਤੋ ਮਤਲਬ ਇਹ ਹੈ ਕਿ
ਇਹ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਵੀ ਹਰ ਚੀਜ਼ ਜਿਹੜੀ ਹੈ ਨਾ ਫਿਰ ਉਹਦਾ ਅਰੂਜ ਵੀ ਹੁੰਦਾ ਤੇ ਉਹਦਾ ਜ਼ਵਾਲ ਵੀ ਹੁੰਦਾ। ਜਿੱਦਾਂ ਉਹ ਚਾਰਾ ਉੱਗਿਆ, ਨਬਾਤਾਤ ਉੱਗੇ ਤੇ ਫਿਰ ਉਹ ਉਹਨਾਂ ਦਾ ਐਂਡ ਹੋ ਗਿਆ, ਚੂਰਾ ਚੂਰਾ ਹੋ ਗਿਆ ਫਿਰ ਹੈ। ਇਸੇ ਤਰ੍ਹਾਂ ਇਨਸਾਨ ਨੇ ਵੀ ਹੋ ਜਾਣਾ। ਫਰਮਾਇਆ ਸਾਨੁਕਰਿਓ ਕਾ ਫਲਾ ਤਨਸਾ, ਤੇ ਇਹ ਅਸਲ ਦੇ ਵਿੱਚ ਨਾ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਅੱਲਾਹ ਤਾਲਾ ਜਿਹੜਾ ਨਾ ਉਹ ਫਰਮਾ ਰਿਹਾ ਵਾ। ਇਹ ਕੁਰਾਨ ਕਰੀਮ ਦੇ ਵਿੱਚ ਨਾ ਉਹ ਉੱਥੇ ਵੀ ਇਹ ਜ਼ਿਕਰ ਆਇਆ ਵਾ, ਹੋਰ ਮਕਾਮਾਤ ਦੇ ਉੱਤੇ ਵੀ ਅੱਲਾਹ ਤਾਲਾ ਨੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਿਹਾ ਕਿ ਤੁਸੀਂ ਇਸ ਹਵਾਲੇ ਨਾਲ ਪਰੇਸ਼ਾਨ ਨਾ ਹੋਇਆ ਕਰੋ। ਅਸੀਂ ਤੁਹਾਨੂੰ ਇਹ ਕੁਰਾਨ ਜਿਹੜਾ ਨਾ ਉਹ ਤੁਹਾਡੇ ਸੀਨੇ 'ਚ ਮਹਿਫੂਜ਼ ਕਰ ਦੇਵਾਂਗੇ, ਤੁਹਾਨੂੰ ਇਹ ਪੜ੍ਹਾ ਦੇਵਾਂਗੇ, ਤੁਹਾਨੂੰ ਭੁੱਲਣ ਨਹੀਂ ਲੱਗਾ। ਨਬੀ ਸੱਲੱਲਾਹੁ ਅਲੈਹਿ ਵਸੱਲਮ ਬਾਜ਼ ਔਕਾਤ ਫਿਕਰ ਕਰਦੇ ਸੀ ਵੀ ਕਿਤੇ ਇਹ ਨਾ ਹੋਵੇ ਜਿਬਰਾਈਲ ਅਮੀਨ ਜਿਹੜਾ ਵਹੀ ਕਰਕੇ ਚਲਾ ਜਾਏ ਤਾਂ ਮੈਨੂੰ ਵਿੱਚੋਂ ਕੋਈ ਗੱਲ ਨਾ ਭੁੱਲ ਜਾਵੇ। ਇਹ ਇਸ ਤਰ੍ਹਾਂ ਫਰਮਾਇਆ ਸਾਨੁਕਰਿਓ ਕਾ ਫਲਾ ਤਨਸਾ। ਸੂਰਾ ਕਿਆਮਾ ਦੇ ਵਿੱਚ ਲਾ ਤੁਹਰਕ ਬਿਹੀ ਲਿਸਾਨਕ ਲਿਤਾਜਲ ਬਿਹੀ ਇੰਨਾ ਅਲੈਨਾ ਜਮਅਹੁ व ਕੁਰਾਨ। ਐ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੁਸੀਂ ਜਲਦੀ ਨਾਲ ਯਾਦ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ, ਵਹੀ ਹੋਣ ਦਿਆ ਕਰੋ। ਇਹ ਸਾਡੇ ਜ਼ਿੰਮੇ ਆ ਇਹਨੂੰ ਤੁਹਾਡੇ ਸੀਨੇ ਵਿੱਚ ਜਮ੍ਹਾਂ ਕਰਨਾ ਔਰ ਫਿਰ ਤੁਹਾਨੂੰ ਪੜ੍ਹਾਉਣਾ, ਵਜ਼ਾਹਤ ਵੀ ਇਹਦੀ ਕਰਨਾ। ਫਰਮਾਇਆ ਸਾਨੁਕਰਿਓ ਕਾ ਫਲਾ ਤਨਸਾ, ਤੇ ਅਸੀਂ ਇਹ ਪੜ੍ਹ ਦੇਵਾਂਗੇ ਜਲਦੀ ਤੁਹਾਡੇ ਅੱਗੇ ਔਰ ਐਦਾਂ ਪੜ੍ਹ ਦੇਵਾਂਗੇ ਕਿ ਤੁਹਾਨੂੰ ਫਿਰ ਭੁੱਲਣ ਨਹੀਂ ਲੱਗਾ। ਇੱਲਾ ਮਾਸ਼ਾ ਅੱਲਾ, ਸਿਵਾਏ ਇਹਦੇ ਕਿ ਅੱਲਾ ਹੀ ਭੁਲਾਉਣਾ ਚਾਹਵੇ। ਹੁਣ ਇਹ ਸਮਝ ਲਓ, ਇਹ ਬੜੀ ਇੱਕ ਅਹਿਮ ਬਾਤ ਹੈ। ਇਹ ਅੱਲਾ ਨਹੀਂ ਭੁਲਾਉਣਾ ਚਾਹੁੰਦਾ, ਲੇਕਿਨ ਇਹ ਅਸਲ 'ਚ ਦੱਸਿਆ ਕਿ ਅੱਲਾ ਦੀ ਕੁਦਰਤ ਦਾ ਸਿਰਫ ਇਜ਼ਹਾਰ ਕੀਤਾ ਅੱਲਾ ਨੇ। ਜਿੱਦਾਂ ਆਂਦਾ ਨਾ ਯਗਫਿਰੂ ਲਿਮਨ ਯਸ਼ਾ व युअज़्ज़िबु मन यशा, ਜਿਹਨੂੰ ਚਾਹਵੇ ਬਖਸ਼ ਦੇਵੇ, ਜਿਹਨੂੰ ਚਾਹਵੇ ਸਜ਼ਾ ਦੇਵੇ। ਤਾਂ ਕੋਈ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਸਮਝੇ ਜੀ ਫਿਰ ਤਾਂ ਸਜ਼ਾ ਨਮਾਜ਼ਾਂ ਪੜ੍ਹਨ ਵਾਲਿਆਂ ਨੂੰ, ਹਲਾਲ ਖਾਣ ਵਾਲਿਆਂ ਨੂੰ, ਪੂਰਾ ਤੋਲਣ ਵਾਲਿਆਂ ਨੂੰ, ਸੱਚ ਵਾਲਿਆਂ ਨੂੰ ਦੇਣੀ ਹੈ ਅੱਲਾ ਨੇ। ਨਹੀਂ, ਇਹ ਗੱਲ ਨਹੀਂ ਹੈਗੀ। ਇਹ ਸਿਰਫ ਅੱਲਾ ਨੇ ਆਪਣੀ ਕੁਦਰਤ ਦਾ ਦੱਸਿਆ, ਇਖਤਿਆਰ ਦੱਸਿਆ। ਇੱਥੇ ਇਹ ਦੱਸਿਆ ਹਾਂ ਅੱਲਾ ਭੁਲਾਉਣਾ ਚਾਹੇ ਤੇ ਭੁਲਾ ਦੇਵੇ, ਹੋਰ ਕੋਈ ਨਹੀਂ ਭੁਲਾ ਸਕਦਾ। ਐਸਾ ਯਾਦ ਕਰਾਵਾਂਗੇ ਤੁਹਾਨੂੰ ਇਹ ਕੁਰਾਨ। ਇੰਨਹੁ ਯਅਲਮੁਲ ਜਹਰ व मा यखफा, ਔਰ ਬੇਸ਼ੱਕ ਉਹ ਤੇ ਜਾਣਦਾ ਹੈ ਹਰ ਛੁਪੀ ਚੀਜ਼ ਨੂੰ, ਹਰ ਜ਼ਾਹਿਰ ਨੂੰ। ਵਨ ਯਸਰੁਕਾ ਲਿਲ ਯੁਸਰਾ, ਔਰ ਅਸੀਂ ਤੁਹਾਨੂੰ ਜਿਹੜਾ ਨਾ ਉਹ ਸਹੂਲਤ ਦੇਵਾਂਗੇ, ਆਸਾਨੀ ਦੇਵਾਂਗੇ ਅਸੀਂ ਤੁਹਾਨੂੰ। ਜਿਹੜਾ ਨਾ ਮਤਲਬ ਇਹ ਹੈ ਕਿ ਤੁਹਾਨੂੰ ਅਸੀਂ ਆਸਾਨੀ ਦੇਵਾਂਗੇ ਔਰ ਤੁਹਾਡਾ ਇਹ ਜਿਹੜਾ ਮਤਲਬ ਇਹ ਹੈ ਕਿ ਮਿਸ਼ਨ ਜਿਹੜਾ ਹੈ ਉਹ ਕਾਮਯਾਬੀ ਦੀ ਤਰਫ ਜਾਏਗਾ। ਤੁਸੀਂ ਪਰੇਸ਼ਾਨ ਨਾ ਹੋਵੋ, ਅਸੀਂ ਤੁਹਾਨੂੰ ਆਸਾਨੀ ਦੇਵਾਂਗੇ ਔਰ ਤੁਸੀਂ ਕਾਮਯਾਬੀ ਦੀ ਤਰਫ ਜਾਓਗੇ। ਫਜ਼ਕਿਰ, ਤੇ ਬਸ ਜਿਹੜਾ ਨਾ ਉਹ ਤੁਸੀਂ ਨਸੀਹਤ ਕਰਦੇ ਰਹੋ, ਸਮਝਾਉਂਦੇ ਰਹੋ ਲੋਕਾਂ ਨੂੰ। ਇਨ ਨਫਾਤ ਜ਼ਿਕਰਾ, ਅਗਰ ਇਹ ਨਫਾ ਦੇ ਜਾਵੇ ਸਮਝਾਣਾ। ਯਾਨੀ ਮਤਲਬ ਇਹ ਹੈ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਪਹਿਲਾਂ ਇਹ ਦੇਖੋ ਕਿ ਜੀ ਇਹ ਫਾਇਦਾ ਦੇਗਾ ਤੇ ਸਮਝਾਵਾਂਗੇ, ਨਹੀਂ ਫਾਇਦਾ ਦੇਗਾ, ਨਹੀਂ, ਤੁਸੀਂ ਤਾਂ ਸਮਝਾਣਾ ਹੀ ਆ। ਮਤਲਬ ਇਹ ਹੈ ਕਿ ਜਿੱਦਾਂ ਅੱਗੇ ਜ਼ਿਕਰ ਆ ਵੀ ਰਿਹਾ, ਜਿਹਦੇ ਵਿੱਚ ਡਰ ਹੋਏਗਾ ਸਯਜ਼ੱਕਰੂ ਮਨ ਯਖਸ਼ਾ, ਜਿਹਦੇ ਵਿੱਚ ਕੋਈ ਖੌਫ ਖੁਦਾ ਹੋਏਗਾ ਉਹ ਨਸੀਹਤ ਹਾਸਲ ਕਰ ਲਏਗਾ, ਡਰ ਜਾਏਗਾ, ਬਚ ਜਾਏਗਾ। ਬਾਕੀ ਤੁਸੀਂ ਇਹ ਕਰਦੇ ਰਹੋ ਤੇ ਪਰਵਾਹ ਕਿਸੇ ਦੀ ਨਾ ਕਰੋ। ਅਸੀਂ ਤੁਹਾਨੂੰ ਜਿਹੜਾ ਨਾ ਉਹ ਆਸਾਨੀ ਦੇਵਾਂਗੇ ਇਸ ਕੰਮ 'ਚ ਔਰ ਤੁਹਾਨੂੰ ਕਾਮਯਾਬੀ ਦੇਵਾਂਗੇ। ਯਾਨੀ ਉਹ ਤੁਹਾਨੂੰ ਕਾਮਯਾਬੀ ਦੀ ਤਰਫ ਅਸੀਂ ਹੌਲੀ ਹੌਲੀ ਜਿਹੜਾ ਨਾ ਲੈ ਕੇ ਜਾਵਾਂਗੇ। ਵਯਤਜੰਨਬੁ ਹਲ ਅਸ਼ਕਾ, ਅਲਬਤਾ ਇਹਦੇ ਤੋਂ ਮੂੰਹ ਮੋੜੇਗਾ ਜਿਹੜਾ ਬਦਨਸੀਬ ਹੈ, ਉਹ ਇਸ ਕੁਰਾਨ ਤੋਂ ਮੂੰਹ ਮੋੜੇਗਾ। ਅੱਲਾਜ਼ੀ ਯਸਲਾ ਨਾਰਲ ਕੁਬਰਾ, ਅੱਲਾਜ਼ੀ ਯਸਲਨ ਨਾਰਲ ਕੁਬਰਾ, ਉਹ ਜਿਹੜਾ ਫਿਰ ਦਾਖਲ ਹੋਏਗਾ ਇੱਕ ਬਹੁਤ ਵੱਡੀ ਅੱਗ ਦੇ ਵਿੱਚ। ਕੁਰਾਨ ਤੋਂ ਮੂੰਹ ਮੋੜ ਕੇ ਸੁੰਮ ਲਾ ਯਮੂਤੁ ਫੀਹਾ ਵਲਾ ਯਹਯਾ, ਫਿਰ ਉਹ ਉਸ ਅੱਗ ਦੇ ਵਿੱਚ ਨਾ ਜ਼ਿੰਦਾ ਹੋਏਗਾ ਤੇ ਨਾ ਮਰਿਆ ਹੀ ਹੋਏਗਾ। ਯਾਨੀ ਮੌਤ ਵਰਗੀ ਜ਼ਿੰਦਗੀ ਹੋਏਗੀ, ਨਾ ਮਰਿਆ ਨਾ ਜ਼ਿੰਦਾ। ਕਦ ਅਫਲਾਹਾ ਮਨ ਤਜ਼ੱਕਾ, ਬੇਸ਼ੱਕ ਜਿਹਨੇ ਆਪਣੇ ਆਪ ਨੂੰ ਸੰਵਾਰ ਲਿਆ ਨਾ, ਪਾਕ ਕਰ ਲਿਆ, ਤਜ਼ਕੀਆ ਕਰ ਲਿਆ ਇਸ ਕੁਰਾਨ ਨੂੰ ਮੰਨ ਕੇ,
ਇਹਦੇ ਮੁਤਾਬਕ ਉਹਨੇ ਜ਼ਿੰਦਗੀ ਗੁਜ਼ਾਰੀ। ਵਜ਼ਾ ਕਾ ਰਸਮਾ ਰੱਬੇ ਹੀ ਫਸੱਲਾ, ਔਰ ਉਹਨੇ ਆਪਣੇ ਰੱਬ ਦਾ ਜ਼ਿਕਰ ਕੀਤਾ ਔਰ ਨਮਾਜ਼ ਪੜ੍ਹੀ। ਬਲ ਤੋਂ ਸਿਰੂਨ ਅਲ ਹਯਾਤ ਦੁਨੀਆ, ਬਲਕਿ ਤੁਸੀਂ ਏਦਾਂ ਨਹੀਂ ਕਰਦੇ, ਤੁਸੀਂ ਦੁਨੀਆ ਨੂੰ ਤਰਜੀਹ ਦੇ ਜਾਂਦੇ ਹੋ। ਯਾਨੀ ਅੱਲਾ ਵੱਲ ਮੁੜਨ ਦੀ ਬਜਾਏ ਜਿਹੜਾ ਹੈ ਉਹ ਤੁਸੀਂ ਦੁਨੀਆ ਨੂੰ ਤਰਜੀਹ ਦੇ ਜਾਂਦੇ ਹੋ। ਵਲਾ ਆਖਿਰਤ ਖੈरुम व अबका, ਹਾਲਾਂਕਿ ਆਖਰਤ ਜਿਹੜੀ ਹੈ ਉਹ ਬਹੁਤ ਚੰਗੀ ਚੀਜ਼ ਹੈ। ਜਿਹਨੇ ਆਖਰਤ ਦੀ ਫਿਕਰ ਕੀਤੀ ਔਰ ਫਿਰ ਉਹ ਮੁੱਕਣ ਵਾਲੀ ਵੀ ਨਹੀਂ, ਹਮੇਸ਼ਾ ਰਹਿਣ ਵਾਲੀ ਹੈ। ਇਨ ਹਾਜ਼ਾ ਲਫਿਸ ਸੁਹਫਿਲ ਊਲਾ, ਬੇਸ਼ੱਕ ਇਹ ਗੱਲ ਅਸੀਂ ਪਹਿਲੀਆਂ ਕਿਤਾਬਾਂ 'ਚ ਵੀ ਦੱਸੀ। ਸੁਹਫ ਇਬਰਾਹੀਮਾ व मूसा, ਇਬਰਾਹੀਮ अलैहिस्सलाम ਔਰ ਇਸਮਾਈਲ अलैहिस्सलाम ਦੀਆਂ ਕਿਤਾਬਾਂ 'ਚ ਵੀ, ਯਾਨੀ ਉਹਨਾਂ ਨੂੰ ਜਿਹੜੀ ਹਦਾਇਤ ਭੇਜੀ ਸੀ ਉਹਦੇ ਵਿੱਚ ਵੀ ਅਸੀਂ ਇਹ ਗੱਲ ਦੱਸੀ। ਅੱਛਾ ਜੀ, ਅੱਗੇ ਆ ਗਈ ਹੈ ਸੂਰਾ ਗਾਸ਼ੀਆ। ਸੂਰਾ ਗਾਸ਼ੀਆ ਜਿਹੜੀ ਹੈ ਇਹ 88 ਨੰਬਰ ਸੂਰਤ ਆ ਕੁਰਾਨ ਦੀ, ਤੇ ਹੁਣ ਅਸੀਂ ਇਹ ਪੜ੍ਹ ਲੈਂਦੇ ਹਾਂ ਜੀ। ਫਰਮਾਇਆ ਬਿਸਮਿल्लाह रहमान रहीम, ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜਿਹੜਾ ਨਹਾਇਤ ਮਿਹਰਬਾਨ ਔਰ ਹਰ ਵੇਲੇ ਰਹਿਮ ਕਰਨ ਵਾਲਾ। ਹਲ ਅਤਾਕਾ ਹਦੀਸੁਲ ਗਾਸ਼ੀਆ, ਕਿਆ ਤੁਹਾਡੇ ਕੋਲ ਪਹੁੰਚੀ ਹੈ ਖਬਰ ਜਾਂ ਇਤਲਾ ਉਹ ਢੱਕ ਲੈਣ ਵਾਲੀ ਦੀ, ਯਾਨੀ ਕਿਆਮਤ ਦੀ, ਜਿਹੜੀ ਛਾ ਜਾਏਗੀ ਪੂਰੀ, ਸਮਝ ਲਓ ਕਿ ਹਰ ਤਰ੍ਹਾਂ ਢੱਕ ਲੈਣ ਵਾਲੀ। ਵਜੂਹ ਯੌਮਇਜ਼ਨ ਖਾਸ਼ੀਆ, ਜਿਸ ਦਿਨ ਕਿੰਨੇ ਹੀ ਚਿਹਰੇ, ਕਿੰਨੇ ਹੀ ਮੂੰਹ ਉਹ ਹੋਣਗੇ ਜਿਹੜੇ ਜਿਹਨੂੰ ਕਹਿੰਦੇ ਉਤਰੇ ਹੋਏ, ਪਰੇਸ਼ਾਨ, ਆਜਜ਼, ਮਜਬੂਰ, ਬੇਬਸ, ਮਸਕੀਨ। ਆਮਿਲਤੁਨ ਨਾਸਿਬਾ, ਅਮਲ ਕਰਨ ਵਾਲੇ, ਮੁਸ਼ੱਕਤਾਂ ਝੱਲਣ ਵਾਲੇ, ਯਾਨੀ ਬੜੀ ਮਿਹਨਤ ਕਰ ਕਰਕੇ ਥੱਕੇ ਹੋਏ, ਦੁਨੀਆ ਦੀ ਭੱਜ ਦੌੜ ਦੇ ਵਿੱਚ ਹੀ। ਉਹ ਜਿੰਦਾ ਹਲ ਉਨੱਬਿਉਕੁਮ ਬਿਲ ਅਖਸਰੀਨਾ ਅਮਾਲਾ ਅੱਲਜ਼ੀਨਾ ज़ल्ल सअयुहुम फ़िल हयाति दुनिया व हुम यहसबून अन्नहुम युहसिनून सुन्ना। ਇਹ ਦੁਨੀਆ ਦੀ ਭੱਜ ਦੌੜ ਦੇ ਵਿੱਚ ਜਿਹੜਾ ਨਾ, ਯਾਨੀ ਆਖਰਤ ਦੀ ਫਿਕਰ ਤੇ ਕੀਤੀ ਨਹੀਂ, ਪਰ ਦੁਨੀਆ ਦੇ ਵਿੱਚ ਜਿਹੜਾ ਨਾ ਭੱਜ ਕੇ ਜਿਹੜਾ ਨਾ ਉਹ ਰਹਿ ਗਏ। ਤੇ ਅੱਗੋਂ ਤਸਲਾ ਨਾਰਨ ਹਾਮੀਆ, ਤੇ ਹੁਣ ਉਸ ਜਿਹੜਾ ਨਾ ਉਹ ਬਲਦੀ ਹੋਈ ਅੱਗ ਦੇ ਵਿੱਚ ਸਿੱਟ ਦਿੱਤਾ ਜਾਏਗਾ। ਤੁਸਕਾ ਮਿਨ ਐਨਨ ਆਨੀਆ, ਤੇ ਉੱਥੇ ਉਹਨਾਂ ਨੂੰ ਪਾਣੀ ਪਿਲਾਇਆ ਜਾਏਗਾ ਉਬਲਦੇ ਚਸ਼ਮੇ ਦਾ। ਲੈਸਾ ਲਹੁਮ ਤਆਮੁਨ ਇਲਾ ਮਿਨ ਜ਼ਰੀ, ਤੇ ਨਹੀਂ ਹੋਏਗਾ ਉਹਨਾਂ ਦਾ ਵਾਸਤੇ ਕੋਈ ਖਾਣਾ, ਬਸ ਇੱਕ ਕੰਡਿਆਂ ਵਾਲੀ ਘਾਹ, ਜਾਂ ਉਹ ਜਿੱਦਾਂ ਕੁਰਾਨ ਕਰੀਮ ਦੇ 'ਚ ਆਉਂਦਾ ਕਿ ਉਹ ਥੋਰ ਦਾ ਪੌਦਾ ਹੋਏਗਾ, ਉਹ ਵੀ ਕੰਡਿਆਂ ਵਾਲਾ ਹੀ ਹੁੰਦਾ ਨਾ। ਲਾ ਯੁਸਮਿਨੋ, ਔਰ ਉਹ ਖਾਣਾ ਜਿਹੜਾ ਉਹ ਉਹਨਾਂ ਦੇ ਜਿਸਮ ਨੂੰ ਕੋਈ ਜਿਹੜਾ ਨਾ ਉਹ ਜ਼ਾਹਰਾ, ਜਿਹੜਾ ਅਸੀਂ ਖਾਣਾ ਖਾਂਦੇ ਹਾਂ ਉਹ ਸਾਡੇ ਜਿਸਮ ਨੂੰ ਤਕਵੀਅਤ ਦਿੰਦਾ, ਮੋਟਾ ਕਰਦਾ, ਤਾਕਤ ਦਿੰਦਾ, ਤੇ ਉਹ ਕੋਈ ਤਾਕਤ ਨਹੀਂ ਦੇਗਾ। ਵਲਾ ਯੁਗਨੀ ਮਿਨ ਜੂ, ਨਾ ਉਹਨਾਂ ਦੀ ਭੁੱਖ ਹੀ ਉਤਰੇਗੀ। ਵਜੂਹ ਯੌਮਇਜ਼ਿਨ ਨਾਇਮਾ, ਔਰ ਉਸ ਦਿਨ ਕੁਛ ਚਿਹਰੇ ਜਿਹੜੇ ਆ ਉਹ ਬੜੇ ਤਰੋ ਤਾਜ਼ਾ ਹੋਣਗੇ। ਲਿਸਾਇਹਾ ਰਾਜ਼ੀਆ, ਤੇ ਉਹ ਆਪਣੀ ਦੁਨੀਆ ਦੀ ਭੱਜ ਦੌੜ ਤੋਂ ਖੁਸ਼ ਹੋਣਗੇ। ਯਾਨੀ ਉਹ ਜਿਹੜੇ ਭੱਜ ਦੌੜ ਕੇ ਲੱਕ ਤੜਾ ਕੇ, ਉੱਤੇ ਜ਼ਿਕਰ ਆ ਗਿਆ ਕਿ ਹੁਣ ਪਹੁੰਚਿਆ ਤੇ ਅੱਗੋਂ ਅੱਗ 'ਚ ਪਾ ਦਿੱਤਾ ਜਾਣਗੇ। ਭੱਜ ਦੌੜ ਇਹਨਾਂ ਨੇ ਵੀ ਕੀਤੀ ਹੈ, ਭੱਜ ਦੌੜ ਤੇ ਜੰਨਤੀ ਨੇ ਵੀ ਕਰਨੀ ਹੈ, ਤੇ ਭੱਜ ਦੌੜ ਜਹੰਨਮੀ ਵੀ ਕਰਦਾ, ਠੀਕ ਹੈ ਨਾ। ਇਹ ਪਰ ਉਹਨਾਂ ਨੂੰ ਆਪਣੇ ਕੀਤੇ ਦਾ ਉੱਥੇ ਅਫਸੋਸ ਹੋਏਗਾ, ਔਰ ਇਹ ਆਪਣੇ ਕੀਤੇ ਤੇ ਖੁਸ਼ ਹੋਣਗੇ ਕਿਉਂਕਿ ਚੰਗੇ ਕੰਮ ਕੀਤੇ ਨਾ। ਲਿਸਾਇਹਾ ਰਾਜ਼ੀਆ, ਆਪਣੀ ਭੱਜ ਦੌੜ ਤੋਂ ਬੜੇ ਖੁਸ਼ ਕਿ ਅੱਲਾ ਨੇ ਸਾਨੂੰ ਤੌਫੀਕ ਦਿੱਤੀ। ਫੀ ਜੰਨਤਿਨ ਆਲੀਆ, ਔਰ ਬੁਲੰਦ ਜੰਨਤਾਂ ਦੇ ਵਿੱਚ, ਯਾਨੀ ਜੰਨਤਾਂ ਦੇ ਵਿੱਚ ਉੱਚੇ ਮਕਾਮ ਪਾਉਣਗੇ। ਲਾ ਤਸਮਾਉ ਫੀਹਾ ਲਾਗੀਆ, ਔਰ ਉਹਨਾਂ ਜੰਨਤਾਂ ਦੇ ਵਿੱਚ ਨਾ ਕੋਈ ਬਕਵਾਸ ਤੇ ਨਾ ਕੋਈ ਹੋਰ ਜਿਹੜੀ ਹੈ ਨਾ ਉਹ ਕੋਈ ਐਦਾਂ ਦੀ ਚੀਜ਼, ਬੇਹੂਦਾ ਚੀਜ਼ ਕੋਈ ਨਹੀਂ ਉੱਥੇ ਹੋਏਗੀ, ਸੁਣਨ ਨੂੰ ਵੀ ਮਿਲੇਗੀ ਜਾਂ ਦੇਖਣ ਨੂੰ ਮਿਲੇਗੀ। ਫੀਹਾ ਐਨ ਜਾਰੀਆ, ਔਰ ਉਹਦੇ ਵਿੱਚ ਹੋਏਗਾ ਇੱਕ ਚਸ਼ਮਾ ਵੀ ਵਗਦਾ ਹੋਇਆ। ਫੀਹਾ
ਸੁਰੁਰੁਮ ਮਰਫੂਆ, ਔਰ ਉਹਦੇ ਵਿੱਚ ਉੱਚੇ ਉੱਚੇ ਤਖਤ ਹੋਣਗੇ ਉਹਨਾਂ ਦੇ ਵਾਸਤੇ। ਵਾ ਅਕਵਾਬ ਮੌਜ਼ੂਨਾ, ਔਰ ਉਹਨਾਂ ਦੇ ਵਾਸਤੇ ਉੱਥੇ ਜਿਹੜਾ ਨਾ ਉਹ ਪਿਆਲੇ ਹੋਣਗੇ ਜਾਂ ਜਾਮ ਹੋਣਗੇ ਬੜੇ ਸਜਾ ਕੇ ਰੱਖੇ ਹੋਏ। व नुमारे को मसफूफा, और कलीन या गलीचे ਉਹ ਹੋਣਗੇ ਵਿਛਾਏ ਹੋਏ। ਹੈਂ, ਵਿਛਾਉਣੇ ਨਹੀਂ ਪੈਣਗੇ, ਵਿਛਾਏ ਹੋਏ। ਵਜ਼ਰਾਬੀਓ ਮਬਸੂਸਾ, ਔਰ ਉਹ ਗੱਦੇ ਜਿਨ੍ਹਾਂ ਦੇ ਉੱਤੇ ਲੇਟਣਾ ਉਹ ਵੀ ਵਿਛੇ ਹੋਏ ਲੱਭਣਗੇ। ਖੋਲਣਾ ਨਹੀਂ ਪਏਗਾ ਬਿਸਤਰਾ, ਲਪੇਟਿਆ ਨਹੀਂ ਲੱਭੇਗਾ, ਖੁੱਲਾ ਮਿਲੇਗਾ। ਅਫਲਾ ਯੰਜ਼ੁਰੂਨਾ ਇਲਲ ਇਬਿਲ ਕੈਫਾ ਖੁਲਿਕਤ, क्या वो देखते नहीं ਊਠਾਂ ਵੱਲ ਕਿ ਕਿੱਦਾਂ ਇਹਨਾਂ ਨੂੰ ਪੈਦਾ ਕੀਤਾ। ਫਰਮਾਇਆ ਕਿ ਇਹ ਜਿਹੜੇ ਕਾਫਰ ਆ ਇਹ ਦੇਖਦੇ ਨਹੀਂ ਊਠਾਂ ਵੱਲ, ਸਬਕ ਨਹੀਂ ਲੈਂਦੇ ਕਿ ਕੈਸੇ ਇਹਨਾਂ ਨੂੰ ਪੈਦਾ ਕੀਤਾ, ਮਾਹੌਲ ਦੇ ਮੁਤਾਬਕ, ਜਿਸਮ ਦੇ ਮੁਤਾਬਕ, ਜਿੱਦਾਂ ਦਾ ਇਲਾਕਾ ਸੀ ਉੱਦਾਂ ਦੀ ਮਖਲੂਕ ਪੈਦਾ ਕਰ ਦਿੱਤੀ, ਔਰ ਫਿਰ ਉਹਦੇ ਤੋਂ ਕੰਮ ਲਓ। ਵਾਇਲ ਸਮਾਂ ਕੈਫਾ ਰੁਫਿਆ, ਤਾਂ ਆਸਮਾਨ ਵੱਲ ਨਹੀਂ ਵੇਖਦੇ ਕਿ ਕਿੱਦਾਂ ਇਹਨੂੰ ਬੁਲੰਦ ਕਰ ਦਿੱਤਾ। ਵਾਇਲ ਜਿਬਾਲ ਕੈਫਾ ਨੁਸਿਬਤ, ਪਹਾੜਾਂ ਵੱਲ ਨਹੀਂ ਵੇਖਦੇ ਕਿਵੇਂ ਗੱਡ ਦਿੱਤੇ ਗਏ ਆ। ਵਾਇਲ ਅਰਦ ਕੈਫਾ ਸੋਤਿਆਤ, ਤੇ ਜ਼ਮੀਨ ਵੱਲ ਨਹੀਂ ਵੇਖਦੇ ਕਿਵੇਂ ਵਿਛਾ ਦਿੱਤੀ ਗਈ ਆ। ਫਜ਼ੱਕਿਰ, ਤੇ ਐ ਨਬੀ ਤੁਸੀਂ ਸਮਝਾਉਂਦੇ ਰਹੋ ਇਹਨਾਂ ਨੂੰ। ਇੰਨਮਾ ਅੰਤਾ ਮੁਜ਼ੱਕਿਰ, ਬੇਸ਼ੱਕ ਤੁਸੀਂ ਤੇ ਸਮਝਾਉਣਾ ਹੀ ਹੈ ਨਾ, ਤੁਹਾਡੀ ਡਿਊਟੀ ਤੇ ਸਮਝਾਉਣਾ ਹੈ, ਤੁਸੀਂ ਸਮਝਾਉਣ ਵਾਲੇ ਹੀ ਹੋ। ਲਸਤਾ ਅਲੈਹਿਮ ਬੇਮੁਸੈਤਿਰ, ਔਰ ਤੁਸੀਂ ਇਹਨਾਂ ਦੇ ਉੱਤੇ ਕੋਈ ਜਿਹੜਾ ਨਾ ਉਹ ਡੰਡਾ ਲੈ ਕੇ ਤੇ ਨਹੀਂ ਖੜੇ, ਕੋਈ ਤੁਸੀਂ ਇਹਨਾਂ ਤੇ ਦਰੋਗਾ ਨਹੀਂ। ਇਲਾ ਮਨ ਤਵੱਲਾ व ਕਫਰ, ਮਗਰ ਜਿਹਨੇ ਵੀ ਜਿਹੜਾ ਨਾ ਉਹ ਮੂੰਹ ਫੇਰਿਆ ਔਰ ਕੁਫਰ ਕੀਤਾ ਤੇ ਅੱਲਾ ਆਪ ਉਹਨੂੰ ਨਿਬੜੇਗਾ। ਫਯੁਅਜ਼ਿਬਹੁਲ ਅਜ਼ਾਬ ਅਲ ਅਕਬਰ, ਤੇ ਅੱਲਾ ਉਹਨੂੰ ਦੇਗਾ ਅਜ਼ਾਬ, ਤੁਸੀਂ ਨਹੀਂ ਦੇਣਾ, ਤੁਸੀਂ ਨਸੀਹਤ ਹੀ ਕਰਨੀ ਹੈ। ਅੱਲਾ ਦੇ ਲੇਗਾ ਉਹਨੂੰ ਅਜ਼ਾਬ, ਔਰ ਅਜ਼ਾਬ ਦੇਵੇਗਾ ਬਹੁਤ ਵੱਡਾ। ਇੰਨਾ ਇਲੈਨਾ ਅਯਾਬਹੁਮ, ਤੇ ਇਹਨਾਂ ਨੇ ਮੁੜਨਾ ਸਾਡੇ ਵਾਲੀ, ਕਿਧਰੇ ਨਹੀਂ ਚੱਲੇ। ਤੁਸੀਂ ਫਿਕਰ ਨਹੀਂ ਕਰਨੀ ਕਿ ਅਜ਼ਾਬ ਕਦੋਂ ਮਿਲਣਾ, ਇਹਨਾਂ ਨੇ ਆਪੇ ਹੀ ਸਾਡੇ ਕੋਲ ਆ ਜਾਣਾ। ਸੁੰਮਾ ਇੰਨਾ ਅਲੈਨਾ ਹਿਸਾਬਹੁਮ, ਤੇ ਫਿਰ ਸਾਡੇ ਜ਼ਿੰਮੇ ਆ ਇਹਨਾਂ ਕੋਲੋਂ ਹਿਸਾਬ ਲੈਣਾ, ਤੁਸੀਂ ਹਿਸਾਬ ਵਗੈਰਾ ਦੀ ਫਿਕਰ ਨਹੀਂ ਕਰਨੀ। ਤੇ ਬਸ ਹੁਣ ਇੱਥੇ ਹੀ ਅਸੀਂ ਆਪਣੀ ਇਸ ਮਜਲਿਸ ਦਾ ਇਖਤਤਾਮ ਕਰ ਰਹੇ ਹਾਂ। ਅੱਗੇ तो फिर ਅੱਗੇ ਹੀ ਪੜਾਂਗੇ इंशाअल्लाह। अकूलु कौली हाज़ा वस्तगफिरु ली व लकुम व लिसाइरिल मुस्लिमीन वल मुस्लिमात।